ਵੈਲਕਮ ਫਾਈਟਰਸ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਇੱਕ ਸਪੈਸ਼ਲ ਟ੍ਰੇਨਿੰਗ ਸੈਸ਼ਨ ਮਾਈਂਡਸੈਟ ਦੇ ਉੱਪਰ। ਠੀਕ ਹੈ ਜੀ। ਤੇ ਮਾਈਂਡਸੈਟ ਦਾ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਨਾ ਵੀਡੀਓ ਦੇਖਾਂਗੇ। ਠੀਕ ਹੈ ਜੀ। ਤੇ ਤੁਸੀਂ ਸਾਰਿਆਂ ਨੇ ਨਾ ਉਸ ਵੀਡੀਓ ਨੂੰ ਧਿਆਨ ਨਾਲ ਦੇਖਣਾ। ਆਵਾਜ਼ ਤੁਹਾਨੂੰ ਜੇ ਨਹੀਂ ਵੀ ਆਈ ਕੋਈ ਗੱਲ ਨਹੀਂ, ਪਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਨਾ, ਮੇਰੀ ਆਵਾਜ਼ ਸੁਣੀ ਜਾਣੀ। ਇਹ ਵੀਡੀਓਜ਼ ਹੈਗੀ ਆ ਫਲੀਜ਼ ਦੇ ਉੱਪਰ। ਫਲੀਜ਼ ਮਤਲਬ ਜਿਹੜੇ ਆਪਾਂ ਜਿਹਨੂੰ ਆਪਾਂ ਉਹ ਨਹੀਂ ਕਹਿੰਦੇ ਪੰਜਾਬੀ ਵਿੱਚ ਪਿੱਸੂ, ਪਿੱਸੂ ਕਹਿੰਦੇ ਨਾ ਜਿਹਨਾਂ ਨੂੰ ਆਪਾਂ। ਤੇ ਇਹ ਪਿੱਸੂਆਂ ਦੇ ਉੱਪਰ ਇੱਕ ਵੀਡੀਓ ਆ, ਸਾਇੰਟਿਸਟ ਨੇ ਐਕਸਪੈਰੀਮੈਂਟ ਕੀਤਾ ਇੱਕ ਪਿੱਸੂਆਂ ਦੇ ਉੱਪਰ। ਇਹ ਤੁਸੀਂ ਵੀਡੀਓ ਸਕਰੀਨ ਦਿਖਾਈ ਦੇ ਰਹੀ ਹੈ ਮੇਰੀ? ਹਾਂ, ਸਕਰੀਨ ਦੇ ਵਿੱਚ ਤੁਹਾਨੂੰ ਇੱਕ ਜਾਰ, ਕੱਚ ਦਾ ਜਾਰ ਜਿਹੜਾ ਆ ਉਹ ਦਿਖਾਈ ਦੇ ਰਿਹਾ ਵਾ। ਕੱਚ ਦੇ ਜਾਰ ਦੇ ਵਿੱਚ ਕੀ ਆ, ਕੱਚ ਦੇ ਜਾਰ ਦੇ ਵਿੱਚ ਕੀ ਆ ਕਿ ਸਾਇੰਟਿਸਟ ਨੇ ਇੱਕ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਕੱਚ ਦੇ ਜਾਰ ਦੇ ਵਿੱਚ ਪਿੱਸੂਆਂ ਨੂੰ ਪਾਇਆ। ਇਹ ਜਿਹੜੇ ਪਿੱਸੂ ਆ ਨਾ ਉੱਡ ਸਕਦੇ ਆ। ਕਿੰਨਾ ਉੱਡ ਸਕਦੇ ਆ? 36 ਇੰਚ, ਮਤਲਬ 3 ਫੁੱਟ ਤੱਕ ਉੱਪਰ ਉੱਡ ਸਕਦੇ ਆ। ਪਰ ਜਿੱਦਾਂ ਹੀ ਉਹਨਾਂ ਨੇ ਇਹਨਾਂ ਨੂੰ ਕੱਚ ਦੇ ਜਾਰ ਦੇ ਵਿੱਚ ਪਾਇਆ, ਨਾਲ ਹੀ ਕੀ ਕੀਤਾ, ਉਹਨਾਂ ਨੇ ਢੱਕਣ ਨੂੰ ਜਿਹੜਾ ਆ ਉਹ ਬੰਦ ਕਰ ਦਿੱਤਾ। ਢੱਕਣ ਨੂੰ ਬੰਦ ਕਰਕੇ ਇਸ ਜਾਰ ਨੂੰ ਉਹਨਾਂ ਨੇ 3 ਦਿਨ ਤੱਕ ਏਦੀ ਪਿਆ ਰਹਿੰਦਾ। 3 ਦਿਨ ਤੱਕ ਜਿਹੜੇ ਉਹ ਅੰਦਰ ਕੀੜੇ ਆ ਉਹ ਏਦੀ ਉੱਡਦੇ ਰਹੇ, ਜਾਰ ਦੇ ਅੰਦਰ ਹੀ ਉੱਡਦੇ ਰਹੇ, ਜਾਰ ਦੇ ਅੰਦਰ ਹੀ ਉੱਡਦੇ ਰਹੇ। ਠੀਕ ਹੈ ਜੀ। ਤੇ ਜਾਰ ਦੇ ਅੰਦਰ ਹੀ ਜਦੋਂ ਉੱਡਦੇ ਰਹੇ ਤਾਂ ਫਿਰ ਕੀ ਹੋਇਆ, 3 ਦਿਨਾਂ ਬਾਅਦ ਸਾਇੰਟਿਸਟ ਨੇ ਕੀ ਕੀਤਾ, ਉਹਦੇ ਉੱਪਰੋਂ ਢੱਕਣ ਚੱਕ ਦਿੱਤਾ। 3 ਦਿਨਾਂ ਬਾਅਦ ਕੀ ਕੀਤਾ ਉਹਨਾਂ ਨੇ, ਜਦੋਂ ਜਾਰ ਤੋਂ ਢੱਕਣ ਚੱਕ ਦਿੱਤਾ ਤਾਂ ਬੜੀ ਹੈਰਾਨੀ ਦੀ ਗੱਲ, 3 ਫੁੱਟ ਉੱਚੇ ਉੜਨ ਵਾਲੇ 3 ਫੁੱਟ ਉੱਚੇ ਉੜਨ ਵਾਲੇ ਜਿਹੜੇ 3 ਫੁੱਟ ਉੱਚੇ ਉੜਨ ਵਾਲੇ ਜਿਹੜੇ ਪਿੱਸੂ ਸੀ ਨਾ, ਜਿਹੜੇ ਮਤਲਬ ਕੀੜੇ ਸੀਗੇ, ਜਾਰ ਦਾ ਢੱਕਣ ਖੋਲਣ ਦੇ ਬਾਵਜੂਦ ਵੀ ਉਹ ਸਿਰਫ ਉੱਥੇ ਤੱਕ ਹੀ ਉੱਡਦੇ ਰਹੇ। ਇੱਕ ਵੀ ਕੀੜਾ ਜਿਹੜਾ ਆ ਜਾਰ ਤੋਂ ਬਾਹਰ ਨਹੀਂ ਆਇਆ। ਦੇਖੋ, ਜਾਰ ਦੇ ਬਾਹਰ ਇੱਕ ਵੀ ਨਹੀਂ ਆਇਆ। ਔਰ ਉਸ ਤੋਂ ਵੀ ਹੈਰਾਨੀ ਦੀ ਗੱਲ, ਉਸ ਤੋਂ ਵੀ ਹੈਰਾਨੀ ਦੀ ਗੱਲ ਕੀ ਆ ਕਿ ਦੂਜੇ ਚੌਥੇ ਦਿਨ ਸਾਇੰਟਿਸਟ ਨੇ ਜਾਰ ਹਟਾਤਾ। ਜਾਰ ਹਟਾਉਣ ਦੇ ਬਾਵਜੂਦ ਵੀ ਦੇਖੋ ਕੀ ਹੋਇਆ, ਉਹ ਬਿਨਾਂ ਜਾਰ ਤੋਂ ਵੀ ਸਿਰਫ ਉਨਾ ਉੱਚਾ ਹੀ ਉੱਡ ਰਹੇ ਆ। ਉਸ ਤੋਂ ਜ਼ਿਆਦਾ ਉੱਚੇ ਉੱਡੇ ਹੀ ਨਹੀਂ, ਸਿਰਫ ਉੱਥੇ ਤੱਕ ਹੀ ਉੱਡੇ। ਦੇਖੋ, ਉੜਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਿ ਸਿਰਫ ਉੱਥੇ ਤੱਕ ਹੀ ਉੱਡ ਰਹੇ, ਉਸ ਤੋਂ ਜ਼ਿਆਦਾ ਉੱਚੇ ਨਹੀਂ। ਔਰ ਸਭ ਤੋਂ ਹੈਰਾਨੀ ਦੀ ਗੱਲ ਕੀ ਆ, ਪੂਰੀ ਜ਼ਿੰਦਗੀ ਉਹ ਐਡਾ ਉੱਚਾ ਹੀ ਉੱਡਦੇ ਰਹੇ, ਇਸ ਤੋਂ ਜ਼ਿਆਦਾ ਉੱਪਰ ਜਿਹੜੇ ਆ ਉਹ ਉੱਡੇ ਹੀ ਨਹੀਂ। ਔਰ ਉਸ ਤੋਂ ਵੀ ਹੈਰਾਨੀ ਦੀ ਗੱਲ, ਉੱਡਦੇ ਉੱਡਦੇ ਹੋਏ ਉਹਨਾਂ ਨੇ ਜਦੋਂ ਆਪਣੇ ਬੱਚਿਆਂ ਨੂੰ ਵੀ ਜਨਮ ਦਿੱਤਾ, ਉਹਨਾਂ ਦੇ ਬੱਚੇ ਵੀ ਉਸ ਤੋਂ ਉੱਪਰ ਕਦੇ ਉੱਡੇ ਹੀ ਨਹੀਂ, ਇੰਨੇ ਕੁ ਜਾਰ ਤੋਂ ਉੱਪਰ ਕਦੇ ਉੱਡੇ ਹੀ ਨਹੀਂ। ਕਿਉਂਕਿ ਉਹਨਾਂ ਨੇ ਆਪਣੇ ਮੰਮੀ ਡੈਡੀ ਨੂੰ ਦੇਖਿਆ, ਉਹ ਉੱਡੇ ਉੱਚੇ ਉੱਡਦੇ ਪਏ ਸੀ ਤੇ ਉਹਨਾਂ ਨੇ ਵੀ ਉੱਡੇ ਉੱਚੇ ਹੀ ਉੱਡਦੇ ਰਹੇ। ਮਤਲਬ ਉਹ ਜਿਹੜੇ ਇੱਕ ਜਾਰ ਦੀ ਸ਼ਕਲ ਜਿੰਨੇ ਨੇ ਫਿਕਸ ਹੋ ਗਏ। ਤੇ ਸਾਨੂੰ ਸਾਰਿਆਂ ਨੂੰ ਇਦਾਂ ਅਜੀਬ ਲੱਗਦਾ ਹੋਏਗਾ, ਹਾਸਾ ਆਉਂਦਾ ਹੋਏਗਾ ਕਿ ਦੇਖ, ਕੀੜਿਆਂ ਦਾ ਦਿਮਾਗ ਨਹੀਂ ਕੰਮ ਕਰਦਾ। ਇਹਨਾਂ ਦੇ ਉੱਪਰ ਢੱਕਣ ਚੱਕ ਦਿੱਤਾ, ਇਹਨਾਂ ਦੇ ਉੱਪਰ ਜਾਰ ਹਟਾਤਾ, ਫਿਰ ਵੀ ਉੱਥੇ ਘੁੰਮੀ ਜਾ ਰਹੇ ਆ। ਪਰ ਕੀ ਹੈ ਕਿ ਦੇਖੋ ਨਾ, ਕੀੜਿਆਂ ਦਾ ਤਾਂ ਚਲੋ ਦਿਮਾਗ ਹੈ ਨਹੀਂਗਾ, ਪਰ ਬਹੁਤ ਕੇਸ ਇਦਾਂ ਦੇ ਆ। ਕਈ ਵਾਰ ਕੀ ਹੁੰਦਾ ਕਿ ਇਨਸਾਨ ਵੀ ਜਿਹੜਾ ਹੈ ਨਾ, ਇੱਕ ਇਨਵਿਜ਼ੀਬਲ ਜਾਰ ਦੇ ਅੰਦਰ ਜਿਹੜਾ ਆ ਉਹ ਫਿਕਸ ਹੋ ਜਾਂਦਾ। ਮਤਲਬ ਜਿਹੜੀ ਅਸੀਂ ਆਪ ਤਾਂ ਨਹੀਂ ਫਿਕਸ, ਅਸੀਂ ਤਾਂ ਨਹੀਂ ਬੰਦ, ਪਰ ਜਿਹੜੀ ਸਾਡੀ ਮਾਨਸਿਕਤਾ ਹੈ ਨਾ, ਸਾਡਾ ਦਿਮਾਗ ਜਿਹੜਾ ਹੈ ਕਈ ਵਾਰ ਇੱਕ ਇਨਵਿਜ਼ੀਬਲ ਪਰਤ ਦੇ ਅੰਦਰ ਹੀ ਫਿਕਸ ਹੋ ਰਹਿ ਜਾਂਦਾ। ਅਸੀਂ ਉੱਚਾ ਵੱਡਾ ਸੋਚ ਹੀ ਨਹੀਂ ਸਕਦੇ। ਸੋਚ ਕਿਉਂ ਨਹੀਂ ਸਕਦੇ? ਕਿਉਂਕਿ ਸਾਡੀ ਸੁਸਾਇਟੀ, ਸਾਨੂੰ ਸਿਖਾਉਣ ਵਾਲੇ ਲੋਕ, ਸਾਡੇ ਟੀਚਰ ਕਈ ਵਾਰ ਕੀ ਆ ਕਿ ਸਾਡੀ ਮਾਨਸਿਕਤਾ ਨੂੰ ਫਿਕਸ ਕਰ ਦਿੰਦੇ, ਉੱਥੇ ਫਿਕਸ ਕਰ ਦਿੰਦੇ। ਔਰ ਅਸੀਂ ਵੱਡੇ ਵੱਡੇ ਕੰਮ ਜਿਹੜੇ ਉਹ ਨਹੀਂ ਕਰ ਪਾਉਂਦੇ। ਵੱਡੇ ਵੱਡੇ ਕੰਮ, ਅਸੀਂ ਬਹੁਤ ਵੱਡੇ ਕੰਮ ਕਰ ਸਕਦੇ ਹਾਂ, ਇੱਕ ਐਕਸਟਰਾਆਰਡੀਨਰੀ ਕੰਮ ਕਰ ਸਕਦੇ ਹਾਂ, ਅਨਬੀਟੇਬਲ ਬਣ ਸਕਦੇ ਹਾਂ। ਉਹ ਕਿਉਂ ਨਹੀਂ ਬਣ ਪਾਉਂਦੇ? ਕਿਉਂਕਿ ਸਾਡੇ ਆਲੇ ਦੁਆਲੇ ਜਿਹੜਾ ਇਨਵਾਇਰਮੈਂਟ ਬਣਾਇਆ ਜਾਂਦਾ, ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੱਡੇ ਕਿੱਡੇ ਵੱਡੇ ਕੰਮ ਕਰ ਸਕਦੇ। ਕਿਉਂ? ਕਿਉਂਕਿ ਸਾਡੀ ਮਾਨਸਿਕਤਾ, ਸਾਡੀ ਸੋਚ ਹੀ ਨਹੀਂ ਬਦਲਦੀ। ਠੀਕ ਹੈ ਜੀ। ਤੇ ਉਹ ਸੋਚ ਨਾ ਬਦਲਣ ਕਰਕੇ ਅਸੀਂ ਉੱਥੇ ਕੀ ਰਹਿ ਜਾਂਦੇ ਹਾਂ। ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਕਿ ਉਹਦੇ ਵਿੱਚੋਂ ਅਸੀਂ ਪਤਾ ਕਰਨਾ ਕਿ ਸਾਡਾ ਮਾਈਂਡ ਫਿਕਸ ਤਾਂ ਨਹੀਂ ਹੈ। ਹਨਾ, ਬਹੁਤ ਸਾਰੇ ਲੋਕ ਸੋਚਦੇ ਨਾ ਨਾ ਜੀ ਮੇਰਾ ਮਾਈਂਡ ਫਿਕਸ ਨਹੀਂ ਹੈਗਾ, ਮੇਰੀ ਤਾਂ ਸੋਚ ਬਹੁਤ ਵੱਡੀ ਆ। ਠੀਕ ਹੈ ਜੀ। ਤੇ ਮੈਨੂੰ ਵੀ ਇਦਾਂ ਲੱਗਦਾ ਸੀ, ਕਿਤਾਬ ਪੜ੍ਹਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਦਾਂ ਲੱਗਦਾ ਹੋਊਗਾ ਕਿ ਮੇਰਾ ਫਿਕਸ ਮਾਈਂਡ ਸੈਟ ਨਹੀਂ ਆ, ਮੇਰਾ ਤਾਂ ਓਪਨ ਮਾਈਂਡ ਸੈਟ ਆ, ਗਰੋਥ ਮਾਈਂਡ ਸੈਟ ਆ। ਤੇ ਆਪਾਂ ਅੱਜ ਕੀ ਕਰਨਾ, 15 ਪੁਆਇੰਟ ਡਿਸਕਸ ਕਰਨੇ। 15 ਪੁਆਇੰਟ ਡਿਸਕਸ ਕਰਨੇ। ਉਹਦੇ ਵਿੱਚ ਤੁਸੀਂ ਹਰੇਕ ਪੁਆਇੰਟ ਨੂੰ ਧਿਆਨ ਨਾਲ ਸੁਣਨਾ, ਫਿਰ ਦੇਖਣਾ ਕਿ ਤੁਸੀਂ ਕਿੱਧਰਲੇ ਪਾਸੇ ਆ, ਤੁਸੀਂ ਫਿਕਸ ਮਾਈਂਡ ਸੈਟ ਵੱਲ ਆ ਜਾਂ ਗਰੋਥ ਮਾਈਂਡ ਸੈਟ ਵੱਲ ਆ। ਤੇ ਜੇ ਤੁਸੀਂ ਫਿਕਸ ਮਾਈਂਡ ਸੈਟ ਵੱਲ ਆ ਤਾਂ ਉਹਨੂੰ ਗਰੋਥ ਮਾਈਂਡ ਸੈਟ ਵੱਲ ਲੈ ਕੇ ਆਉਣਾ ਅੱਜ ਤੋਂ ਹੀ, ਮੀਟਿੰਗ ਤੋਂ ਬਾਅਦ। ਠੀਕ ਹੈ ਜੀ। ਤੇ ਅਸੀਂ ਉਹ 15 ਪੁਆਇੰਟ ਧਿਆਨ ਨਾਲ ਸੁਣਨੇ ਆ ਤੇ ਉਹਨਾਂ ਨੂੰ ਐਨਾਲਾਈਜ਼ ਕਰਨਾ ਕਿ ਮੈਂ ਕਿੱਧਰਲੇ ਸਾਈਡ ਆ। ਕਲੀਅਰ ਜੀ। ਤੇ 15 ਪੁਆਇੰਟ ਆਪਾਂ ਕੱਲਾ ਜਿਹੜਾ ਧਿਆਨ ਨਾਲ ਸੁਣਨਾ। ਉਹਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਕੀ ਆ ਕਿ ਫਿਕਸ ਮਾਈਂਡ ਸੈਟ ਵਾਲੇ ਲੋਕ ਜਿਹੜੇ ਹੁੰਦੇ ਆ ਨਾ, ਉਹ ਹਮੇਸ਼ਾ
ਕਿੰਨਾ ਕੁ ਕੁਛ ਅਚੀਵ ਕਰ ਸਕਦੇ ਆ, ਕਿੰਨੇ ਵੱਡੇ ਵੱਡੇ ਕੰਮ ਕਰ ਸਕਦੇ ਆ, ਕਿੰਨੀ ਕੁ ਅਚੀਵਮੈਂਟ ਕਰ ਸਕਦੇ ਆ, ਉਹਨਾਂ ਨੂੰ ਲੱਗਦਾ ਉਹ ਨਿਸ਼ਚਿਤ ਆ, ਉਹ ਫਿਕਸ ਆ ਕਿ ਮੈਂ ਇੰਨਾ ਵੱਡਾ ਕੰਮ ਹੀ ਕਰ ਸਕਦਾ, ਇਸ ਤੋਂ ਵੱਡਾ ਕੰਮ ਨਹੀਂ ਕਰ ਸਕਦਾ। ਠੀਕ ਹੈ ਜੀ। ਜਿੱਦਾਂ ਬਹੁਤ ਸਾਰੇ ਲੋਕ ਤੁਸੀਂ ਸੁਣਿਆ ਨਾ, ਉਹ ਯਾਰ ਇੰਨੀ ਮਹਿੰਗੀ ਗੱਡੀ ਮੈਂ ਥੋੜੀ ਲੈ ਸਕਦਾ, ਜਾਂ ਐਡਾ ਵੱਡਾ ਘਰ ਮੈਂ ਥੋੜੀ, ਜਦੋਂ ਤੁਸੀਂ ਪੁਰਾਣੇ ਦੀ ਕਹਾਵਤ ਸੁਣੀ ਹੈ ਨਾ, ਆਪਣੀ ਚੱਦਰ ਦੇਖ ਕੇ ਪੈਰ ਪਸਾਰਨਾ ਨਾ, ਤਾਂ ਇੱਕ ਫਿਕਸ ਮਾਈਂਡਸੈਟ ਦੀ ਉਦਾਹਰਨ ਆ ਕਿ ਆਪਣੀ ਚੱਦਰ ਦੇਖ ਕੇ ਪੈਰ ਪਸਾਰਨਾ, ਜਿੰਨੀ ਕੁ ਚੱਦਰ ਆ ਨਾ ਉਨੇ ਕੁ ਪੈਰ ਪਸਾਰਨੇ ਆ, ਉਸ ਤੋਂ ਜ਼ਿਆਦਾ ਪੈਰ ਨਹੀਂ ਪਸਾਰਨੇ। ਪਰ ਜਿਹੜੇ ਗਰੋਥ ਮਾਈਂਡਸੈਟ ਆ ਨਾ, ਉਹਨਾਂ ਨੇ ਇਹ ਵੀ ਬਣਾਈ ਹੈ ਇੱਕ ਕਹਾਵਤ ਦੇ ਉੱਪਰ, ਉਹ ਕਹਿੰਦੇ ਅਸੀਂ ਪਹਿਲਾਂ ਪੈਰ ਪਸਾਰਨੇ ਆ, ਚੱਦਰ ਦਾ ਜੁਗਾੜ ਬਾਅਦ ਚ ਆਪੀ ਕਰ ਲਾਂਗੇ। ਤੇ ਗਰੋਥ ਮਾਈਂਡਸੈਟ ਵਾਲੇ ਕੀ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜੀ ਸਾਡੀ ਅਚੀਵਮੈਂਟ ਆ ਨਾ, ਜੋ ਅਸੀਂ ਕੰਮ ਕਰ ਸਕਦੇ ਆ, ਉਹ ਅਨਲਿਮਿਟਡ ਆ, ਅਨਨੋਨ ਪੋਟੈਂਸ਼ੀਅਲ ਆ। ਭਾਵੇਂ ਅੱਜ ਅਸੀਂ ਜਿੱਥੇ ਮਰਜ਼ੀ ਆ, ਜਿੰਨਾ ਮਰਜ਼ੀ ਨੀਵੇਂ ਆ, ਜਿੱਥੋਂ ਮਤਲਬ ਜਿੰਨਾ ਮਰਜ਼ੀ ਇਹ ਸਾਡਾ ਜਿਹੜਾ ਡਾਊਨਫਾਲ ਆਇਆ ਹੋਇਆ, ਪਰ ਜੇ ਅਸੀਂ ਲਗਾਤਾਰ ਪੈਸ਼ਨ ਦੇ ਨਾਲ ਜੇ ਕਿਸੇ ਕੰਮ 'ਚ ਲੱਗੇ ਰਹੇ ਤਾਂ ਅਸੀਂ ਬਹੁਤ ਉੱਪਰ ਪਹੁੰਚ ਸਕਦੇ, ਕਿਤੇ ਵੀ ਜਾ ਸਕਦੇ, ਕੋਈ ਵੀ ਕੰਮ ਕਰ ਸਕਦੇ, ਕਿੰਨੀ ਵੀ ਕਮਾਈ ਕਰ ਸਕਦੇ ਆ, ਔਰ ਕਿੱਡੀ ਵੱਡੀ ਵੀ ਅਚੀਵਮੈਂਟ ਕਰ ਸਕਦੇ। ਤੇ ਇਹ ਗਰੋਥ ਮਾਈਂਡਸੈਟ ਵਾਲਿਆਂ ਦੀ, ਉਹ ਹਮੇਸ਼ਾ ਕੀ ਕਰਦੇ ਆ, ਆਪਣੇ ਆਪ ਨੂੰ ਇੰਪਰੂਵ ਕਰਦੇ ਰਹਿੰਦੇ ਆ, ਕੰਮ ਦੇ ਵਿੱਚ ਆਪਣੇ ਆਪ ਨੂੰ ਇੰਪਰੂਵ ਕਰਦੇ ਆ, ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਆ। ਨਵੇਂ ਨਵੇਂ ਐਕਸਪੈਰੀਮੈਂਟ ਤੋਂ ਕੀ ਹੁੰਦਾ, ਉਹ ਫੇਲ ਹੁੰਦੇ ਆ, ਤੇ ਫੇਲ ਹੋਣ ਤੋਂ ਬਾਅਦ ਕੀ ਕਰਦੇ ਆ, ਫੇਲ ਹੋਣ ਤੋਂ ਬਾਅਦ ਉਹਨਾਂ ਚੀਜ਼ਾਂ ਤੋਂ ਉਹ ਸਿੱਖਦੇ ਆ, ਤੇ ਸਿੱਖ ਕੇ ਆਪਣੇ ਉੱਪਰ ਹੋਰ ਇੰਪਰੂਵ ਕਰਦੇ ਔਰ ਹੋਰ ਉੱਪਰ ਚੱਲਦੇ ਰਹਿੰਦੇ, ਹੋਰ ਉੱਪਰ ਜਾਂਦੇ ਰਹਿੰਦੇ। ਮਤਲਬ ਕਿੱਥੇ ਤੱਕ ਉੱਪਰ ਜਾ ਸਕਦੇ, ਉਹ ਫਿਕਸ। ਮੈਂ ਕਿਹਾ ਸ਼ੋ ਬੰਦਾ ਹੋ ਗਿਆ, YouTube ਲਾਈਵ ਹੋਇਆ ਜਾ ਸਕਦਾ, ਲਿੰਕ ਕ੍ਰੀਏਟ ਹੋ ਸਕਦਾ ਹੁਣ ਬੰਦੇ ਕਹਿੰਦੇ? ਨਹੀਂ ਨਹੀਂ, ਹੁਣ ਨਹੀਂ ਕ੍ਰੀਏਟ ਹੋ ਸਕਦਾ, ਕੋਈ ਨਹੀਂ, ਆਪਾਂ ਕਰ ਦਾਂਗੇ, ਰਿਕਾਰਡ ਕਰ ਲੈ ਕੇ ਨਾ ਆਪਾਂ ਨੂੰ YouTube ਤੇ ਪਾ ਦਾਂਗੇ, ਉਹਨਾਂ ਨੂੰ ਬਾਅਦ ਚ ਭੇਜ ਦਾਂਗੇ। ਠੀਕ ਹੈ ਜੀ। ਤੇ ਆਪਾਂ ਗੱਲ ਕੀ ਕਰਦੇ ਪਏ ਸੀਗੇ, ਹਾਂ, ਫੇਲ ਹੋ ਕੇ ਸਿੱਖ ਕੇ ਇੰਪਰੂਵ ਕਰਦੇ ਆ, ਇੰਪਰੂਵ ਕਰਕੇ ਉਹ ਹੋਰ ਉੱਪਰ ਜਾਂਦੇ ਆ, ਔਰ ਕਿੱਥੇ ਤੱਕ ਉੱਪਰ ਜਾ ਸਕਦੇ ਆ, ਇਹ ਉਹ ਕਦੇ ਵੀ ਨਹੀਂ ਲਿਮਿਟ ਰੱਖਦੇ ਹੀ ਨਹੀਂ ਆਪਣੀ, ਕਦੇ ਸੋਚਦੇ ਹੀ ਨਹੀਂ ਕਿੱਥੇ ਤੱਕ ਆਪਾਂ ਜਾ ਸਕਦੇ। ਇਹ ਗਰੋਥ ਮਾਈਂਡਸੈਟ ਦੀ ਦੇਖੋ ਨਾ, ਤੁਸੀਂ ਨੋਰਮਲ ਅਸੀਂ ਰੋਜ਼ ਲੋਕਾਂ ਨੂੰ ਮਿਲਦੇ, ਉਹ ਭਾਜੀ ਤੁਸੀਂ ਨਾ ਕੱਲ 5 ਆਈਡੀਆਂ ਪਾਣੀਆਂ, ਜਾਂ ਤੁਸੀਂ 10 ਆਈਡੀਆਂ ਪਾਣੀਆਂ, ਤੇ ਅੱਗੇ ਭਾਈ ਤੁਸੀਂ ਇਸ ਕੰਮ 'ਚ ਸਵਿਫਟ ਗੱਡੀ ਲੈ ਸਕਦੇ। ਹਾਂਜੀ ਹਾਂਜੀ ਹਾਂਜੀ। ਮਤਲਬ ਜਿਹੜਾ ਬੰਦਾ ਏਦਾਂ ਹੱਸਣ ਲੱਗ ਪੈਂਦਾ ਨਾ, ਉਹਦਾ ਮਤਲਬ ਫਿਕਸ ਮਾਈਂਡਸੈਟ। ਜਿਹੜੇ ਬੰਦੇ ਨੂੰ ਅਸੀਂ ਕਹੀਏ ਨਾ ਤੂੰ ਗੱਡੀ ਲੈ ਸਕਦਾ, ਤੂੰ ਇਹ ਕੰਮ ਕਰ ਸਕਦਾ, ਜਿਹੜਾ ਬੰਦਾ ਕਹਿੰਦਾ ਨਹੀਂ ਮੈਂ ਇਹ ਕਰ ਨਹੀਂ ਸਕਦਾ, ਮੇਰੇ ਕੋਲ ਹੋਣਾ ਹੀ ਨਹੀਂ, ਫਿਕਸਡ ਮਾਈਂਡਸੈਟ ਆ। ਗਰੋਥ ਮਾਈਂਡਸੈਟ ਵਾਲੇ ਕਦੇ ਕਹਿੰਦੇ ਨਹੀਂ ਮੇਰੇ ਤੋਂ ਹੋਣਾ ਨਹੀਂ। ਗਰੋਥ ਮਾਈਂਡਸੈਟ ਵਾਲੇ ਜੇ ਉਹਨਾਂ ਨੂੰ ਕਹੋ ਨਾ ਕਿ ਤੁਸੀਂ ਗੱਡੀ ਲੈ ਸਕਦੇ ਹੋ, ਅੱਵਲ ਤਾਂ ਉਹ ਪਹਿਲਾਂ ਹੀ ਕਹਿੰਦੇ ਕਿ ਮੈਂ ਗੱਡੀ ਇਸ ਕੰਮ 'ਚ ਅਚੀਵ ਕਰਨੀ ਆ। ਉਹ ਗਰੋਥ ਮਾਈਂਡਸੈਟ ਆ ਕਿ ਮੈਂ ਕਿਤੇ ਵੀ ਉੱਪਰ ਜਾ ਸਕਦਾ। ਮਤਲਬ ਫਿਕਸ ਮਾਈਂਡਸੈਟ ਵਾਲੇ ਕਹਿੰਦੇ ਆ ਕਿ ਜੋ ਅਸੀਂ ਅਚੀਵ ਕਰ ਸਕਦੇ ਨਾ, ਉਹ ਪੱਥਰ ਤੇ ਲਕੀਰ ਆ, ਉਹ ਕਦੇ ਬਦਲ ਨਹੀਂ ਸਕਦਾ। ਪਰ ਗਰੋਥ ਮਾਈਂਡਸੈਟ ਵਾਲੇ ਕਹਿੰਦੇ ਆ ਕਿ ਪੱਥਰ ਤੇ ਲਕੀਰ ਨਹੀਂ ਆ, ਜਿੱਥੇ ਤੱਕ ਅਸੀਂ ਮਰਜ਼ੀ ਜਾ ਸਕਦੇ, ਮੈਂ ਸਵਿਫਟ ਵੀ ਕਰ ਸਕਦਾ, ਸਫਾਰੀ ਵੀ, BMW ਵੀ। ਤੁਸੀਂ ਦੇਖੋ 100 ਬੰਦਾ ਸਾਡੇ ਨਾਲ ਜੁਆਇਨ ਹੋਏਗਾ ਨਾ, 100 ਚ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਇੱਕ ਬੰਦਾ ਸੋਚਦਾ ਹੋਣਾ ਕਿ ਮੈਂ ਵੀ ਇਸ ਕੰਮ 'ਚ BMW ਲੈ ਲੈਣੀ ਆ। ਨਹੀਂ ਤਾਂ ਮਤਲਬ ਸਮਝ ਗਏ ਨਾ ਨਹੀਂ, ਜੇ ਤੁਸੀਂ ਸੋਚ ਸਕਦੇ ਆ ਨਾ ਕਿ ਤੁਹਾਡੀ ਵੀ BMW ਆਣੀ ਹੈ ਇਸ ਕੰਮ 'ਚ, ਤਾਂ ਤੁਸੀਂ ਗਰੋਥ ਮਾਈਂਡਸੈਟ ਕਿਤੇ ਵੀ ਜਾ ਸਕਦੇ। ਜੇ ਤੁਸੀਂ ਉਹੀ ਹੈ ਨਾ ਕਿ ਕਿਸੇ ਤਰੀਕੇ 12 ਹੋ ਜਾਣ, 6000 ਆ ਜਾਵੇ, ਕਿਸੇ ਤਰੀਕੇ ਬਸ ਥਾਈਲੈਂਡ ਹੋ ਜਾਵੇ, ਤਾਂ ਫਿਕਸ ਮਾਈਂਡਸੈਟ ਆ, ਥਾਈਲੈਂਡ ਤੱਕ ਹੀ, ਮੋਟਰਸਾਈਕਲ ਤੱਕ ਹੀ ਫਿਕਸ ਹੋ ਗਏ, ਬੁਲਟ ਤੱਕ ਹੀ ਫਿਕਸ ਹੋ ਗਏ। ਗਰੋਥ ਮਾਈਂਡਸੈਟ ਬਣਾਉਣਾ BMW BHK ਤੱਕ। ਕਲੀਅਰ ਹੋ ਗਿਆ ਜੀ ਪਹਿਲਾ ਪੁਆਇੰਟ। ਉਸ ਤੋਂ ਬਾਅਦ ਦੂਸਰਾ ਪੁਆਇੰਟ ਕੀ ਆ ਕਿ ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਆ ਨਾ, ਉਹ ਕਹਿੰਦੇ ਸਾਡਾ ਟੈਲੈਂਟ, ਸਾਡੇ ਸਕਿੱਲਸ ਤੇ ਸਾਡੀ ਕ੍ਰੀਏਟੀਵਿਟੀ। ਟੈਲੈਂਟ ਮਤਲਬ ਸਾਡੀ ਯੋਗਿਅਤਾ, ਮਤਲਬ ਸਾਡੇ ਸਕਿੱਲਸ ਪ੍ਰਤਿਭਾ ਯੋਗਿਅਤਾ। ਦੂਸਰੇ ਨੰਬਰ ਤੇ ਸਕਿੱਲਸ ਮਤਲਬ ਕੌਸ਼ਲ, ਤੇ ਤੀਸਰੇ ਨੰਬਰ ਤੇ ਕ੍ਰੀਏਟੀਵਿਟੀ ਮਤਲਬ ਰਚਨਾਤਮਕਤਾ, ਨਵੀਆਂ ਚੀਜ਼ਾਂ ਕਰਨ ਦੀ ਕ੍ਰੀਏਟੀਵਿਟੀ, ਉਹ ਸਾਡੇ 'ਚ ਨਿਸ਼ਚਿਤ ਆ। ਮਤਲਬ ਮੈਂ ਜੰਮਿਆ, ਮੇਰੇ 'ਚ ਜੋ ਗੁਣ ਹੈਗੇ ਨੇ ਬਸ ਉਹੀ ਗੁਣ ਰਹਿਣੇ। ਮਤਲਬ ਮੈਂ ਸਟੇਜ ਤੇ ਜੇ ਨਹੀਂ ਬੋਲ ਸਕਦਾ ਨਾ ਤਾਂ ਨਹੀਂ ਬੋਲ ਸਕਦਾ, ਮੇਰੇ 'ਚ ਗੁਣ ਹੈ ਹੀ ਨਹੀਂ। ਉਹ ਜਿਹੜੇ ਜਮਾਂਦਰੂ ਹੁੰਦੇ ਗੁਣ, ਉਹਨਾਂ ਦੇ ਫਿਕਸ ਮਾਈਂਡਸੈਟ ਵਾਲੇ ਲੋਕ ਕੀ ਕਹਿੰਦੇ ਆ ਕਿ ਜਿੱਦਾਂ ਮੈਂ ਬੋਲ ਰਿਹਾ ਨਾ ਹੁਣ ਤੁਹਾਡੇ ਨਾਲ, ਲੋਕਾਂ ਨੂੰ ਲੱਗਦਾ ਇਹ ਵਾਲਾ ਗੁਣ ਜਮਾਂਦਰੂ ਆ, ਇਹ ਇਨਬੋਰਨ ਗੁਣ ਹੁੰਦੇ ਇਹ। ਪਰ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਹੁੰਦੇ, ਉਹ ਕਹਿੰਦੇ ਕੋਈ ਵੀ ਗੁਣ ਜਮਾਂਦਰੂ ਨਹੀਂ ਹੁੰਦਾ, ਕੋਈ ਵੀ ਬੰਦਾ ਕਿਸੇ ਵੀ ਗੁਣ ਦੇ ਉੱਪਰ ਲਗਾਤਾਰ ਕੰਮ ਕਰਕੇ ਉਹਨੂੰ ਸਿੱਖ ਸਕਦਾ। ਫਿਕਸ ਮਾਈਂਡਸੈਟ ਵਾਲੇ ਲੋਕ ਕਹਿੰਦੇ ਬਚਪਨ ਤੋਂ ਹੁੰਦੇ ਆ, ਜਿਹੜੇ ਕਰ ਸਕਦੇ ਆ ਉਹ ਕਰ ਸਕਦੇ, ਜਿਹੜੇ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ। ਪਰ ਜਿਹੜੇ ਸਕਸੈਸਫੁਲ ਲੋਕ ਹੁੰਦੇ ਆ, ਉਹਨਾਂ ਨੂੰ ਪਤਾ ਕਿ ਜਿਹੜਾ ਬੰਦਾ ਕਿਸੇ ਵੀ ਕੰਮ 'ਚ ਉੱਪਰ ਪਹੁੰਚਿਆ, ਕਾਮਯਾਬ ਹੋਇਆ, ਸ਼ੁਰੂਆਤ ਵਿੱਚ ਉਹ ਵੀ ਖਰਾਬ ਸੀ,
ਐਵਰੇਜ ਸੀ, ਉਹਨੂੰ ਵੀ ਨਹੀਂ ਕੁਛ ਆਉਂਦਾ ਸੀ, ਪਰ ਉਹਨੇ ਉਸ ਕੰਮ ਨੂੰ ਬਾਰ-ਬਾਰ ਕਰ ਕਰਕੇ ਉਹਦੇ ਵਿੱਚ ਉੱਪਰ ਪਹੁੰਚ ਗਏ। ਲਾਈਵ ਐਗਜ਼ਾਮਪਲ ਤੁਹਾਡੇ ਸਾਹਮਣੇ ਆ। ਮੈਂ 17 ਸਾਲ MBA ਤੱਕ ਕਦੇ ਸਟੇਜ ਪਰਫਾਰਮੈਂਸ ਨਹੀਂ ਦਿੱਤੀ। ਕਿਉਂ? ਕਿਉਂਕਿ ਮੈਨੂੰ ਲੱਗਦਾ ਮੈਂ ਸਟੇਜ ਪਰਫਾਰਮੈਂਸ ਦੇ ਹੀ ਨਹੀਂ ਸਕਦਾ। 17 MBA 'ਚ ਜਦੋਂ ਮੈਂ ਸਟੇਜ ਪਰਫਾਰਮੈਂਸ ਦਿੱਤੀ, ਇੰਨੀ ਖਰਾਬ ਸਟੇਜ ਪਰਫਾਰਮੈਂਸ ਦਿੱਤੀ, ਮੈਨੂੰ ਕਿਸੇ ਕਿਹਾ ਕਿ ਮੈਂ ਦੇ ਹੀ ਨਹੀਂ ਸਕਦਾ। ਤੇ ਤੁਸੀਂ ਅੱਜ, ਮੈਂ ਚਾਹੁੰਦਾ ਕਿ ਮੈਨੂੰ ਛੇਤੀ ਛੇਤੀ ਸਟੇਜ ਤੇ ਚਾੜਨ, ਔਰ ਮੈਂ ਸਾਰਿਆਂ ਨੂੰ, ਮੈਂ ਚਾਹੁੰਦਾ ਕਿ ਇੱਦਾਂ ਦਾ ਸੈਸ਼ਨ ਮੈਂ ਸਟੇਜ ਤੇ ਲਗਾਵਾਂ। ਠੀਕ ਹੈ ਜੀ, ਤੁਹਾਡੇ ਸਾਹਮਣੇ ਮੈਂ ਬੋਲ ਰਿਹਾ ਨਾ, ਇਹ ਆਪਾਂ ਸੂਦ ਭਵਨ ਬੋਲੀ ਦਾ ਨਾ, ਮੇਰੇ 'ਚ ਇਹ ਵਾਲਾ ਗੁਣ 17 ਸਾਲ MBA, ਮੈਂ ਉਦੋਂ ਕਿੰਨੇ ਸਾਲ ਦਾ ਹੋ ਗਿਆ? 17 5 22 ਸਾਲ, 22 ਸਾਲ ਦੀ ਉਮਰ ਤੱਕ ਮੈਂ ਇੱਕ ਵਾਰ ਵੀ ਸਟੇਜ ਤੇ ਨਹੀਂ ਚੜਿਆ ਸੀ। ਪਰ GSM ਵਿੱਚ ਆ ਕੇ ਬਾਰ-ਬਾਰ ਸਟੇਜ ਤੇ ਜਾ ਕੇ, ਬਾਰ-ਬਾਰ ਸਟੇਜ ਤੇ ਜਾ ਕੇ ਅਸੀਂ ਇਹ ਗੁਣ ਵਿਕਸਿਤ ਕਰ ਲਿਆ। ਮੈਂ ਤਾਂ ਫਿਰ ਵੀ MBA 'ਚ ਪਬਲਿਕ ਸਪੀਕਿੰਗ ਕਰ ਲਈ ਸੀ। ਮੇਰੇ ਤੋਂ ਵੀ ਵੱਡਾ ਐਗਜ਼ਾਮਪਲ ਸੰਦੀਪ ਡਿੱਬੂ ਜੀ। ਸੰਦੀਪ ਡਿੱਬੂ ਜੀ, ਜਿਨ੍ਹਾਂ ਨੇ ਅੱਜ 85,000 ਲੋਕਾਂ ਦੀ ਟੀਮ ਇਕੱਠੀ ਕਰ ਦਿੱਤੀ। ਉਹ ਤਾਂ ਮਤਲਬ ਜਦੋਂ ਪਹਿਲੀ ਵਾਰ ਉਹਨਾਂ ਨੇ ਆਪਣਾ ਨਾਮ ਬੋਲਿਆ ਸੀ ਨਾ, 10 ਬੰਦਿਆਂ ਸਾਹਮਣੇ, ਇੱਕ ਕਮਰੇ 'ਚ ਛੋਟੀ ਜਿਹੀ ਹੋਮ ਮੀਟਿੰਗ ਹੋ ਰਹੀ ਸੀ, ਔਰ 10 ਬੰਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਆਪਣਾ ਨਾਮ ਬੋਲਣ ਲਈ ਕਿਹਾ, ਉਹਨਾਂ ਕੋਲ ਆਪਣਾ ਨਾਮ ਨਹੀਂ ਬੋਲਿਆ ਗਾ। ਸੰਦੀਪ ਡਿੱਬੂ ਜੀ ਦੀ ਗੱਲ ਕਰ ਰਿਹਾ ਮੈਂ। ਮੂੰਹ ਉਹਨਾਂ ਦਾ ਲਾਲ ਹੋ ਗਿਆ, ਔਰ ਪੱਖਾ ਚੱਲ ਰਿਹਾ ਸੀ, ਮਾਰਚ ਮਹੀਨੇ ਪਸੀਨੇ ਆ ਗਏ। ਤੇ ਅੱਜ ਸੰਦੀਪ ਡਿੱਬੂ ਜੀ ਕਿੱਥੇ ਬੋਲਦੇ? ਕਿੰਨੇ ਬੰਦਿਆਂ 'ਚ ਬੋਲਦੇ? ਅਨਲਿਮਟਿਡ, ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਦਿਓ। ਜ਼ਰੂਰੀ ਨਹੀਂ ਸੂਦ ਭਵਨ, ਉਹਨਾਂ ਨੂੰ ਜਿਹੜੇ ਮਰਜ਼ੀ ਸਟੇਜ ਤੇ ਚੜਾ ਦਿਓ, ਹਰ ਜਗ੍ਹਾ ਬੋਲ ਸਕਦੇ ਆ। ਉਹਨਾਂ ਨੇ ਉਹ ਗੁਣ ਵਿਕਸਿਤ ਕਰ ਲਿਆ ਬਾਰ-ਬਾਰ। ਕਿਉਂ? ਕਿਉਂਕਿ ਸਾਡਾ ਮਾਈਂਡ ਗਰੋਥ ਮਾਈਂਡਸੈਟ ਸੀ। ਸਾਨੂੰ ਪਤਾ ਸੀ ਅਸੀਂ ਬਾਰ-ਬਾਰ ਇਹਦੇ ਉੱਪਰ ਕੰਮ ਕਰਾਂਗੇ, ਅਸੀਂ ਸਿੱਖ ਸਕਦੇ ਹਾਂ। ਪਰ ਫਿਕਸ ਮਾਈਂਡਸੈਟ ਵਾਲੇ ਲੋਕ ਕਹਿੰਦੇ ਆ ਨਹੀਂ ਕਰ ਸਕਦਾ ਮੈਂ, ਉਹਦੇ ਤੇ ਕੰਮ ਹੀ ਨਹੀਂ ਕਰਦੇ। ਪਰ ਜੇ ਅਸੀਂ ਉਹਨਾਂ ਤੇ ਕੰਮ ਕਰਾਂਗੇ ਤਾਂ ਇਹਦਾ ਮਤਲਬ, ਜੇ ਮੈਂ ਕਰ ਸਕਦਾ, ਸੰਦੀਪ ਡਿੱਬੂ ਜੀ ਕਰ ਸਕਦੇ ਆ, ਬਹੁਤ ਸਾਰੇ ਲੋਕ। ਸੰਦੀਪ ਮਹੇਸ਼ਵਰੀ ਵੀ ਸੇਮ ਇਦਾਂ ਹੀ ਸੀ। ਸੰਦੀਪ ਮਹੇਸ਼ਵਰੀ ਜਦੋਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ, ਉਹਦੇ ਕੋਲ ਸਪੀਚ ਵੀ ਨਹੀਂ ਪੂਰੀ ਹੋਈ ਸੀ। ਬੱਚੇ ਉਹਦੇ ਨਾਲ ਮਜ਼ਾਕ ਕਰ ਰਹੇ ਸੀ ਜਿਹੜੇ ਉਹਦੇ ਸਾਹਮਣੇ ਖੜੇ ਸੀ। ਅੱਜ ਸੰਦੀਪ ਮਹੇਸ਼ਵਰੀ ਨੂੰ ਕੌਣ ਨਹੀਂ ਜਾਣਦਾ ਜੀ? ਇਹ ਸਾਰੇ ਅਸੀਂ ਸਾਰੇ ਕਰ ਤੁਸੀਂ ਵੀ ਸਾਰੇ ਕਰ ਸਕਦੇ। ਤੁਸੀਂ ਵੀ ਕੱਲ ਨੂੰ ਸਟੇਜ ਤੇ ਇਦਾਂ ਹੀ ਬੋਲ ਸਕਦੇ ਜਿੱਦਾਂ ਅਸੀਂ ਬੋਲਦੇ ਹਾਂ, ਕਿਉਂਕਿ ਤੁਸੀਂ ਗਰੋਥ ਮਾਈਂਡਸੈਟ ਵਾਲੇ ਬਣ ਜਾਣਾ। ਅੱਜ ਤੋਂ ਬਾਅਦ ਗਰੋਥ ਮਾਈਂਡਸੈਟ ਵਾਲੇ ਕਦੇ ਨਹੀਂ ਸੋਚਦੇ ਮੈਂ ਕਰ ਨਹੀਂ ਸਕਦਾ। ਉਹ ਕਹਿੰਦੇ ਮੈਂ ਹਰ ਇੱਕ ਚੀਜ਼ ਕਰ ਸਕਦਾ, ਬਸ ਮੈਨੂੰ ਸਿੱਖਣ ਦੀ ਲੋੜ ਨਾ, ਇੰਪਰੂਵ ਕਰਨ ਦੀ ਲੋੜ ਆ, ਉੱਤੇ ਕੰਮ ਕਰਨ ਦੀ ਲੋੜ ਆ। ਠੀਕ ਹੈ ਜੀ। ਤਾਂ ਬਿਨਾਂ ਸਿੱਖੇ ਕੁਝ ਵੀ ਨਹੀਂ ਹੁੰਦਾ। ਜੇ ਅਸੀਂ ਸਿੱਖੇ ਜਾਵਾਂਗੇ ਤਾਂ ਆਪਾਂ ਉਹਦੇ ਉੱਪਰ ਪਹੁੰਚ ਜਾਣਾ। ਮਤਲਬ ਇਹ ਹੁੰਦਾ ਕਿੱਦਾਂ? ਜਿੱਦਾਂ ਮੰਨ ਲਓ ਕਿਸੇ ਨੇ GSM ਸਟਾਰਟ ਕੀਤੀ, ਬਹੁਤ ਸਾਰੇ ਲੋਕ ਕੰਮ ਕਿਉਂ ਛੱਡ ਦਿੰਦੇ? ਜਿਹੜੇ ਲੋਕ ਅੱਜ ਦੇ ਵਿੱਚ ਹੀ ਕੰਮ ਛੱਡ ਜਾਂਦੇ, ਸਟਾਰਟਿੰਗ ਵਿੱਚ ਹੀ ਕੰਮ ਛੱਡ ਜਾਂਦੇ, ਉਹ ਹੁੰਦੇ ਫਿਕਸ ਮਾਈਂਡਸੈਟ ਵਾਲੇ। ਕਿਉਂ? ਕਿਉਂਕਿ ਉਹਨਾਂ ਨੇ ਬਿਨਾਂ ਪਲੈਨਿੰਗ ਤੋਂ, ਬਿਨਾਂ ਸਿੱਖੇ ਜਦੋਂ ਕੰਮ ਸ਼ੁਰੂ ਕਰਦੇ ਆ, ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੇ, ਤਾਂ ਉਹ ਕਹਿੰਦੇ ਇਹ ਕੰਮ ਚੱਲ ਹੀ ਨਹੀਂ ਸਕਦਾ, ਇਹ ਕੰਮ ਹੋ ਹੀ ਨਹੀਂ ਸਕਦਾ, ਮੈਂ ਕਰ ਹੀ ਨਹੀਂ ਸਕਦਾ, ਤੇ ਉਹ ਛੱਡ ਜਾਂਦੇ। ਠੀਕ ਹੈ ਜੀ। ਜਦੋਂ ਉਹਨਾਂ ਨੂੰ 5-7 ਦਿਨ, ਹਫ਼ਤਾ, ਮਹੀਨਾ ਰਿਜ਼ਲਟ ਨਹੀਂ ਮਿਲਦੇ, ਉਹ ਛੱਡ ਦਿੰਦੇ। ਪਰ ਜੇ ਅਸੀਂ ਵੀ ਸੀਗੇ, ਸਾਨੂੰ ਵੀ ਮਹੀਨਾ 2-2 ਮਹੀਨੇ, ਕਈ ਵਾਰ 3 ਮਹੀਨੇ ਵੀ ਜ਼ੀਰੋ ID, ਸਟਾਰਟਿੰਗ ਵਿੱਚ 3-3 ਮਹੀਨੇ ਵੀ ਜ਼ੀਰੋ ID ਆਉਂਦੀ ਸੀ। ਅਸੀਂ ਪਰ ਛੱਡਿਆ ਨਹੀਂ, ਲਗਾਤਾਰ ਕੰਮ 'ਚ ਲੱਗੇ ਰਹੇ, ਪਲਾਨ ਕਰਨ ਲੱਗੇ ਰਹੇ, ਤੇ ਪਲਾਨ ਕਰਨ ਲਗਾਤਾਰ ਨਾਲ ਕੀ ਹੋਇਆ? ਅੱਜ 85,000 ਲੋਕਾਂ ਦੀ ਟੀਮ। ਠੀਕ ਹੈ ਜੀ। ਤੇ ਫਿਕਸ ਮਾਈਂਡਸੈਟ ਵਾਲੇ ਕਹਿੰਦੇ ਨਹੀਂ, ਮੇਰੇ ਬੱਸ ਦੀ ਗੱਲ ਨਹੀਂ। ਜਿਹੜੇ ਲੋਕੀ ਕਹਿੰਦੇ ਨਾ ਮੇਰੇ ਬੱਸ ਦੀ ਗੱਲ ਨਹੀਂ, ਤਾਂ ਉਹ ਫਿਕਸ ਮਾਈਂਡਸੈਟ ਆ। ਚੇਂਜ ਇਟ ਇਨਟੂ ਗਰੋਥ ਮਾਈਂਡਸੈਟ। ਮੇਰੇ ਬੱਸ ਦੀ ਗੱਲ ਹੈਗੀ ਆ, ਮੈਂ ਕਰ ਸਕਦਾ। ਕਰਨਾ ਕਿੱਦਾਂ? ਬਸ ਸਿੱਖਣ ਦੀ ਲੋੜ ਆ। ਬਸ ਮੈਂ ਹਫਤਾ, 15 ਦਿਨ, 20 ਦਿਨ ਟ੍ਰੇਨਿੰਗ ਲਗਾਣੀ ਆ ਆਨਲਾਈਨ, ਫਿਰ ਮੈਂ 5-7 ਬੰਦਿਆਂ ਨੂੰ ਗਲਤ ਪਲਾਨ ਕਰਨਾ, ਤੇ 10ਵਾਂ 11ਵਾਂ ਪਲਾਨ ਮੇਰਾ ਸਹੀ ਹੋ ਜਾਣਾ। ਜੇ ਇਦਾਂ ਦੀ ਸੋਚ ਹੋਊਗੀ, ਇਹ ਹੁੰਦੀ ਗਰੋਥ ਮਾਈਂਡਸੈਟ। ਗਰੋਥ ਮਾਈਂਡਸੈਟ ਕੀ ਹੁੰਦਾ? ਕਿ ਮੈਂ ਗਲਤ ਕਰੂੰਗਾ ਤੇ ਸਹੀ ਹੋਣਾ। ਤੇ ਜਿਹੜੇ ਫਿਕਸ ਮਾਈਂਡਸੈਟ ਹੁੰਦੇ, ਉਹ ਕਹਿੰਦੇ ਪਹਿਲਾਂ ਮੈਨੂੰ ਸਹੀ ਆ ਜਾਵੇ, ਪਹਿਲਾਂ ਚੰਗੀ ਤਰ੍ਹਾਂ ਪਲਾਨ ਕਰਨਾ, ਫਿਰ ਮੈਂ ਸਹੀ ਹੋ ਜਾਣਾ। ਇਦਾਂ ਫਿਕਸ ਮਾਈਂਡਸੈਟ ਨਹੀਂ ਬਣਨਾ, ਆਪਾਂ ਗਰੋਥ ਮਾਈਂਡਸੈਟ ਬਣਨਾ। ਹਰੇਕ ਗੁਣ ਅਸੀਂ ਆਪਣੇ ਅੰਦਰ ਵਿਕਸਿਤ ਕਰ ਸਕਦੇ ਹਾਂ, ਗਰੋਥ ਮਾਈਂਡਸੈਟ। ਇਹ ਐਗਜ਼ਾਮਪਲ ਲਈ ਸਟੇਜ ਤੇ ਬੋਲਣ ਦੀ, ਤੁਸੀਂ ਪਲਾਨ ਵੀ ਵਧੀਆ ਕਰ ਸਕਦੇ ਆ, ਤੁਸੀਂ 4 ਬੇਸਿਕ ਵੀ ਵਧੀਆ ਲਗਾ ਸਕਦੇ ਆ, ਤੁਸੀਂ ਸਟੇਜ ਤੇ ਵੀ ਬੋਲ ਸਕਦੇ ਆ, ਤੁਸੀਂ ਟੀਮ ਮੈਨੇਜਮੈਂਟ ਵੀ ਕਰ ਸਕਦੇ ਆ, ਜ਼ਬਰਦਸਤ ਪਲੈਨਿੰਗ ਕਰ ਸਕਦੇ ਆ, ਜਿੰਨੀਆਂ ਮਰਜ਼ੀ ਆਈਡੀਆਂ ਪਾ ਸਕਦੇ ਆ। ਕਲੀਅਰ ਜੀ? ਦੂਸਰਾ ਪੁਆਇੰਟ ਹੋ ਗਿਆ। ਉਸ ਤੋਂ ਬਾਅਦ ਆ ਗਿਆ ਤੀਸਰਾ ਪੁਆਇੰਟ ਕੀ ਆ? ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਹੁੰਦੇ ਨਾ, ਨਿਸ਼ਚਿਤ ਮਾਨਸਿਕਤਾ ਵਾਲੇ ਲੋਕ ਹੁੰਦੇ, ਉਹਨਾਂ ਨੂੰ ਰਿਜ਼ਲਟ ਚਾਹੀਦੇ ਹੁੰਦੇ, ਰਿਜ਼ਲਟ, ਆਊਟਕਮ ਚਾਹੀਦੀ ਹੁੰਦੀ, ਉਹ ਵੀ ਛੇਤੀ ਮਿਲ ਜਾਵੇ। ਜਰਾ ਅੱਜ ਪਲਾਨ ਕਰੀਏ, ਨਾਲ ਹੀ ਬੰਦਾ ਜੁੜ ਜਾਵੇ, ਜੇ ਨਾਲ ਗੱਲ ਕਰੀਏ ਉਹ ਹਾਂ ਕਰ ਦੇਵੇ, ਉਸੇ ਵੇਲੇ ਰਿਜ਼ਲਟ ਚਾਹੀਦੇ ਕਹਿੰਦੇ ਸਾਨੂੰ, ਉਸੇ ਵੇਲੇ। ਪਰ ਗਰੋਥ ਮਾਈਂਡਸੈਟ ਵਾਲਿਆਂ ਨੂੰ ਪਤਾ ਹੁੰਦਾ ਕਿ ਰਿਜ਼ਲਟ ਜਿਹੜੇ ਆ ਨਾ, ਉਸੇ ਵੇਲੇ ਨਹੀਂ ਆਉਂਦੇ। ਪਹਿਲੀ ਗੱਲ ਤਾਂ ਗਰੋਥ ਮਾਈਂਡਸੈਟ ਵਾਲੇ ਕਦੇ ਵੀ ਰਿਜ਼ਲਟ ਵਾਸਤੇ ਕੰਮ ਕਰਦੇ ਹੀ ਨਹੀਂ, ਉਹ ਕੰਮ ਕਰਦੇ ਆ ਸਿੱਖਣ ਵਾਸਤੇ। ਕਾਹਦੇ ਵਾਸਤੇ ਜੀ?
ਹਾਂ, ਸਿੱਖਣ ਵਾਸਤੇ ਉਹਨਾਂ ਨੂੰ ਪਤਾ ਆ ਕਿ ਜੇ ਅਸੀਂ ਕੰਮ ਕਰਦੇ ਰਵਾਂਗੇ ਕੰਮ ਕਰਦੇ ਰਵਾਂਗੇ ਕੰਮ ਕਰਦੇ ਰਵਾਂਗੇ ਤੇ ਰਿਜ਼ਲਟ ਆਟੋਮੈਟਿਕਲੀ ਆਣੇ ਜਿਹੜੇ ਆ ਉਹ ਸ਼ੁਰੂ ਹੋ ਜਾਣੇ ਆ। ਪਰ ਜਦੋਂ ਫਿਕਸ ਮਾਈਂਡਸੈਟ ਵਾਲੇ ਲੋਕ ਗੱਲ ਕਰ ਕੰਮ ਕਰਦੇ ਨਾ, ਜੇ ਤਾਂ ਉਹਨਾਂ ਨੇ ਪਲਾਨ ਕੀਤਾ ਹਾਂ ਹੋ ਗਈ, ਵਾਓ ਬਹੁਤ ਵਧੀਆ ਕੰਮ ਚੱਲਦਾ ਬੱਲੇ ਬੱਲੇ। ਜੇ ਪਲਾਨ ਕੀਤਾ ਨਾ ਹੋ ਗਈ, ਕੰਮ ਚੱਲਦਾ ਹੀ ਨਹੀਂ ਯਾਰ। 5 ਪਲਾਨ ਕੀਤੇ ਹਾਂ ਹੋ ਗਈ 5 ਬੰਦਿਆਂ ਦੀ, ਤਾਂ ਮੈਂ ਤਾਂ ਚੱਕ ਨੂੰ ਫੱਟੇ, ਮੈਂ ਤਾਂ ਹੁਣ ਦੇਖੋ ਮੋਟਰਸਾਈਕਲ ਕਰ ਦੇਣਾ 4 ਮਹੀਨਿਆਂ 'ਚ 3 ਮਹੀਨਿਆਂ 'ਚ। ਤੇ ਜਦੋਂ ਅਗਲੇ 5 ਪਲਾਨ ਕੀਤੇ ਨਾ ਹੋ ਗਈ, ਨਹੀਂ 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 ਮੇਰਾ ਤਾਂ 12 ਵੀ ਮੁਸ਼ਕਲ ਹੈ ਜੀ, ਹੈ ਨਹੀਂ ਹੋਣਾ। ਉਹ ਫਿਕਸ ਮਾਈਂਡਸੈਟ, ਫਿਕਸ ਮਾਈਂਡ, ਹੁਣ ਧਿਆਨ ਨਾਲ ਨੋਟ ਕਰਨਾ, ਫਿਕਸ ਮਾਈਂਡਸੈਟ ਵਾਲੇ ਲੋਕ ਰਿਜ਼ਲਟ ਵਾਸਤੇ ਕੰਮ ਕਰਦੇ ਆ ਤੇ ਗਰੋਥ ਮਾਈਂਡਸੈਟ ਵਾਲੇ ਲੋਕ ਕੰਮ ਕਰਨ ਵਾਸਤੇ ਕੰਮ ਕਰਦੇ ਆ, ਸਿੱਖਣ ਵਾਸਤੇ ਕੰਮ ਕਰਦੇ ਆ, ਆਪਣੇ ਆਪ ਨੂੰ ਇੰਪਰੂਵ ਕਰਨ ਵਾਸਤੇ ਕੰਮ ਕਰਦੇ ਆ। ਆਪਾਂ ਥੋੜੇ ਟਾਈਮ ਪਹਿਲਾਂ ਸ਼ਾਇਦ ਮਹੀਨਾ ਡੇਢ 2 ਮਹੀਨੇ ਪਹਿਲਾਂ ਆਪਾਂ ਇੱਕ ਟ੍ਰੇਨਿੰਗ ਲਗਾਈ ਸੀ। ਉਹਦੇ ਵਿੱਚ ਆਪਾਂ ਇੱਕ ਪੁਆਇੰਟ ਡਿਸਕਸ ਕੀਤਾ ਸੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਵਾਸਤੇ, ਕਿ ਜਦੋਂ ਵੀ ਆਪਾਂ ਕਾਮਯਾਬੀ ਦੀ ਰਸਤੇ ਵਿੱਚ ਹੈ ਨਾ, ਤੇ ਇੰਜੋਏ ਦਾ ਜਰਨੀ ਇੱਕ ਪੁਆਇੰਟ ਸੀਗਾ ਨਾ, ਇੰਜੋਏ ਦਾ ਜਰਨੀ। ਗਰੋਥ ਮਾਈਂਡਸੈਟ ਵਾਲੇ ਕਦੇ ਵੀ ਸਕਸੈਸ ਪਿੱਛੇ ਨਹੀਂ ਦੌੜਦੇ, ਉਹ ਸਕਸੈਸ ਪਾਉਣ ਵਾਸਤੇ ਜਿਹੜੀ ਜਰਨੀ ਹੈ ਨਾ, ਯਾਤਰਾ ਹੈ ਜਿਹੜੀ, ਉਹਨੂੰ ਇੰਜੋਏ ਕਰਦੇ, ਕੰਮ ਕਰਨ ਨੂੰ ਇੰਜੋਏ ਕਰਦੇ, ਪਲਾਨ ਕਰਨ ਨੂੰ ਇੰਜੋਏ ਕਰਦੇ। ਹਾਂ ਹੋ ਰਹੀ ਹੈ ਨਾ ਹੋ ਰਹੀ ਹੈ ਉਹ ਨਹੀਂ ਦੇਖਦੇ, ਉਹਨਾਂ ਨੂੰ ਪਤਾ ਜੇ ਹਾਂ ਹੋ ਰਹੀ ਆ ਤਾਂ ਵੀ ਅਸੀਂ ਇੰਪਰੂਵ ਕਰ ਰਹੇ ਹਾਂ, ਜੇ ਨਾ ਹੋ ਰਹੀ ਹੈ ਤਾਂ ਆਪਾਂ ਡਬਲ ਇੰਪਰੂਵ ਕਰ ਰਹੇ ਹਾਂ। ਕਿਉਂਕਿ ਜਿਹੜਾ ਬੰਦਾ ਨਾ ਕਰ ਰਿਹਾ ਨਾ, ਉਹ ਸਾਨੂੰ ਜ਼ਿਆਦਾ ਸਿਖਾ ਰਿਹਾ। ਤੇ ਲੋਕ ਜਿਹੜੇ ਨਾ ਤੋਂ ਜ਼ਿਆਦਾ ਖੁਸ਼ ਹੁੰਦੇ ਆ ਗਰੋਥ ਮਾਈਂਡਸੈਟ ਵਾਲੇ। ਤੇ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਆ, ਗਰੋਥ ਮਾਈਂਡਸੈਟ ਵਾਲਾ ਬਣਨਾ ਚਾਹੁੰਦੇ ਆ, ਰਿਜ਼ਲਟ ਵਾਸਤੇ ਕੰਮ ਨਹੀਂ ਕਰਨਾ, ਪੈਸੇ ਪਿੱਛੇ ਨਹੀਂ ਦੌੜਨਾ, ਸਿੱਖਣ ਪਿੱਛੇ ਦੌੜਨਾ। ਕਿਉਂਕਿ ਅਰਨਿੰਗ ਜਿਹੜੀ ਹੈ ਨਾ, ਅਰਨਿੰਗ ਉਹ ਵਰਕਿੰਗ ਨਾਲ ਨਹੀਂ ਹੁੰਦੀ, ਅਰਨਿੰਗ ਜਿਹੜੀ ਆ ਲਰਨਿੰਗ ਨਾਲ ਹੁੰਦੀ ਆ। ਲਰਨਿੰਗ ਨਾਲ ਸਿੱਖੋਗੇ। 3 ਇਡੀਅਟ ਦਾ ਡਾਇਲੋਗ ਸਾਰਿਆਂ ਨੂੰ ਪਤਾ, ਪੈਸੇ ਪਿੱਛੇ ਕੰਮ ਨਹੀਂ ਕਰਨਾ, ਕਾਬਿਲ ਬਣਨਾ, ਕਾਬਿਲ। ਜਦੋਂ ਤੁਸੀਂ ਕਾਬਿਲ ਬਣ ਗਏ, ਪੈਸਾ ਜਖ ਮਾਰ ਕੇ ਤੁਹਾਡੇ ਪਿੱਛੇ ਆਏਗਾ। ਕਲੀਅਰ ਜੀ। ਤੇ ਗਰੋਥ ਮਾਈਂਡਸੈਟ ਸਿੱਖਣ ਵਾਸਤੇ ਕੰਮ ਕਰਨਾ, ਇੰਜੋਏ ਦਾ ਜਰਨੀ, ਔਰ ਕਰਮ ਤੇ ਫੋਕਸ ਕਰਨਾ। ਫਿਕਸ ਮਾਈਂਡਸੈਟ ਵਾਲੇ ਲੋਕ ਫਲ ਤੇ ਫੋਕਸ ਕਰਦੇ ਆ ਕਿ ਛੇਤੀ ਛੇਤੀ ਫਲ ਮਿਲੇ, ਔਰ ਗਰੋਥ ਮਾਈਂਡਸੈਟ ਵਾਲੇ ਲੋਕ ਜਿਹੜੇ ਆ ਉਹ ਕਰਮ ਤੇ ਫੋਕਸ ਕਰਦੇ ਆ, ਕਰਮ। ਪਰ ਐਕਚੁਅਲ ਦੇ ਵਿੱਚ ਕਰਮ ਸਾਡੇ ਹੱਥ 'ਚ ਆ, ਫਲ ਉੱਪਰ ਆ। ਜਿਹੜੇ ਫਿਕਸ ਮਾਈਂਡਸੈਟ ਵਾਲੇ ਆ, ਜਿਹੜਾ ਪ੍ਰਮਾਤਮਾ ਦੇ ਹੱਥ ਆ ਨਾ ਫਲ, ਉਹਦੇ ਤੇ ਜ਼ਿਆਦਾ ਫਿਕਸ ਮਤਲਬ ਕਿ ਡਿਪੈਂਡਡ ਆ, ਉਹਦੇ ਤੇ ਫੋਕਸ ਕਰਦੇ ਆ ਕਿ ਫਲ ਜਲਦੀ ਆਵੇ। ਆਪਣੇ ਹਿੱਸੇ ਦਾ ਕਰਮ ਜਿਹੜਾ ਕਰਨਾ ਨਾ, ਪਲਾਨ ਜਿਹੜਾ ਕਰਨਾ, ਉਹ ਮਹੀਨੇ 'ਚ 4 ਦਿਨ ਹੀ ਕਰਨਾ, ਤੇ ਆਈਡੀਆ ਭਾਵੇਂ ਮਹੀਨੇ ਦੀ ਰੋਜ਼ ਆਣ, ਹਨਾ। ਤੇ ਜਿਹੜੇ ਗਰੋਥ ਮਾਈਂਡਸੈਟ ਵਾਲੇ ਆ, ਉਹ ਆਪਣੇ ਹਿੱਸੇ ਜਿਹੜਾ ਕਰਮ ਆ ਨਾ, ਕਰਮ ਤੇ ਪਲਾਨ ਕਰਨ ਤੇ ਫੋਕਸ ਕਰਦੇ ਆ, ਫਲ ਪ੍ਰਮਾਤਮਾ ਆਪੇ ਦਿੰਦਾ। ਅਸੀਂ ਗਰੋਥ ਮਾਈਂਡਸੈਟ ਵਾਲੇ ਬਣਨਾ, ਕਰਮ ਤੇ ਫੋਕਸ ਕਰਨਾ, ਰੋਜ਼ ਪਲਾਨ ਕਰਨੇ। 3 ਪੁਆਇੰਟ ਕਲੀਅਰ ਹੋ ਗਏ। ਚੌਥਾ ਪੁਆਇੰਟ, ਠੀਕ ਹੈ ਜੀ। ਚੌਥਾ ਪੁਆਇੰਟ ਕੀ ਆ, ਫਿਕਸ ਮਾਈਂਡਸੈਟ ਵਾਲੇ ਲੋਕ ਜਿਹੜੇ ਆ ਨਾ, ਜਦੋਂ ਉਹਨਾਂ ਕੋਲ ਜ਼ਿੰਦਗੀ 'ਚ ਕੁਝ ਨਹੀਂ ਹੁੰਦਾ, ਮੰਨ ਲਓ ਕੋਈ ਰਿਜ਼ਲਟ ਨਹੀਂ ਆਇਆ, ਜ਼ਿੰਦਗੀ 'ਚ ਕਾਮਯਾਬ ਨਹੀਂ ਹੋਏ, ਪੈਸਾ ਨਹੀਂ ਆਇਆ, ਤਾਂ ਉਹ ਆਪਣੀ એનર્ਜੀ ਜਿਹੜੀ ਹੈ ਨਾ, ਆਪਣਾ ਫੋਕਸ ਜਿਹੜਾ ਆ ਦੂਸਰਿਆਂ ਨੂੰ ਬਲੇਮ ਕਰਨ ਤੇ ਲਗਾਉਂਦੇ। ਅਪਲਾਈਨ ਨੇ ਸਾਥ ਨਹੀਂ ਦਿੱਤਾ, ਔਰ ਡਾਊਨਲਾਈਨ ਚੱਲਦੀ ਹੀ ਨਹੀਂ, ਆ ਕੰਪਨੀ 'ਚ ਇਦਾਂ ਹੋ ਗਿਆ, ਆ ਉਧਰ ਆਹ ਹੋ ਗਿਆ, ਆਹ ਤੇ ਕੰਪਨੀ ਵਾਲੇ ਪੈਸੇ ਨਹੀਂ ਐਂਡ 'ਚ ਮੋੜਦੇ, ਹਨਾ। ਇਦਾਂ ਦੀਆਂ ਚੀਜ਼ਾਂ ਜਿਹੜੇ ਲੋਕ ਬੋਲਦੇ ਆ ਨਾ, ਉਹ ਫਿਕਸ ਮਾਈਂਡਸੈਟ ਵਾਲੇ ਆ। ਜਿਹੜੇ ਕਹਿੰਦੇ ਨਾ ਮੇਰਾ ਕੰਮ ਪਤਾ ਕਿਉਂ ਨਹੀਂ ਚੱਲਿਆ, ਕਿਉਂਕਿ ਕੰਪਨੀ ਐਂਡ 'ਚ ਪੈਸੇ ਨਹੀਂ ਦਿੰਦੀ। ਮੇਰਾ ਕੰਮ ਪਤਾ ਕਿਉਂ ਨਹੀਂ ਚੱਲਿਆ, ਮੇਰੀ ਅਪਲਾਈਨ ਨੇ ਸਾਥ ਨਹੀਂ ਦਿੱਤਾ। ਮੇਰਾ ਕੰਮ ਪਤਾ ਕਿਉਂ ਨਹੀਂ ਚੱਲਦਾ, ਉਹ ਡਾਊਨਲਾਈਨ ਨਹੀਂ ਚੱਲਦੀ। ਫਿਕਸ ਮਾਈਂਡਸੈਟ ਵਾਲੇ ਲੋਕ, ਗਰੋਥ ਮਾਈਂਡਸੈਟ ਵਾਲੇ ਲੋਕ ਹਰ ਇੱਕ ਚੀਜ਼ ਦੀ ਰਿਸਪੌਂਸਿਬਿਲਟੀ, ਜ਼ਿੰਮੇਵਾਰੀ ਆਪਣੇ ਉੱਪਰ ਲੈਂਦੀ ਆ। ਕੰਮ ਚੱਲਦਾ ਤਾਂ ਮੇਰੇ ਕਰਕੇ ਚੱਲਦਾ, ਕੰਮ ਨਹੀਂ ਚੱਲਦਾ ਤਾਂ ਵੀ ਮੇਰੇ ਕਰਕੇ ਚੱਲਦਾ। ਵੈਸੇ ਵਧੀਆ ਗਰੋਥ ਮਾਈਂਡਸੈਟ ਸਕਸੈਸਫੁਲ ਲੋਕ ਪਤਾ ਕੀ ਕਹਿੰਦੇ, ਕਹਿੰਦੇ ਜੇ ਕੰਮ ਚੱਲਦਾ ਆ ਤਾਂ ਮੇਰੀ ਡਾਊਨਲਾਈਨ ਜਾਂ ਅਪਲਾਈਨ ਕਰਕੇ ਚੱਲਦਾ, ਤੇ ਜੇ ਕੰਮ ਨਹੀਂ ਚੱਲਦਾ ਨਾ ਤਾਂ ਮੇਰੇ ਕਰਕੇ ਨਹੀਂ ਚੱਲਦਾ। ਤੇ ਫਿਕਸ ਮਾਈਂਡਸੈਟ ਵਾਲੇ ਉਲਟੀ ਹੁੰਦੇ ਆ, ਜਦੋਂ ਚੱਲਦਾ ਮੈਂ ਚਲਾਇਆ, ਤੇ ਜਦੋਂ ਨਹੀਂ ਚੱਲਦਾ ਉੱਪਰ ਥੱਲੇ ਕੁਝ ਚੱਲਦਾ ਹੀ ਨਹੀਂ, ਮੈਂ ਕੀ ਕਰਾਂ। ਠੀਕ ਹੈ ਨਾ। ਤੇ ਅਸੀਂ ਕਿਹੜੇ ਬਣਨਾ, ਗਰੋਥ ਮਾਈਂਡਸੈਟ ਵਾਲੇ, ਆਪਣੇ ਦੀ ਜ਼ਿੰਮੇਵਾਰੀ ਲੈਣੀ। ਤੁਸੀਂ ਦੇਖਿਆ ਨਾ ਕਈ ਲੋਕੀ ਸਰਕਾਰ ਇਦਾਂ ਦੀ ਆ ਮੇਰੇ ਦਾਦਾ ਜੀ ਨੇ ਕੁਝ ਨਹੀਂ ਕੀਤਾ, ਮੇਰੇ ਪਿਤਾ ਜੀ ਨੇ ਵੀ ਜੇ ਕਿਤੇ ਪੈਸੇ ਪੂਸੇ ਜੋੜੇ ਹੁੰਦੇ ਨਾ, ਕਿਤੇ ਇੱਧਰ ਕੀਤਾ ਹੁੰਦਾ, ਤੇ ਮੈਨੂੰ ਕੋਈ ਬੜਾ ਪਿਆ ਹੋਣਾ ਸੀ। ਮੇਰੇ ਮੰਮੀ ਡੈਡੀ ਨੇ ਕੁਝ ਨਹੀਂ ਕੀਤਾ, ਮੇਰੇ ਸਰਕਾਰ ਨੇ ਇੱਧਰ ਕੁਝ ਨਹੀਂ ਕੀਤਾ। ਉਹ ਜਿਹੜੇ ਇਦਾਂ ਦੀਆਂ ਚੀਜ਼ਾਂ ਬੋਲਦੇ ਆ, ਉਹ ਫਿਕਸ ਮਾਈਂਡਸੈਟ ਵਾਲੇ ਆ। ਤੇ ਗਰੋਥ ਮਾਈਂਡਸੈਟ ਵਾਲੇ ਕਹਿੰਦੇ ਸਾਰਾ ਕੁਝ ਮੇਰੇ ਕੋਲ ਆ, ਮੈਂ ਹੀ ਸਭ ਕੁਝ ਕਰਨਾ, ਆਪਣੇ ਆਪ ਤੇ ਜ਼ਿੰਮੇਵਾਰੀ ਲੈਂਦੇ। ਕਲੀਅਰ ਜੀ।
ਤਾਂ ਅਸੀਂ ਬਣਨਾ ਗਰੋਥ ਮਾਈਂਡਸੈਟ ਵਾਲੇ। ਕਿਸੇ ਨੂੰ ਬਲੇਮ ਨਹੀਂ ਕਰਨਾ, ਕਿਸੇ ਨੂੰ ਬਲੇਮ ਨਹੀਂ ਕਰਨਾ, ਜੇ ਕੰਮ ਚਲਾਣਾ ਤੇ ਮੈਂ ਚਲਾਣਾ, ਠੀਕ ਹੈ ਜੀ। ਉਧਰੋਂ ਸਪੋਰਟ ਮਿਲੇਗੀ, ਉਧਰੋਂ ਹਾਂ ਸਾਥ ਮਿਲੇਗਾ, ਕੰਮ ਚਲਾਣਾ ਤੇ ਮੈਂ ਚਲਾਣਾ। 4 ਪੁਆਇੰਟ ਕਲੀਅਰ ਹੋ ਗਏ। ਪੰਜਵਾਂ ਪੁਆਇੰਟ ਕੀ ਆ, ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਆ ਨਾ, ਉਹ ਜਦੋਂ ਕੋਈ ਉਹਨਾਂ ਨੂੰ ਨਵੀਂ ਚੀਜ਼ ਪਤਾ ਲੱਗਦੀ ਜਾਂ ਸਮਝ ਨਹੀਂ ਆਉਂਦੀ, ਹਮੇਸ਼ਾ ਸਵਾਲ ਪੁੱਛਣ ਤੋਂ ਉਹ ਘਬਰਾਉਂਦੇ ਆ, ਸਵਾਲ ਪੁੱਛਣ ਤੋਂ ਡਰਦੇ ਆ, ਠੀਕ ਹੈ ਨਾ। ਜਿੱਦਾਂ ਅਸੀਂ ਬਚਪਨ 'ਚ ਜਦੋਂ ਸਕੂਲਾਂ 'ਚ ਪੜ੍ਹਦੇ ਸੀਗੇ ਤਾਂ ਮਾਸਟਰ ਨੇ ਸਵਾਲ ਸਮਝਾ ਦੇਣਾ, ਫਿਰ ਉਹਨੇ ਪੁੱਛਣਾ ਹਾਂਜੀ ਪੁੱਛੋ, ਜੇ ਕਿਸੇ ਨੂੰ ਕੋਈ ਸਮਝ ਨਹੀਂ ਆਇਆ ਤਾਂ ਪੁੱਛ ਸਕਦਾ। ਬਹੁਤ ਸਾਰੇ ਸਟੂਡੈਂਟ ਨੂੰ ਸਮਝ ਨਹੀਂ ਆਉਂਦਾ ਸੀ, ਸਾਨੂੰ ਸਮਝ ਨਹੀਂ ਆਉਂਦਾ ਸੀ, ਔਰ ਅਸੀਂ ਹੱਥ ਖੜਾ ਨਹੀਂ ਕਰਦੇ ਸੀ। ਕਿਉਂ ਨਹੀਂ ਕਰਦੇ ਸੀ? ਕਿਉਂਕਿ ਜੇ ਅਸੀਂ ਹੱਥ ਖੜਾ ਕਰਤਾ ਬਾਕੀ ਕਹਿੰਦੇ ਲੈ ਇਹਨੂੰ ਸਮਝ ਨਹੀਂ ਆਇਆ, ਭਾਵੇਂ ਉਹਨਾਂ ਨੂੰ ਆਪ ਸਮਝ ਨਾ ਆਇਆ ਹੋਵੇ। ਮਤਲਬ ਫਿਕਸ ਮਾਈਂਡਸੈਟ ਵਾਲੇ ਲੋਕ ਜਿਹੜੇ ਆ, ਦੂਸਰਿਆਂ ਸਾਹਮਣੇ ਮੂਰਖ ਬਣਨਾ ਪਸੰਦ ਨਹੀਂ ਕਰਦੇ, ਦੂਸਰਿਆਂ ਸਾਹਮਣੇ ਸਟੂਪਿਡ ਬਣਨਾ ਪਸੰਦ ਨਹੀਂ ਕਰਦੇ। ਉਹਨਾਂ ਨੂੰ ਇਹ ਲੱਗਦਾ ਕਿ ਜੇ ਮੈਂ ਹੱਥ ਖੜਾ ਕਰਤਾ, ਜੇ ਮੈਂ ਇਹ ਸਵਾਲ ਪੁੱਛ ਲਿਆ ਤਾਂ ਲੋਕ ਕਿਤੇ ਮੈਨੂੰ ਸਟੂਪਿਡ ਨਾ ਸਮਝਣ, ਮੈਨੂੰ ਮੂਰਖ ਨਾ ਸਮਝਣ। ਤੇ ਇਹਦੇ ਵਿੱਚ ਇੱਕ ਉਹ ਬਹੁਤ ਵਧੀਆ ਲਾਈਨਾਂ ਵੀ ਹੈ ਨਾ, ਦੋ ਆਪਾਂ ਕਈ ਵਾਰ ਬੋਲਦੇ ਹੁੰਦੇ ਆ ਕਿ ਜੇ ਕੋਈ ਬੰਦਾ ਸਵਾਲ ਪੁੱਛ ਲੈਂਦਾ ਆ ਤਾਂ 5 ਮਿੰਟ ਵਾਸਤੇ ਮੂਰਖ ਬਣ ਸਕਦਾ, ਕਿ ਚਲੋ 2-5 ਮਿੰਟ ਹੱਸ ਲਿਆ ਕਿਸੇ ਨੇ ਕਿਹਾ ਜੀ ਸਵਾਲ ਨੂੰ ਸਮਝ ਨਹੀਂ ਆਇਆ। ਪਰ ਜੇ ਕੋਈ ਬੰਦਾ ਸਵਾਲ ਨਹੀਂ ਪੁੱਛਦਾ, ਉਹਨੂੰ ਸਮਝ ਨਹੀਂ ਆਇਆ ਔਰ ਉਹਨੇ ਪੁੱਛਿਆ ਵੀ ਨਹੀਂ, ਉਹ ਹਮੇਸ਼ਾ ਵਾਸਤੇ ਮੂਰਖ ਰਹਿ ਗਿਆ। ਕਿਉਂ? ਕਿਉਂਕਿ ਉਹਨੂੰ ਉਹ ਗੱਲ ਪਤਾ ਹੀ ਨਹੀਂ ਲੱਗੀ, ਉਹ ਸਵਾਲ ਸਮਝ ਨਹੀਂ ਆਇਆ, ਪੂਰੀ ਜ਼ਿੰਦਗੀ ਵਾਸਤੇ ਮੂਰਖ ਰਹਿ ਗਿਆ। ਤੇ ਨਵੀਆਂ ਚੀਜ਼ਾਂ, ਹੁਣ ਜਿੱਦਾਂ ਮੰਨ ਲਓ ਤੁਹਾਨੂੰ ਕਿਸੇ ਨੇ ਪਲਾਨ ਸਮਝਾਇਆ, ਤੁਹਾਡੀ ਡੱਪਲਾਈਨ ਨੇ ਕੁਝ ਸਮਝਾਇਆ ਔਰ ਉਹਨੇ ਪੁੱਛਿਆ ਕਿ ਹੁਣ ਦੱਸੋ ਕੁਝ ਨਹੀਂ ਸਮਝ ਆਇਆ ਤਾਂ ਪੁੱਛ ਸਕਦੇ ਆ, ਸਾਨੂੰ ਸਮਝ ਨਹੀਂ ਆਇਆ ਔਰ ਅਸੀਂ ਪੁੱਛਿਆ ਵੀ ਨਹੀਂ, ਤਾਂ ਅਸੀਂ ਹਮੇਸ਼ਾ ਲਈ ਮੂਰਖ ਰਹਿ ਗਏ। ਇਹ ਫਿਕਸ ਮਾਈਂਡਸੈਟ ਦੀ ਨਿਸ਼ਾਨੀ ਆ, ਜਦੋਂ ਅਸੀਂ ਨਵੀਆਂ ਚੀਜ਼ਾਂ ਪੁੱਛਣ ਤੋਂ ਘਬਰਾਉਂਦੇ ਆ, ਠੀਕ ਹੈ ਜੀ। ਕਿਉਂ? ਕਿਉਂਕਿ ਅਸੀਂ ਲੋਕਾਂ ਸਾਹਮਣੇ ਮੂਰਖ ਬਣਨ ਤੋਂ ਡਰਦੇ ਹਾਂ। ਪਰ ਗਰੋਥ ਮਾਈਂਡਸੈਟ ਵਾਲੇ ਪਰਵਾਹ ਨਹੀਂ ਮਾਰਦੇ ਲੋਕੀ ਕੀ ਕਹਿੰਦੇ ਆ। ਸਭਸੇ ਬੜਾ ਰੋਗ ਕਿਆ ਕहेंगे ਲੋਕ, ਉਹ ਕਹਿੰਦੇ ਲੋਕਾਂ ਦਾ ਤਾਂ ਕੰਮ ਹੀ ਆ, ਜੇ ਮੈਨੂੰ ਕੁਝ ਨਹੀਂ ਪਤਾ ਤੇ ਮੈਂ ਪੁੱਛਣਾ। ਕਈ ਵਾਰ ਕੀ ਹੁੰਦਾ, ਮਾਸਟਰ ਕੋਈ ਸਵਾਲ ਪੁੱਛਦਾ ਸੀ, ਉਹ ਕਹਿੰਦਾ ਸੀ ਕਿਸੇ ਨੂੰ ਸਵਾਲ ਦਾ ਜਵਾਬ ਆਂਦਾ ਹੱਥ ਖੜਾ ਕਰੋ, ਸਾਨੂੰ ਆਂਦਾ ਹੁੰਦਾ ਸੀ ਅਸੀਂ ਹੱਥ ਨਹੀਂ ਖੜਾ ਕਰਦੇ ਸੀ। ਮਤਲਬ ਆਪਾਂ ਵੀ ਇੱਦਾਂ ਕਰਦੇ ਸੀ, ਆਪਾਂ ਵੀ ਫਿਕਸ ਮਾਈਂਡਸੈਟ ਵਾਲੇ ਸੀ, ਅਸੀਂ ਕਿਹੜਾ ਜੀਐਸਐਮ ਜੁਆਇਨ ਕਰ ਲਈ ਸੀ ਉਦੋਂ। ਇਹ ਸਾਰੀਆਂ ਚੀਜ਼ਾਂ ਤਾਂ ਜੀਐਸਐਮ ਚ ਆ ਕੇ ਸਿੱਖ ਰਹੇ ਆ, ਠੀਕ ਹੈ ਜੀ। ਕਿ ਗਰੋਥ ਮਾਈਂਡਸੈਟ ਕੀ ਹੁੰਦਾ ਤੇ ਫਿਕਸ ਮਾਈਂਡਸੈਟ ਕੀ ਹੁੰਦਾ। ਕੋਈ ਹੱਥ ਨਹੀਂ ਖੜਾ ਕਰਦਾ ਸੀ, ਸਾਡਾ ਸਵਾਲ ਬਾਅਦ ਚ ਮੱਟਦਾ ਸੀ, ਇਹਦਾ ਜਵਾਬ ਆ ਤੇ ਉਹ ਇਹ ਤਾਂ ਮੈਨੂੰ ਪਤਾ ਸੀ, ਕਾਸ਼ ਮੈਂ ਹੱਥ ਖੜਾ ਕਰ ਦਿੰਦਾ। ਕਿਉਂ ਨਹੀਂ ਕੀਤਾ ਖੜਾ ਹੱਥ? ਫਿਕਸ ਮਾਈਂਡਸੈਟ ਸੀ। ਤੇ ਗਰੋਥ ਮਾਈਂਡਸੈਟ ਵਾਲੇ ਕੋਈ ਗੱਲ ਨਹੀਂ, ਗਲਤ ਤੇ ਹੋ ਜਾਊਗਾ, ਜਵਾਬ ਦੇ ਦੇਣਾ, ਠੀਕ ਹੈ ਜੀ। ਤੇ ਫਿਕਸ ਮਾਈਂਡਸੈਟ ਵਾਲੇ ਲੋਕ ਨਵੀਆਂ ਚੀਜ਼ਾਂ ਪੁੱਛਣ ਤੋਂ ਘਬਰਾਉਂਦੇ ਆ, ਪਰ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਆ ਨਾ, ਗਰੋਥ ਮਾਈਂਡਸੈਟ ਵਾਲੇ ਲੋਕ, ਉਹ ਨਵੀਆਂ ਚੀਜ਼ਾਂ ਪੁੱਛਣ ਤੋਂ ਘਬਰਾਉਂਦੇ ਨਹੀਂ, ਮੂਰਖ ਬਣਨ ਤੋਂ ਘਬਰਾਉਂਦੇ ਨਹੀਂ। ਉਹ ਕਹਿੰਦੇ ਅਸੀਂ ਕੰਮ ਕਰਨਾ ਜੋ ਮਰਜ਼ੀ ਲੋਕੀ ਕਹੀ ਜਾਣ, ਅਸੀਂ ਜਦ ਜਿਹੜੀ ਚੀਜ਼ ਫਾਇਦੇ ਵਾਲੀ ਹੈ ਪਲਾਨ ਕਰਨਾ ਤੇ ਕਰਨਾ। ਕਈ ਲੋਕੀ ਤਾਂ ਜੀਐਸਐਮ ਇਸ ਕਰਕੇ ਵੀ ਛੱਡ ਦਿੰਦੇ ਆ, ਜਦੋਂ ਪਲਾਨ ਕਰਦੇ ਆ ਨਾ ਤੇ ਲੋਕੀ ਹਾਂ ਕਿਹੜੇ ਕੰਮਾਂ 'ਚ ਪੈ ਗਿਆ, ਤੇ ਜਦੋਂ ਕੋਈ ਕਹਿੰਦਾ ਨਾ ਹਾਂ ਕਿਹੜੇ ਕੰਮਾਂ 'ਚ ਪੈ ਗਿਆ, ਤੇ ਫਿਕਸ ਮਾਈਂਡਸੈਟ ਵਾਲੇ ਲੋਕ ਨਾ ਉਹਨਾਂ ਦੀ ਗੱਲ ਸੁਣ ਕੇ ਕੰਮ ਹੀ ਛੱਡ ਦਿੰਦੇ। ਤੇ ਗਰੋਥ ਮਾਈਂਡਸੈਟ ਵਾਲੇ ਕਹਿੰਦੇ ਤੈਨੂੰ ਦੱਸੂਗਾ ਮੈਂ ਕਿਹੜੇ ਕੰਮਾਂ 'ਚ ਪਿਆ, ਜਦੋਂ ਮੇਰੀ ਗੱਡੀ ਆਈ ਨਾ ਤੈਨੂੰ ਮੈਂ ਦੱਸੂਗਾ ਕਿਹੜੇ ਕੰਮਾਂ 'ਚ ਪਿਆ। ਕਿਉਂਕਿ ਗਰੋਥ ਮਾਈਂਡਸੈਟ, ਉਹ ਕਿਸੇ ਦੀ ਗੱਲ ਸੁਣ ਕੇ ਪਲਾਨ ਕਰਨਾ ਨਹੀਂ ਛੱਡਦੇ। ਤੁਸੀਂ ਦੇਖ ਲਓ ਕਿ ਇਹਦੇ ਵਿੱਚ ਆ, ਫਿਕਸ ਮਾਈਂਡਸੈਟ 'ਚ ਤਾਂ ਨਹੀਂ, ਕਿਸੇ ਦੀ ਗੱਲ ਸੁਣ ਕੇ ਜੇ ਕੰਮ ਛੱਡਣ ਲੱਗਿਆ ਤਾਂ ਫਿਕਸ ਮਾਈਂਡਸੈਟ ਆ। ਗਰੋਥ ਮਾਈਂਡਸੈਟ ਬਣਾਉਣਾ, ਲੋਕੀ ਜੋ ਮਰਜ਼ੀ ਬੋਲਣ, ਸਭਸੇ ਬੜਾ ਰੋਗ ਕਿਆ ਕहेंगे ਲੋਕ, ਅਸੀਂ ਪਲਾਨ ਕਰਨਾ ਹੀ ਕਰਨਾ। ਕਲੀਅਰ ਜੀ। ਉਸ ਤੋਂ ਬਾਅਦ 5 ਪੁਆਇੰਟ ਕਲੀਅਰ ਹੋ ਗਏ। ਛੇਵਾਂ ਪੁਆਇੰਟ ਕੀ ਆ ਕਿ ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਆ, ਉਹ ਨਵੀਆਂ ਚੀਜ਼ਾਂ ਕਰਨ ਤੋਂ ਡਰਦੇ ਆ, ਠੀਕ ਹੈ ਜੀ। ਨਵੇਂ ਐਕਸਪੈਰੀਮੈਂਟ ਕਰਨ ਤੋਂ ਡਰਦੇ ਆ, ਕੋਈ ਚੀਜ਼ ਨੂੰ ਪਹਿਲੀ ਵਾਰ ਕਰਨ ਤੋਂ ਡਰਦੇ ਆ। ਜਿੱਦਾਂ ਤੁਸੀਂ ਛੋਟੀ ਜਿਹੀ ਉਦਾਹਰਨ ਲਓ, ਨਵੇਂ ਰੈਸਟੋਰੈਂਟ ਜਾ ਕੇ ਨਾ ਆਰਡਰ ਕਰਨ ਤੋਂ ਵੀ ਡਰਦੇ ਆ, ਹਨਾ। ਜਿੱਦਾਂ ਅਸੀਂ ਵੀ, ਮੈਂ ਵੀ, ਜਦੋਂ ਅਸੀਂ ਮੈਕਡੀ 'ਚ ਨਵੇਂ ਜਾਈਦੇ ਨਾ, ਮੈਕਡੀ 'ਚ ਜਾਣਾ ਜਾਂ ਡੋਮੀਨੋ ਜਾਣਾ, ਤੇ ਉੱਥੇ ਇੱਧਰ ਲਾਈਨ ਲੱਗੀ ਹੋਣੀ ਆ ਆਰਡਰ ਦੀ ਨਾ, ਉੱਥੇ ਆਰਡਰ ਦੇਣਾ ਪੈਂਦਾ ਤੇ ਅਸੀਂ ਡਰਨਾ ਹੈ ਆਰਡਰ ਕਿੱਦਾਂ ਦੇਵਾਂਗੇ। ਜਾਂ ਦੇਖੋ ਨਾ ਰੈਸਟੋਰੈਂਟ ਤੇ ਜਾਂਦੇ 4 ਦੋਸਤ, ਇੱਕ ਦੂਜੇ ਨੂੰ ਫੜਾਉਂਦੇ ਰਹੇ, ਮੈਨੂੰ ਤੂੰ ਘਰ ਆਰਡਰ ਕਰੋ ਜੀ, ਮੰਗਾਓ ਕੀ ਮੰਗਾਣਾ, ਨਹੀਂ ਤੁਸੀਂ ਮੰਗਾਓ, ਹਨਾ। ਮਤਲਬ ਕੀ ਆ ਕਿ ਨਵੀਆਂ ਚੀਜ਼ਾਂ ਕਰਨ ਤੋਂ, ਨਵੇਂ ਆਰਡਰ ਕਰਨ ਤੋਂ, ਨਵੀਆਂ ਚੀਜ਼ਾਂ ਕਰਨ ਤੋਂ ਘਬਰਾਉਂਦੇ ਆ, ਹਨਾ। ਤੇ ਜਿਹੜੇ ਗਰੋਥ ਮਾਈਂਡਸੈਟ ਵਾਲੇ ਹੁੰਦੇ ਨਾ, ਉਹ ਮੂਰਖ ਉਹ ਸੋਚਦੇ ਨਹੀਂ ਕਿ ਅਸੀਂ ਮੂਰਖ ਬਣਾਂਗੇ, ਉਹ ਜਿੱਦਾਂ ਆਂਦਾ ਜੋ ਆਂਦਾ ਉਹ ਬੋਲਦੇ ਆ, ਉਹਨਾਂ ਨੂੰ ਉਹ ਮੈਟਰ ਨਹੀਂ ਕਰਦਾ। ਫਿਕਸ ਮਾਈਂਡਸੈਟ ਵਾਲੇ ਕਹਿੰਦੇ ਆ ਕਿ ਜੇ ਆਪਾਂ ਸ਼ਾਇਦ ਗਲਤ ਨਾ ਬੋਲ ਹੋ ਜੇ, ਕੋਈ ਲੋਕੀ ਸਾਨੂੰ ਸਟੂਪਿਡ ਨਾ ਸਮਝਣ, ਮੂਰਖ ਨਾ ਸਮਝਣ, ਪਰ ਗਰੋਥ ਮਾਈਂਡਸੈਟ ਵਾਲੇ ਕਹਿੰਦੇ
ਆਰਡਰ ਕਰਨਾ, ਖਾਣਾ ਆਰਡਰ ਕਰ ਦੇਣਾ, ਜਿੱਦਾਂ ਦਾ ਸਾਨੂੰ ਆਰਡਰ ਆਉਂਦਾ ਉਦੋਂ ਦਾ ਕਰ ਦੇਣਾ, ਲੋਕੀ ਜੋ ਮਰਜ਼ੀ ਸੋਚੀ ਜਾਣ, ਆਪਾਂ ਖਾ ਕੇ ਵਿਹਲੇ ਹੋਣਾ। ਠੀਕ ਹੈ ਨਾ, ਜਿੱਦਾਂ ਉਹ ਪਤਾ ਨਹੀਂ ਕਿਹੜੇ ਕਮੇਡੀਅਨ ਨੇ ਬੜਾ ਵਧੀਆ ਬਣਾਇਆ ਸੀਗਾ, ਸ਼ਾਇਦ ਕਪਿਲ ਸ਼ਰਮਾ ਜੀ ਆਇਆ ਸੀ, ਉਹ ਕਹਿੰਦਾ ਪੰਜਾਬ 'ਚ ਨਾ ਬੜੇ ਤਗੜੇ ਤਗੜੇ ਅਮੀਰ ਅਮੀਰ ਹੈਗੇ ਆ ਲੋਕ, ਤੇ ਉਹ ਜਦੋਂ ਜਾਂਦੇ ਨਾ ਸ਼ੋਰੂਮ ਤੇ ਗੱਡੀ ਲੈਣ, ਤਾਂ ਉੱਥੇ ਜਾ ਕੇ ਗੱਡੀ 'ਚ ਕਹਿੰਦੇ ਗੱਡੀ ਲੈਣੀ ਜੀ, ਕਿਹੜੀ ਗੱਡੀ ਲੈਣੀ, ਉਹ ਗੱਡੀ ਜਿਹੜੀ ਨਾ ਚਾਰ ਕੜੇ ਇੱਕ ਦੂਜੇ 'ਚ ਜਿੱਦਾਂ ਫਸੇ ਹੁੰਦੇ ਚਾਰ ਕੜੇ, ਉਹ ਬੜੀ ਗੱਡੀ ਲੈਣੀ। ਮਤਲਬ ਬੰਦਾ ਆਡੀ ਲੈਣ ਗਿਆ, ਆਡੀ, ਔਰ ਉਹਨੂੰ ਆਡੀ ਦਾ ਨਾਮ ਹੀ ਨਹੀਂ ਪਤਾ, ਦੇਖੋ ਹਨਾ। ਤੇ ਉਹ ਜਿਹੜੇ ਕਾਮਯਾਬ ਲੋਕ ਹੁੰਦੇ ਉਹਨੂੰ ਘਬਰਾਉਂਦੇ, ਉਹ ਜਿਹੜੇ ਚਾਰ ਕੜਿਆਂ ਵਾਲੀ ਗੱਡੀ ਲੈਣੀ, ਚਾਰ ਕੜਿਆਂ ਵਾਲੀ ਗੱਡੀ, ਜਿਹੜੇ ਚਾਰ ਕੜੇ ਇੱਕ ਦੂਜੇ 'ਚ ਫਸੇ ਹੁੰਦੇ, ਆਡੀ ਗੱਡੀ ਦੀ ਗੱਲ ਕਰ ਰਿਹਾ ਮੈਂ, ਹਨਾ, ਉਹ 'ਚ ਚਾਰ ਕੜੇ ਹੁੰਦੇ ਨੇ ਤੇ ਇੱਕ ਦੂਜੇ 'ਚ ਫਸੇ। ਤਾਂ ਇਦਾਂ ਉਹ ਨਹੀਂ ਸੋਚਦੇ ਕਿ ਮਤਲਬ ਕੋਈ ਬੰਦਾ ਸਾਡੇ ਬਾਰੇ ਕੀ ਸੋਚ ਰਿਹਾ, ਅਸੀਂ ਨਹੀਂ ਸੋਚਣਾ। ਐਕਚੁਅਲ ਦੇ ਵਿੱਚ ਲੋਕ ਸਾਡੇ ਬਾਰੇ ਕੁਝ ਸੋਚਦੇ ਹੀ ਨਹੀਂ ਆ, ਇਹ ਤਾਂ ਸਾਡੇ ਦਿਮਾਗ 'ਚ ਜਾ ਕੇ ਸ਼ਾਇਦ ਲੋਕੀ ਸਾਨੂੰ ਦੇਖ ਕੇ ਕੁਝ ਸੋਚ ਰਹੇ ਆ, ਹੈ ਨਹੀਂ ਸੋਚਦਾ ਕੋਈ ਵੀ ਕੁਝ ਵੀ। ਉਹ ਜੇ ਸੋਚਦੇ ਵੀ ਨਾ ਤੇ 2 ਮਿੰਟ ਦੇਖਣਗੇ, ਘਰ ਜਾ ਕੇ ਭੁੱਲ ਜਾਂਦੇ ਵਿਚਾਰਿਆਂ ਦੀ ਜ਼ਿੰਦਗੀਆਂ 'ਚ ਆਪ ਕਿੰਨੀਆਂ ਟੈਨਸ਼ਨਾਂ, ਤੇ ਸਭ ਲੋਕ ਭੁੱਲ ਜਾਂਦੇ ਆ। ਅਸੀਂ ਕੀ ਕਰਨਾ, ਲੋਕੀ ਜੋ ਮਰਜ਼ੀ ਬੋਲਣ, ਅਸੀਂ ਮੂਰਖ ਬਣਨ ਤੋਂ ਨਹੀਂ ਘਬਰਾਉਣਾ। ਅਸੀਂ ਨਵੇਂ ਕੰਮ ਕਿਉਂ ਨਹੀਂ ਕਰਦੇ, ਸਟੇਜ ਤੇ ਕਿਉਂ ਨਹੀਂ ਚੜ੍ਹਦੇ, ਮੀਟਿੰਗ 'ਚ ਪਲਾਨ ਕਿਉਂ ਨਹੀਂ ਕਰਦੇ, ਹਾਏ ਜੀ ਮੇਰੇ ਤੋਂ ਗਲਤ ਹੋ ਗਿਆ ਤੇ ਫੇਰ ਕੀ ਗਲਤ ਹੋਇਆ, ਟ੍ਰੇਨਿੰਗ ਤਾਂ ਬਣਾਈ ਆਪਾਂ ਗਲਤ ਪਲਾਨ ਕਰਨ ਵਾਸਤੇ ਆ। ਜੇ ਤੁਹਾਡਾ ਪਲਾਨ ਸਹੀ ਹੁੰਦਾ ਫੇਰ ਆਪਾਂ ਤੁਹਾਨੂੰ ਟ੍ਰੇਨਿੰਗ ਹੀ ਕਾਹਤੋਂ ਦੇਣੀ ਸੀ, ਫੇਰ ਤਾਂ ਕਰੋ ਜਾ ਕੇ ਪਲਾਨ। ਟ੍ਰੇਨਿੰਗ ਬਣਾਈ ਇਸ ਕਰਕੇ ਆ ਕਿ ਉਹਦੇ ਵਿੱਚ ਆ ਕੇ ਗਲਤ ਪਲਾਨ ਕਰੋ ਤੇ ਅਸੀਂ ਤੁਹਾਡਾ ਪਲਾਨ ਸਹੀ ਕਰਾਂਗੇ। ਗਲਤ ਪਲਾਨ ਕਰੋ ਮਾਰਕੀਟ 'ਚ ਜਾ ਕੇ ਤਦੇ ਤਾਂ ਸਹੀ ਹੋਣਾ। ਤੇ ਜਿਹੜੇ ਫਿਕਸ ਮਾਈਂਡਸੈਟ ਵਾਲੇ ਉਹ ਗਲਤ ਕੰਮ ਕਰਦੇ ਹੀ ਨਹੀਂ ਪਹਿਲਾਂ, ਜਦੋਂ ਉਹ ਗਲਤ ਹੀ ਨਹੀਂ ਕਰੂਗੇ ਤਾਂ ਸਹੀ ਕਿੱਥੋਂ ਹੋਣਾ। ਸਹੀ ਕੰਮ ਉਦੋਂ ਹੁੰਦਾ ਜਦੋਂ ਪਹਿਲਾਂ ਕਿੰਨੀ ਵਾਰ ਗਲਤ ਹੋਣ ਤੋਂ ਬਾਅਦ, ਤੇ ਪਹਿਲਾਂ ਗਲਤ ਕਿੰਨੀ ਵਾਰ ਕਰਾਂਗੇ ਤਾਂ ਸਹੀ ਹੋਏਗਾ। ਸਾਡਾ ਪਲਾਨ ਸਹੀ ਹੋਇਆ, ਜਿਨ੍ਹਾਂ ਦਾ ਵੀ ਪਲਾਨ ਸਹੀ ਹੋਇਆ ਉਹਨਾਂ ਨੇ ਪਹਿਲਾਂ ਕਿੰਨੀ ਵਾਰ ਗਲਤ ਪਲਾਨ ਕੀਤਾ, ਤੇ ਗਲਤ ਪਲਾਨ ਕਿਉਂ ਕੀਤਾ, ਕਿਉਂਕਿ ਉਹਨਾਂ ਦਾ ਗਰੋਥ ਮਾਈਂਡਸੈਟ ਸੀ ਕਿ ਅਸੀਂ ਪਲਾਨ ਸਿੱਖਣਾ ਆ ਭਾਵੇਂ ਜਿੰਨੀ ਵਾਰ ਮਰਜ਼ੀ ਗਲਤ ਹੋਵੇ, ਉਹਨਾਂ ਨੇ ਸਿੱਖ ਲਿਆ। ਕਲੀਅਰ ਜੀ। ਤੇ ਇਹ ਹੋ ਗਿਆ 6ਵਾਂ ਪੁਆਇੰਟ, ਕਲੀਅਰ ਹੋ ਗਿਆ। 7ਵਾਂ ਪੁਆਇੰਟ, ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਆ ਨਾ, ਉਹ ਕੰਮ ਪਤਾ ਕਿਉਂ ਕਰਦੇ ਆ, ਲੋਕਾਂ ਦੀ ਪ੍ਰਸ਼ੰਸਾ ਪਾਉਣ ਵਾਸਤੇ। ਮੀਟਿੰਗ 'ਚ ਲਿੰਕ ਪਤਾ ਕਾਹਤੋਂ ਔਨ ਕੀਤਾ, ਮੇਰੀ ਅਪਲਾਈਨ ਨਹੀਂ ਦਿਖਣਾ, ਮੈਂ ਆਇਆ ਤਾਂ ਨਹੀਂ। ਇਹੀ ਮੀਟਿੰਗ ਮੈਂ YouTube ਤੇ ਕਰਨ ਲੱਗ ਪੈਂਦੇ ਨਾ ਆਪਾਂ, ਤਾਂ ਇੱਥੇ 70-75 ਬੰਦੇ ਮਸੀਂ ਆਣੇ ਸੀ। ਕਿਉਂ, ਕਿਉਂਕਿ YouTube ਤੇ ਲਿੰਕ ਔਨ ਕਰਨ ਦੇ ਨਾਲ ਬਾਅਦ ਵਿੱਚ ਉਹ ਦੂਸਰੀਆਂ ਐਪਲੀਕੇਸ਼ਨ ਨਹੀਂ ਨਾ ਚੱਲਦੀਆਂ, WhatsApp ਵੀ ਨਹੀਂ ਦੇਖ ਸਕਦੇ ਆਪਾਂ, Facebook ਵੀ ਨਹੀਂ ਦੇਖ ਸਕਦੇ, ਜ਼ਿਆਦਾ WhatsApp ਹੀ ਦੇਖਣੇ ਹੁੰਦੇ ਆਪਾਂ, ਉੱਪਰੋਂ ਨੋਟੀਫਿਕੇਸ਼ਨ ਆਉਂਦੀ ਆ, ਮੈਸੇਜ ਆ ਕੇ ਕਿਸੇ ਦਾ, ਨਾਲ ਨਾਲ ਆਪਾਂ ਮੈਸੇਜ ਕਰੀ ਜਾਂਦੇ ਆ, ਨਾਲ ਨਾਲ ਮੀਟਿੰਗ ਵੀ ਲੱਗੀ ਹੋਈ ਹੈ, ਸਰ ਬੋਲੀ ਜਾਂਦੇ ਆ। ਪਰ YouTube ਤੇ ਇਦਾਂ ਹੁੰਦਾ ਨਹੀਂ, ਜੇ WhatsApp ਖੁੱਲ ਗਿਆ ਤੇ ਵੀਡੀਓ ਬੰਦ ਹੋ ਜਾਣੀ, ਇਸ ਕਰਕੇ ਉੱਥੇ ਸ਼ੋ ਹੁੰਦਾ ਹੀ ਨਹੀਂ। ਅਸੀਂ ਕੰਮ ਕਿਉਂ ਕਰਦੇ, ਦੂਸਰੇ ਨੂੰ ਦਿਖਾਉਣ ਵਾਸਤੇ, ਮਤਲਬ ਪ੍ਰਸ਼ੰਸਾ ਪਾਉਣ ਵਾਸਤੇ। ਮਤਲਬ ਤੁਸੀਂ ਨਹੀਂ ਇੱਦਾਂ ਦੇ ਹੈਗੇ, ਮੈਨੂੰ ਪਤਾ, ਤੁਸੀਂ ਤਾਂ ਸਾਰੇ ਗਰੋਥ ਮਾਈਂਡਸੈਟ ਵਾਲੇ ਆ ਨਾ। ਗਰੋਥ ਮਾਈਂਡਸੈਟ ਵਾਲੇ ਕਿਸੇ ਨੂੰ ਦਿਖਾਉਣ ਵਾਸਤੇ ਕੰਮ ਨਹੀਂ ਕਰਦੇ, ਉਹ ਕੀ ਕਰਦੇ ਆ, ਆਪਣਾ ਆਪਣੇ ਵਾਸਤੇ ਕੰਮ ਕਰਦੇ ਆ, ਆਪਣੇ ਆਪ ਨੂੰ ਸਿਖਾਉਣ ਵਾਸਤੇ ਕੰਮ ਕਰਦੇ ਆ, ਆਪਣੀ ਗਰੋਥ ਵਾਸਤੇ ਕੰਮ ਕਰਦੇ ਆ। ਕੋਈ ਬੰਦਾ ਉਹਨਾਂ ਦੀ ਪ੍ਰਸ਼ੰਸਾ ਕਰ ਰਿਹਾ ਕਿ ਨਹੀਂ ਕਰ ਰਿਹਾ ਉਹ ਮੈਟਰ ਨਹੀਂ ਕਰਦਾ ਉਹਨਾਂ ਵਾਸਤੇ, ਠੀਕ ਹੈ ਜੀ। ਪਰ ਫਿਕਸ ਮਾਈਂਡਸੈਟ ਵਾਲੇ ਕੀ ਆ ਕਿ ਉਹ ਪ੍ਰਸ਼ੰਸਾ ਲਈ ਕੰਮ ਕਰਦੇ ਆ, ਤੇ ਦੂਸਰੇ ਕੀ ਹੁੰਦਾ, ਇੱਕ ਤਾਂ ਉਹ ਪ੍ਰਸ਼ੰਸਾ ਵਾਸਤੇ ਕੰਮ ਕਰਦੇ ਆ, ਦੂਸਰਾ ਕੀ ਆ ਕਿ ਹਮੇਸ਼ਾ ਸਿਰਫ ਉਹੀ ਕੰਮ ਕਰਦੇ ਆ ਜਿਸ ਕੰਮ 'ਚ ਉਹ ਬਿਹਤਰ ਆ। ਜਿਹੜਾ ਕੰਮ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਆ ਨਾ, ਉਹੀ ਕੰਮ ਕਰਦੇ ਆ। ਜਿਹੜਾ ਕੰਮ ਉਹਨਾਂ ਨੂੰ ਨਹੀਂ ਕਰਨਾ ਆਉਂਦਾ ਉਹਦੇ ਵੱਲ ਹੱਥ ਨਹੀਂ ਪਾਉਂਦੇ। ਜਿੱਦਾਂ ਇਹ ਥੋੜ੍ਹਾ ਜਿਹਾ ਪੁਆਇੰਟ ਉੱਪਰਲੇ ਨਾਲ ਰਲ ਗਿਆ ਨਾ, ਕਿ ਨਵਾਂ ਕੰਮ ਕਰਨਾ ਹੀ ਨਹੀਂ। ਮੈਨੂੰ ਜੇ ਵਧੀਆ ਪਲਾਨ ਕਰਨਾ ਆਉਂਦਾ ਨਾ, ਤੇ ਮੈਂ ਪਲਾਨ ਹੀ ਕਰਨਾ। ਜੇ ਉਹਨਾਂ ਨੂੰ ਕਹਿੰਦਾ ਨਾ ਕੱਲ ਨੂੰ ਮੀਟਿੰਗ 'ਚ 4 ਬੇਸਿਕ ਲਗਾਉਣੇ, ਨਹੀਂ 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 ਮੈਨੂੰ ਹਲੇ ਆਉਂਦੇ ਨਹੀਂ, ਪਲਾਨ ਹੁਣ ਵਧੀਆ ਹੋ ਗਿਆ, ਹੁਣ 4 ਬੇਸਿਕ ਸਿੱਖ ਲੈਣੇ ਚਾਹੀਦੇ ਆ, ਠੀਕ ਹੈ ਨਾ। ਤੇ ਇੱਕ ਤਾਂ ਉਹ ਕਿਸੇ ਦੀ ਪ੍ਰਸ਼ੰਸਾ ਪਾਉਣ ਵਾਸਤੇ ਕੰਮ ਕਰਦੇ, ਕਿ ਮੈਂ ਗਰੁੱਪ 'ਚ ਫੋਟੋਆਂ ਅੱਜ 4 ਪਾਤੀਆਂ ਪਲਾਨ ਕਰਦੇ ਦੀਆਂ, ਤੇ ਮੈਨੂੰ ਸਰ ਨੇ ਸ਼ਾਬਾਸ਼ੀ ਦੇਣੀ ਆ, ਵਧੀਆ ਆ, ਤੁਸੀਂ ਗਰੁੱਪ 'ਚ ਸਾਨੂੰ ਪਤਾ ਲੱਗ ਰਿਹਾ ਕਿ ਤੁਸੀਂ ਕੰਮ ਕਰ ਰਹੇ ਆ। ਪਰ ਕੀ ਆ ਕਿ ਕਿਸੇ ਦੀ ਪ੍ਰਸ਼ੰਸਾ ਪਾਉਣ ਵਾਸਤੇ ਨਹੀਂ, ਦਿਲੋਂ ਕੰਮ ਕਰਨਾ। ਫੋਟੋਆਂ ਵੀ ਪਾਉਣੀਆਂ ਤਾਂ ਉਹਦੇ ਨਾਲ ਕੀ ਆ ਕਿ ਤੁਹਾਡੀ ਅਪਲਾਈਨ ਨੂੰ ਤਾਂ ਪਤਾ ਲੱਗ ਹੀ ਰਿਹਾ ਆ, ਤੁਹਾਡੀਆਂ ਫੋਟੋਆਂ ਨਾਲ ਹੋਰ ਵੀ ਲੋਕ ਮੋਟੀਵੇਟ ਹੋ ਰਹੇ ਆ, ਹੋਰ ਵੀ ਲੋਕ ਤੁਹਾਡੀ ਟੀਮ ਦੇ ਵਿੱਚ ਮੋਟੀਵੇਟ ਹੋ ਰਹੇ, ਤੁਸੀਂ ਵੀ ਕਿਸੇ ਦੀ ਮੋਟੀਵੇਸ਼ਨ ਦਾ ਕਾਰਨ ਬਣ ਰਹੇ ਆ। ਕਿ ਜੇ ਤੁਸੀਂ ਪਲਾਨ ਕਰਨ ਜਾ ਰਹੇ ਆ ਤੇ ਹੋਰ ਵੀ ਤੁਹਾਡੇ ਤੋਂ ਮੋਟੀਵੇਟ ਹੋ ਕੇ ਪਲਾਨ ਕਰਨ ਲੋਕ ਜਾ ਰਹੇ ਆ, ਕੰਮ ਕਰ ਰਹੇ ਆ, ਤੇ ਤੁਸੀਂ ਮੋਟੀਵੇਸ਼ਨ ਦਾ ਕਾਰਨ ਬਣਦੇ, ਬਹੁਤ ਵਧੀਆ, ਠੀਕ ਹੈ ਜੀ। ਮਤਲਬ ਪਰ ਅਸੀਂ ਜਿਹੜਾ ਮੇਨ ਮੋਟਿਵ ਸਾਡਾ ਕੀ ਆ, ਲਰਨਿੰਗ, ਸਿੱਖਣਾ। ਕਿਸੇ ਦੀ ਕੋਈ ਸਾਡੀ ਪ੍ਰਸ਼ੰਸਾ ਕਰ ਰਿਹਾ ਜਾਂ ਨਹੀਂ ਕਰ ਰਿਹਾ, ਕ੍ਰੈਡਿਟ ਲੈਣ ਵਾਸਤੇ ਕੰਮ ਨਹੀਂ ਕਰਨਾ, ਠੀਕ ਹੈ ਜੀ। ਤੇ ਇਹ ਕਲੀਅਰ ਹੋ ਗਿਆ ਜੀ।
ਤੇ ਜਿਹੜੇ ਹਾਂ ਦੂਸਰੀ ਗੱਲ ਆਪਾਂ ਕੀਤੀ ਸੀ, ਜਿਹੜੇ ਫਿਕਸ ਮਾਈਂਡਸੈਟ ਵਾਲੇ ਆ ਸਿਰਫ ਉਹੀ ਕੰਮ ਕਰਦੇ ਆ, ਉਹਦੇ ਬਾਰੇ ਗੱਲਾਂ ਕਰਦੇ ਜੋ ਉਹਨਾਂ ਨੂੰ ਕੰਮ ਆਉਂਦਾ। ਪਰ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਹੁੰਦੇ ਨਾ, ਉਹ ਹਰੇਕ ਨਵੇਂ ਕੰਮ ਨੂੰ ਹੱਥ ਪਾਉਂਦੇ ਆ, ਨਵੀਆਂ ਚੀਜ਼ਾਂ ਸਿੱਖਣ ਵਿੱਚ ਰੁਚੀ ਰੱਖਦੇ ਆ, ਹਰੇਕ ਟੌਪਿਕ ਦੇ ਉੱਪਰ ਗੱਲਬਾਤ ਕਰਨ ਦੇ ਵਿੱਚ ਰੁਚੀ ਰੱਖਦੇ ਆ। ਫਿਕਸ ਮਾਈਂਡਸੈਟ ਵਾਲੇ ਹੁੰਦੇ ਨਾ, ਜਿੱਦਾਂ ਕੋਈ ਨਵੇਂ ਬੰਦੇ ਮਿਲਦੇ ਆ, ਜਦੋਂ ਗੱਲਾਂ ਬਾਤਾਂ ਚੱਲਦੀਆਂ ਆ, ਤਾਂ ਫਿਕਸ ਮਾਈਂਡਸੈਟ ਵਾਲੇ ਲੋਕ ਜਿਹੜੇ ਆ ਨਾ, ਉਹ ਸਿਰਫ ਉਹੀ ਗੱਲਾਂ ਤੇ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਇੰਟਰਸਟ ਆ। ਅੱਵਲ ਤਾਂ ਉਹਨਾਂ ਨੇ ਗੱਲ ਹੀ ਉਹ ਕਰਨੀ ਜਿਹਦੇ ਵਿੱਚ ਉਹਨਾਂ ਦਾ ਇੰਟਰਸਟ ਆ, ਗੱਲਾਂ ਆਪ ਹੀ ਕਰਨੀਆਂ, ਅਗਲੇ ਨੂੰ ਬੋਲਣ ਹੀ ਨਹੀਂ ਦੇਣਾ। ਜੇ ਅਗਲਾ ਬੋਲਦਾ ਕਿਸੇ ਹੋਰ ਕੰਮ ਬਾਰੇ, ਉਹਨਾਂ ਨੇ ਫਿਰ ਆਪਣੀ ਗੱਲ ਹੀ ਸ਼ੁਰੂ ਕਰਨੀ। ਤੇ ਜਿਹੜੇ ਗਰੋਥ ਮਾਈਂਡਸੈਟ ਵਾਲੇ ਆ ਨਾ, ਉਹ ਜਿੱਦਾਂ ਦਾ ਬੰਦਾ ਬੈਠਾ ਉਦਾਂ ਦੀਆਂ ਗੱਲਾਂ ਕਰਦੇ ਆ। ਜੇ ਉਹ ਰਾਜਨੀਤੀ ਦੀਆਂ ਕਰ ਰਿਹਾ ਤੇ ਰਾਜਨੀਤੀ ਦੀਆਂ, ਜੇ ਉਹ ਧਰਮ ਦੀਆਂ ਕਰ ਰਿਹਾ ਤੇ ਧਰਮ ਦੀ, ਜੋ ਕ੍ਰਿਕਟ ਦੀਆਂ ਕ੍ਰਿਕਟ ਦੀ, ਜੇ ਕੋਈ ਮੌਸਮ ਦੀਆਂ ਕਰ ਰਿਹਾ ਤੇ ਮੌਸਮ ਦੀਆਂ, ਹਰ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਉਹ ਤਿਆਰ ਰਹਿੰਦੇ ਆ। ਨਵੇਂ ਨਵੇਂ ਲੋਕਾਂ ਵਿੱਚ ਨਵੇਂ ਨਵੇਂ ਵਿਚਾਰ ਉਹ ਪ੍ਰਗਟ ਕਰਦੇ ਆ, ਸੁਣਦੇ ਆ। ਸਭ ਤੋਂ ਜ਼ਿਆਦਾ ਵਧੀਆ ਚੀਜ਼ ਕੀ, ਉਹ ਸੁਣਦੇ ਆ। ਠੀਕ ਹੈ ਜੀ। ਤੇ ਹਰੇਕ ਨਵੀਂ ਚੀਜ਼ ਵਿੱਚ ਗਰੋਥ ਮਾਈਂਡਸੈਟ ਵਾਲੇ ਜਿਹੜੇ ਆ ਹਿੱਸਾ ਲੈਂਦੇ ਆ। 7 ਪੁਆਇੰਟ ਕਲੀਅਰ ਹੋ ਗਏ। 8ਵਾਂ ਪੁਆਇੰਟ, 8ਵੇਂ ਪੁਆਇੰਟ ਕੀ ਆ ਕਿ ਜਦੋਂ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਆ ਨਾ, ਤੇ ਸਾਡਾ ਮਾਈਂਡ ਜਿਹੜਾ ਨਾ ਪੂਰਾ ਗਰੋਥ ਮਾਈਂਡਸੈਟ ਹੁੰਦਾ। ਮਤਲਬ ਅਸੀਂ ਕੁਝ ਵੀ ਕਰਨ ਲਈ ਤਿਆਰ ਆ, ਅਸੀਂ ਕਿਤੇ ਵੀ ਛਾਲ ਮਾਰਨ ਲਈ ਤਿਆਰ ਆ। ਸਾਨੂੰ ਨਹੀਂ ਪਤਾ ਕਿ ਕੋਠੇ ਤੋਂ ਛਾਲ ਮਾਰਨ ਨਾਲ ਸੱਟ ਲੱਗ ਜਾਣੀ, ਅੱਗ ਫੜਨ ਨਾਲ ਸਾਡਾ ਹੱਥ ਜਲ ਜਾਣਾ, ਹਰ ਇੱਕ ਚੀਜ਼ ਕਰਨ ਲਈ ਤਿਆਰ ਆ। ਪਰ ਜਿੱਦਾਂ ਜਿੱਦਾਂ ਕੀ ਆ ਕਿ ਬੱਚੇ ਵੱਡੇ ਹੁੰਦੇ ਆ, ਤੂੰ ਆਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ, ਟੀਚਰ ਸਕੂਲੇ ਕਹਿੰਦੇ ਤੂੰ ਆਹ ਕੰਮ ਨਹੀਂ ਕਰਨਾ, ਤੂੰ ਉਹ ਕੰਮ ਨਹੀਂ ਕਰਨਾ, ਤੂੰ ਗਲਤੀ ਨਹੀਂ ਕਰਨੀ, ਤੇਰੇ ਕੋਲ ਆਹ ਨਹੀਂ ਹੁੰਦਾ, ਤੇਰੇ ਕੋਲ ਉਹ ਨਹੀਂ ਹੁੰਦਾ। ਇੱਦਾਂ ਕਰਦੇ 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 ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਆ ਨਾ, ਤੇ ਸਾਨੂੰ ਲੱਗਣ ਲੱਗ ਪੈਂਦਾ ਕਿ ਅਸੀਂ ਆਰਡੀਨਰੀ ਇਨਸਾਨ ਆ, ਆਮ ਇਨਸਾਨ ਆ, ਅਸੀਂ ਕੁਝ ਵੱਡਾ ਵੱਡਾ ਕੰਮ ਨਹੀਂ ਕਰ ਸਕਦੇ। ਠੀਕ ਹੈ ਜੀ। ਤੇ ਮਤਲਬ ਜਿੱਦਾਂ ਅਸੀਂ ਤਾਸ਼ ਦੇ ਪੱਤੇ ਬਣ ਦਿੱਤੇ ਆ, ਤੇ ਜਿਹੜੇ ਸਾਨੂੰ ਪੱਤੇ ਆ ਗਏ ਆ ਨਾ, ਉਹ ਪੱਤੇ ਫਿਕਸ ਆ ਔਰ ਖਰਾਬ ਆ। ਇਹ ਪੱਤੇ ਖਰਾਬ ਆ ਤੇ ਬਦਲ ਨਹੀਂ ਹੋ ਸਕਦੇ। ਮੈਂ ਆਰਡੀਨਰੀ ਰਹਿਣਾ ਜ਼ਿੰਦਗੀ 'ਚ, ਮੈਂ ਕੋਈ ਐਕਸਟਰਾ ਆਰਡੀਨਰੀ ਕੰਮ ਨਹੀਂ ਜਿਹੜਾ ਆ ਉਹ ਕਰ ਸਕਦਾ। ਪਰ ਜਿਹੜੇ ਮੈਂ ਜਦੋਂ ਦੱਸਿਆ, ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਪਤਾ ਆ ਕਿ ਜਿਹੜੇ ਵੀ ਲੋਕ ਵੱਡੇ ਵੱਡੇ ਕੰਮ ਜਿਨ੍ਹਾਂ ਨੇ ਕੀਤੇ ਨਾ, ਜਿਹੜੇ ਬਹੁਤ ਜ਼ਿਆਦਾ ਸਕਸੈਸਫੁਲ ਲੋਕ ਹੋਏ ਆ, ਉਹ ਵੀ ਸਟਾਰਟਿੰਗ ਦੇ ਵਿੱਚ ਖਰਾਬ ਹੀ ਸੀਗੇ, ਉਹ ਵੀ ਐਵਰੇਜ ਲੋਕ ਸੀਗੇ। ਪਰ ਉਹਨਾਂ ਨੇ ਕੀ ਕੀਤਾ, ਆਪਣੇ ਆਪ ਤੇ ਕੰਮ ਕੀਤਾ, ਨਵੀਆਂ ਨਵੀਆਂ ਚੀਜ਼ਾਂ ਨੂੰ ਸਿੱਖਦੇ ਰਹੇ, ਟਾਈਮ ਦੇ ਨਾਲ ਕੰਮ ਕਰਦੇ ਕਰਦੇ, ਟਾਈਮ ਦੇ ਨਾਲ ਕੰਮ ਕਰਦੇ ਕਰਦੇ, ਟਾਈਮ ਦੇ ਨਾਲ ਕੰਮ ਕਰਦੇ ਕਰਦੇ ਐਕਸਟਰਾ ਆਰਡੀਨਰੀ ਬਣ ਗਏ। ਠੀਕ ਹੈ ਜੀ। ਐਕਸਟਰਾ ਆਰਡੀਨਰੀ ਬਣਨ ਵਾਸਤੇ ਕਿੰਨਾ ਵੱਡਾ ਟਾਈਮ ਲੱਗਾ ਉਹਨਾਂ ਨੂੰ, ਔਰ ਇੱਕ ਕੰਮ ਤੇ ਉਹ ਚੰਗੀ ਤਰ੍ਹਾਂ ਫੋਕਸ ਕੀਤਾ ਉਹਨਾਂ ਨੇ। ਠੀਕ ਹੈ ਜੀ। ਤੇ ਉਹ ਐਕਸਟਰਾ ਆਰਡੀਨਰੀ ਬਣ ਗਏ, ਉਹ ਗਰੋਥ ਮਾਈਂਡਸੈਟ ਵਾਲੇ ਲੋਕ। ਫਿਕਸ ਮਾਈਂਡਸੈਟ ਵਾਲੇ ਕਹਿੰਦੇ ਕਿ ਆਪਾਂ ਕੁਝ ਕਰ ਹੀ ਨਹੀਂ ਸਕਦੇ, ਸਾਡਾ ਅੱਗੇ ਵਧਣਾ ਮੁਸ਼ਕਲ ਆ, ਉੱਪਰ ਆਪਾਂ ਜਾ ਨਹੀਂ ਸਕਦੇ। ਤੇ ਗਰੋਥ ਮਾਈਂਡਸੈਟ ਵਾਲੇ ਕਹਿੰਦੇ ਆਪਾਂ ਜਿੱਥੇ ਮਰਜ਼ੀ ਜਾ ਸਕਦੇ, ਬਸ ਸਾਨੂੰ ਫੋਕਸ ਕਰਨ ਦੀ ਲੋੜ ਆ ਗਰੋਥ ਮਾਈਂਡਸੈਟ ਤੇ, ਆਪਣੀ ਮਾਨਸਿਕਤਾ ਤੇ ਸੋਚ ਨੂੰ ਵਧਾਉਣ ਦੀ ਲੋੜ ਆ। ਠੀਕ ਹੈ ਜੀ। ਮਤਲਬ ਸਿੱਖਣ ਦੀ ਲੋੜ ਆ, ਬਾਰ-ਬਾਰ ਉਸ ਤੇ ਕੰਮ ਕਰਨ ਦੀ ਲੋੜ ਆ, ਔਰ ਲਗਾਤਾਰ ਕਿੰਨਾ ਟਾਈਮ ਇੱਕ ਜਗ੍ਹਾ ਤੇ ਟਾਈਮ ਲਗਾਉਣ ਦੀ ਲੋੜ ਆ, ਤੇ ਹਰੇਕ ਬੰਦਾ ਕਿਸੇ ਵੀ ਕੰਮ 'ਚ ਕਾਮਯਾਬ ਹੋ ਸਕਦਾ। 9ਵਾਂ ਪੁਆਇੰਟ, ਨਵਾਂ ਪੁਆਇੰਟ ਸਟੂਡੈਂਟਸ ਵਾਸਤੇ ਜ਼ਿਆਦਾ ਆ ਕਿ ਜਿੱਦਾਂ ਬੱਚੇ ਪੜ੍ਹਾਈ ਕਰਦੇ ਆ, ਮਤਲਬ ਉਹਨਾਂ ਦਾ ਫੋਕਸ ਕੀ ਹੁੰਦਾ, ਜਾਂ ਸਾਡੇ ਤੇ ਵੀ ਡਿਪੈਂਡ ਕਰਦਾ ਕਿ ਕੰਮ ਕਾਹਦੇ ਵਾਸਤੇ ਆਪਾਂ ਕਰਦੇ ਆ। ਜਿੱਦਾਂ ਬੱਚੇ ਪੜ੍ਹਾਈ ਕਰਦੇ ਆ, ਟੈਸਟ ਵਿੱਚ ਮੇਰੇ ਨੰਬਰ ਵਧੀਆ ਆ ਜਾਣ, ਮੇਰੇ ਮਾਤਾ ਪਿਤਾ ਦੀ ਮੈਨੂੰ ਪ੍ਰਸ਼ੰਸਾ ਮਿਲੇ, ਮੈਨੂੰ ਟੀਚਰ ਮੈਨੂੰ ਵਧੀਆ ਬੱਚਾ ਸਮਝਣ, ਮਤਲਬ ਉਹ ਪੜ੍ਹਾਈ ਉਸ ਚੀਜ਼ ਤੇ ਫੋਕਸ ਕਰਦੇ ਕਿ ਨੰਬਰ ਜ਼ਿਆਦਾ ਆਉਣ ਮੇਰੇ। ਤੇ ਜਿਹੜੇ ਗਰੋਥ ਮਾਈਂਡਸੈਟ ਵਾਲੇ ਸਟੂਡੈਂਟ ਆ, ਉਹ ਪੜ੍ਹਾਈ ਕਰਦੇ ਆ ਸਿੱਖਣ ਵਾਸਤੇ। ਮਤਲਬ ਜਿਹੜੀ ਵੀ ਚੀਜ਼ ਉਹ ਪੜ੍ਹ ਰਹੇ ਆ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਦੇ ਆ ਕਿ ਇਹਦਾ ਮਤਲਬ ਕੀ ਆ। ਜਿੱਦਾਂ ਆਪਾਂ 3 ਇਡੀਅਟ ਫਿਲਮ ਦੇਖੀ ਆ, 3 ਇਡੀਅਟ ਵਿੱਚ ਜਿਹੜਾ ਉਹ ਕੁੰਗ ਫੂ ਬਾਂਗੜੂ ਹੁੰਦਾ ਨਾ, ਅਮੀਰ ਖਾਨ ਉੱਥੇ ਕਾਲਜ ਵਿੱਚ ਨੰਬਰ ਲੈਣ ਵਾਸਤੇ ਥੋੜ੍ਹੀ ਆਇਆ ਹੁੰਦਾ। ਉਹ ਤਾਂ ਉੱਥੇ ਜਿਹੜਾ ਨਾਮ ਲਿਖਿਆ ਹੁੰਦਾ ਉਹਦਾ ਕਾਗਜ਼ਾਂ 'ਚ, ਉਹ ਤਾਂ ਕਿਸੇ ਹੋਰ ਦਾ ਹੁੰਦਾ। ਉਹ ਤਾਂ ਸਿਰਫ ਉੱਥੇ ਸਿੱਖਣ ਆਇਆ, ਮਸ਼ੀਨਾਂ ਨੂੰ ਖੋਲ੍ਹਣਾ ਸਿੱਖਣ ਆਇਆ, ਮਸ਼ੀਨਾਂ ਨੂੰ ਸਿੱਖਣ ਆਇਆ, ਉਹਨੂੰ ਮਸ਼ੀਨਾਂ ਨਾਲ ਪਿਆਰ ਸੀ। ਤੇ ਉਹ ਉੱਥੇ ਮਤਲਬ ਨੰਬਰ ਲੈਣ ਨਹੀਂ ਆਇਆ, ਡਿਗਰੀ ਲੈਣ ਨਹੀਂ ਆਇਆ, ਡਿਗਰੀ ਵੀ ਕਿਸੇ ਦੀ ਸੀ, ਨੰਬਰ ਵੀ ਕਿਸੇ ਦੀ, ਨਾਮ ਵੀ ਕਿਸੇ ਦਾ ਸੀ, ਬਸ ਉਹ ਸਿਰਫ ਆਇਆ ਸਿੱਖਣ ਵਾਸਤੇ। ਤੇ ਉਹ ਇੰਨਾ ਜ਼ਿਆਦਾ ਸਿੱਖ ਕੇ ਇੰਨਾ ਜ਼ਿਆਦਾ ਮਸ਼ਹੂਰ ਹੋਇਆ, ਤੇ ਇੱਕ ਬਹੁਤ ਵੱਡਾ ਸਾਇੰਟਿਸਟ ਬਣਿਆ। ਗਰੋਥ ਮਾਈਂਡਸੈਟ, ਬਾਕੀ ਸਾਰੇ ਨੋਰਮਲ ਇੰਜੀਨੀਅਰ ਬਣੇ, ਪਰ ਉਹ ਇੱਕ ਕਿੱਡਾ ਵੱਡਾ ਸਾਇੰਟਿਸਟ ਬਣ ਗਿਆ। ਗਰੋਥ ਮਾਈਂਡਸੈਟ, ਉਹਨੇ ਸਿੱਖਣ ਤੇ ਫੋਕਸ ਕੀਤਾ, ਕਿੰਨੇ ਨਵੇਂ ਨਵੇਂ ਅਵਿਸ਼ਕਾਰ ਉਹਨੇ ਕੀਤੇ, ਔਰ ਉਹ ਆਪਣੇ ਨਾਮ ਤੇ ਪੇਟੈਂਟ ਕਰਵਾਏ। ਮਤਲਬ ਬੜਾ ਪੈਸਾ ਕਮਾਇਆ। ਪੇਟੈਂਟ ਜਿਹਨਾਂ ਦੇ ਨਾਮ ਤੇ ਹੁੰਦੇ ਨਾ, ਬੜਾ ਪੈਸਾ ਕਮਾਉਂਦੇ, ਮਰਨ ਤੋਂ ਬਾਅਦ ਵੀ ਕਮਾਉਂਦੇ ਰਹਿੰਦੇ, ਕਿਉਂਕਿ ਪੇਟੈਂਟ ਉਹਨਾਂ ਦੇ ਨਾਮ ਤੇ ਆ, ਉਹਨਾਂ ਨੂੰ ਪੈਸਾ ਜਾਂਦਾ ਰਹਿੰਦਾ। ਕਲੀਅਰ ਹੋ ਗਿਆ ਜੀ। 9ਵਾਂ ਪੁਆਇੰਟ। 10ਵਾਂ ਪੁਆਇੰਟ ਬਹੁਤ ਵਧੀਆ। 10ਵਾਂ ਪੁਆਇੰਟ ਕਹਿੰਦਾ ਕਿ ਜਿਹੜੇ ਫਿਕਸ ਮਾਈਂਡਸੈਟ ਵਾਲੇ ਲੋਕ ਆ ਨਾ, ਉਹ ਫੇਲ ਹੋਣ ਤੋਂ ਡਰਦੇ ਆ, ਫੇਲੀਅਰ ਤੋਂ ਹਮੇਸ਼ਾ ਡਰਦੇ ਆ। ਉਹਨਾਂ ਨੂੰ ਪਤਾ ਕਿ ਜਿਹੜਾ ਟੈਲੈਂਟ ਆ ਉਹ ਇਨਬੋਰਨ ਹੁੰਦਾ,
ਤੇ ਜੇ ਅਸੀਂ ਫੇਲ ਹੋ ਗਏ ਤਾਂ ਅਸੀਂ ਚੰਗੇ ਹੈ ਨਹੀਂ ਗੇ, ਜੇ ਅਸੀਂ ਪਾਸ ਹੋਵਾਂਗੇ ਤੇ ਅਸੀਂ ਚੰਗੇ ਆ, ਜੇ ਅਸੀਂ ਫੇਲ ਹੋਵਾਂਗੇ ਤੇ ਅਸੀਂ ਮਾੜੇ ਆ। ਤੇ ਉਹ ਫੇਲ ਹੋਣ ਤੋਂ ਹਮੇਸ਼ਾ ਡਰਦੇ ਆ। ਪਰ ਗਰੋਥ ਮਾਈਂਡਸੈਟ ਵਾਲੇ ਜਿਹੜੇ ਆ ਨਾ, ਉਹਨਾਂ ਦਾ ਅਸਲੀ ਸਿੱਖਣ ਦਾ ਜ਼ਰੀਆ ਹੀ ਇਹ ਹੁੰਦਾ। ਉਹ ਫੇਲ ਹੋਣ ਤੋਂ ਕਦੇ ਡਰਦੇ ਹੀ ਨਹੀਂ, ਉਹ ਤਾਂ ਫੇਲ ਹੋਣਾ ਚਾਹੁੰਦੇ ਆ। ਜੇ ਉਹ ਫੇਲ ਹੋਣਗੇ ਤਾਂ ਪਤਾ ਕਰਨਗੇ ਕਿ ਮੈਂ ਫੇਲ ਕਿਉਂ ਹੋਇਆ, ਫਿਰ ਉੱਥੋਂ ਸਿੱਖਣਗੇ, ਫਿਰ ਕੰਮ ਜਦੋਂ ਕਰਨਗੇ ਅਗਲੀ ਵਾਰ ਉਹ ਗਲਤੀ ਨਹੀਂ ਕਰਨਗੇ, ਤੇ ਉਹ ਗਲਤੀ ਨਹੀਂ ਕਰੂਗੇ ਤਾਂ ਅਗਲੀ ਵਾਰ ਪਾਸ ਹੋ ਜਾਣਗੇ। ਮਤਲਬ ਹਰ ਵਾਰ ਫੇਲ ਹੋਣ ਤੋਂ ਬਾਅਦ ਨਵੀਂ ਚੀਜ਼ ਸਿੱਖਦੇ ਆ, ਆਪਣੇ ਆਪ ਨੂੰ ਇੰਪਰੂਵ ਕਰਦੇ ਆ, ਅੱਗੇ ਵੱਧਦੇ ਆ, ਫਿਰ ਮੁੜ ਕੇ ਅਗਲੀ ਜਗ੍ਹਾ ਤੇ ਜਾ ਕੇ ਫੇਲ ਹੁੰਦੇ ਆ, ਫਿਰ ਸਿੱਖਦੇ ਆ, ਆਪਣੇ ਆਪ ਨੂੰ ਇੰਪਰੂਵ ਕਰਦੇ ਆ, ਅੱਗੇ ਵੱਧਦੇ ਆ। ਤੇ ਗਰੋਥ ਮਾਈਂਡਸੈਟ ਵਾਲੇ ਫੇਲ ਹੋ ਕੇ ਇੰਪਰੂਵ ਕਰਕੇ, ਫੇਲ ਹੋ ਕੇ ਇੰਪਰੂਵ ਕਰਕੇ, ਫੇਲ ਹੋ ਕੇ ਇੰਪਰੂਵ ਕਰਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ। ਤੇ ਗਰੋਥ ਮਾਈਂਡਸੈਟ ਵਾਲੇ ਉੱਥੇ ਹੀ, ਮੈਂ ਨਹੀਂ ਫੇਲ, ਮੈਂ ਨਾ ਜਦੋਂ ਮੈਨੂੰ ਕੋਈ ਨਾ ਕਰ ਦਿੰਦਾ ਨਾ, ਹਾਏ ਹਾਏ ਮੇਰਾ ਤਾਂ ਦਿਲ ਟੁੱਟ ਜਾਂਦਾ, ਮੇਰਾ ਨਹੀਂ ਮਨ ਕਰਦਾ ਕਿਸੇ ਨਾਲ ਅੱਗੇ ਗੱਲ ਕਰਨ ਨੂੰ। ਤੇ ਜਿਹੜੇ ਗਰੋਥ ਮਾਈਂਡਸੈਟ ਵਾਲੇ, ਉਹ ਜਿਹੜਾ ਮਰਜ਼ੀ ਨਾ ਕਰੀ ਚਲੇ, ਸਾਡੇ ਲਈ ਦੁਨੀਆ ਖਤਮ ਹੋ ਗਈ, 140 ਕਰੋੜ ਦੀ ਜਨਸੰਖਿਆ। ਉਹ ਤੁਹਾਨੂੰ ਪਤਾ ਲੱਗਾ, ਨਾਲੇ ਆਹ 4-5 ਦਿਨ ਪਹਿਲਾਂ ਕਹਿੰਦੇ ਇੰਡੀਆ ਜਿਹੜਾ ਹੈ ਨਾ ਜਨਸੰਖਿਆ ਵਿੱਚ ਪਹਿਲੇ ਨੰਬਰ ਤੇ ਆ ਗਿਆ। ਚਾਈਨਾ ਦੇ ਮਤਲਬ ਦੂਜੇ ਨੰਬਰ ਤੇ ਸੀਗਾ ਨਾ, ਪਹਿਲੇ ਨੰਬਰ ਤੇ ਚਾਈਨਾ ਸੀ, ਹੁਣ ਪਹਿਲੇ ਨੰਬਰ ਤੇ ਆ ਗਿਆ, ਚਾਈਨਾ ਨੂੰ ਪਿੱਛੇ ਛੱਡ ਗਿਆ। ਇੰਨੇ ਜ਼ਿਆਦਾ ਗਾਹਕ ਹੋ ਗਏ ਸਾਡੇ ਇੰਡੀਆ 'ਚ, ਠੀਕ ਹੈ ਜੀ। ਮੈਨੂੰ ਲੱਗਦਾ 150 ਕਰੋੜ ਦਾ ਹੋ ਗਿਆ ਹੋਣਾ ਹੁਣ। ਤੇ ਆਪਾਂ ਗੱਲ ਕਿਤੇ ਕਰ ਰਹੇ ਸੀ, ਹਾਂ, ਗਰੋਥ ਮਾਈਂਡਸੈਟ ਵਾਲੇ ਕਹਿੰਦੇ ਆ ਹਰ ਜਗ੍ਹਾ ਪੋਜ਼ਿਟਿਵ ਸੋਚਦੇ ਆ, ਠੀਕ ਹੈ ਜੀ। ਉਹ ਨਾ ਕਰ ਦੇਣ, ਇੱਕ ਨਾ ਕਰ ਦੂ, 5 ਕਰ ਦੂ, 10 ਕਰ ਦੂ, 20 ਕਰ ਦੂ, 50 ਕਰ ਦੂ ਨਾ, ਤੇ ਦੁਨੀਆ ਤਾਂ ਇੱਥੇ ਵਧੀ ਤੋਂ ਵਧੀ ਜਾ ਰਹੀ ਆ। ਹਰ 3 ਸੈਕਿੰਡ 'ਚ ਇੱਕ ਨਵਾਂ ਬੱਚਾ ਜੰਮ ਪੈਂਦਾ, ਠੀਕ ਹੈ ਜੀ। ਤੇ ਅੱਜ ਤੋਂ 18 ਸਾਲ ਬਾਅਦ ਜਿਹੜਾ ਅੱਜ ਜੰਮਿਆ, ਉਹਨੇ ਅੱਜ ਤੋਂ 18 ਸਾਲ ਬਾਅਦ ਕੋਈ ਨਾ ਕੋਈ ਕੰਮ ਲੱਭਣਾ, ਅਸੀਂ ਉਹਨੂੰ ਜੁਆਇਨ ਕਰਵਾ ਲੈਣਾ। ਪਰ ਉਹ ਜੁਆਇਨ ਸਾਡੇ ਨਾਲ ਤਾਂ ਹੋਊਗਾ ਨਾ ਕਿ ਅੱਜ ਤੋਂ 18 ਸਾਲ ਬਾਅਦ ਅਸੀਂ ਇਸ ਕੰਮ 'ਚ ਹੋਵਾਂਗੇ। ਅਸੀਂ ਕੀ ਕਰਨਾ, ਆ 4 ਬੰਦੇ ਨਾ ਸੁਣ ਕੇ ਕੱਲ੍ਹ ਨੂੰ ਕੰਮ ਛੱਡ ਦੇਣਾ, ਤੇ ਉਹ ਬੰਦੇ ਨੇ ਸਾਡੇ ਨਾਲ ਥੋੜ੍ਹੀ ਆਉਣਾ। 18 ਸਾਲ ਬਾਅਦ ਸਾਡੇ ਨਾਲ ਬਹੁਤ ਸਾਰੇ ਨਵੇਂ ਲੋਕਾਂ ਨੇ ਆਉਣਾ, ਪਰ ਜੇ 18 ਸਾਲ ਅਸੀਂ ਟਿਕੇ ਰਵਾਂਗੇ ਨਾ ਸੁਣਨ ਦੇ ਬਾਵਜੂਦ ਵੀ, ਇੰਨਾ ਵੱਡਾ ਗਰੋਥ ਮਾਈਂਡਸੈਟ ਚਾਹੀਦਾ, 18 ਸਾਲ ਦੀ ਪੇਸ਼ੈਂਸ ਚਾਹੀਦੀ ਆ, ਠੀਕ ਹੈ ਜੀ। ਠੀਕ ਹੈ ਜੀ। ਤੇ ਆਪਾਂ ਫੇਲ ਹੋਣ ਤੋਂ ਕਦੇ ਨਹੀਂ ਡਰਨਾ, ਕਿਉਂਕਿ ਫੇਲ ਹੋਣ ਨਾਲ ਕੀ ਹੁੰਦਾ ਆ, ਅਸੀਂ ਸਿੱਖਦੇ ਹਾਂ, ਫਿਰ ਗਰੋ ਕਰਦੇ ਹਾਂ, ਫਿਰ ਸਿੱਖਦੇ ਹਾਂ, ਫਿਰ ਗਰੋ ਕਰਦੇ ਹਾਂ। ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਆ ਨਾ, ਉਹ ਜਾਣ ਬੁੱਝ ਕੇ ਫੇਲ ਹੁੰਦੇ ਆ, ਉਹ ਜਾਣ ਬੁੱਝ ਕੇ ਆਪਣੀਆਂ ਜਿਹੜੀਆਂ ਨਾ ਲਿਮਿਟਸ ਆ ਉਹਨੂੰ ਪੁਸ਼ ਕਰਦੇ ਆ, ਧੱਕਾ ਦਿੰਦੇ ਆ ਕਿ ਮੈਂ ਹੋਰ ਜ਼ਿਆਦਾ ਅੱਗੇ ਵਧਾਂ। ਜਿੱਦਾਂ ਮੰਨ ਲਓ ਸੰਦੀਪ ਡਿੱਬੂ ਜੀ ਨੇ ਚਾਰਟ ਲਗਾਇਆ, ਮੈਂ ਮਹੀਨੇ ਦੀਆਂ 500 ਆਈਡੀਆਂ ਪਾਉਣੀਆਂ, 500 ਆਈਡੀਆਂ ਪੈ ਗਈਆਂ, ਉਹ ਕਾਮਯਾਬ ਹੋ ਗਏ, ਸਕਸੈਸਫੁਲ, ਵਾਓ। ਫਿਰ ਉਹਨਾਂ ਨੇ ਕੀ ਕੀਤਾ, ਹਮੇਸ਼ਾ 500 ਆਈਡੀ ਦਾ ਚਾਰਟ ਰੱਖਿਆ ਕਿ ਮੈਂ ਹਮੇਸ਼ਾ ਹੀ ਪਾਸ ਹੁੰਦਾ ਰਵਾਂ? ਨਹੀਂ, ਉਹਨਾਂ ਨੇ ਕੀ ਕੀਤਾ, 1000 ਆਈਡੀ ਦਾ ਚਾਰਟ ਲਗਾ ਦਿੱਤਾ, ਚਾਰਟ ਮੈਂ ਹੁਣ 1000 ਆਈਡੀ ਪਾਣੀ। ਪਿਛਲੇ ਮਹੀਨੇ 500 ਪਈ ਸੀ, ਅਗਲੇ ਮਹੀਨੇ 1000 ਨਹੀਂ ਪਈ, ਕੀ ਹੋਇਆ, ਫੇਲ ਹੋ ਗਏ। 1000 ਕਿਉਂ ਨਹੀਂ ਪਈ, ਸਿੱਖਿਆ, ਨਵੇਂ ਐਕਸਪੈਰੀਮੈਂਟ ਕੀਤੇ, ਨਵੇਂ ਕੰਮ ਕੀਤੇ, ਨਵੀਆਂ ਮੀਟਿੰਗਾਂ ਕੀਤੀਆਂ, ਨਵੇਂ ਤਰੀਕੇ ਅਪਣਾਏ, ਨਵੇਂ ਕੰਟੈਸਟ ਕੱਢੇ, 1000 ਪੈ ਗਈ, 1500 ਪੈ ਗਈ, 2000 ਤੇ ਵੀ ਪੈ ਗਈ ਆ, 2000 ਵੀ ਪਾ ਚੁੱਕੇ ਆ ਸੰਦੀਪ ਡਿੱਬੂ ਜੀ। ਕਿੱਦਾਂ, ਉਹਨਾਂ ਨੇ ਹਰ ਵਾਰ ਆਪਣੀ ਲਿਮਿਟ ਨੂੰ ਐਕਸੀਡ ਕੀਤਾ, ਧੱਕਾ ਦਿੱਤਾ। ਗਰੋਥ ਮਾਈਂਡਸੈਟ ਦੀ ਨਿਸ਼ਾਨੀ ਹੁੰਦੀ ਆਪਣੇ ਆਪ ਨੂੰ ਜਾਣ ਬੁੱਝ ਕੇ ਫੇਲ ਕਰਨਾ, ਜਾਣ ਬੁੱਝ ਕੇ ਨਾ ਸੁਣਨੀ, ਉਹ ਤੋਂ ਸਾਨੂੰ ਸਿੱਖਣ ਲਈ ਮਿਲਦਾ। ਮੈਂ ਤੁਹਾਨੂੰ ਦੱਸ ਰਿਹਾ, ਅੱਜ ਦੀ ਮੀਟਿੰਗ ਤੇ ਜੇ ਤੁਸੀਂ ਕਿਤੇ ਅਮਲ ਕਰਦੇ ਹੋ ਨਾ, ਤਾਂ ਜ਼ਿੰਦਗੀ ਬਦਲ ਜਾਣੀ। ਦਿਮਾਗ ਤਰ ਹੋ ਗਿਆ ਕਿ ਨਹੀਂ ਹੋਇਆ? ਹਾਂ, ਹਾਂ, ਠੀਕ ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਮਾਗ 'ਚ ਜਾ ਰਹੀਆਂ ਨਾ, ਇਹ ਜਿਹੜੀਆਂ ਚੀਜ਼ਾਂ ਦਿਮਾਗ 'ਚ ਜਾ ਰਹੀਆਂ, ਇਹਨਾਂ ਨੂੰ ਬਸ ਫਿਕਸ ਕਰ ਦੇਣਾ ਅੱਜ ਤੋਂ। ਮਤਲਬ ਏਦਾਂ ਹੀ ਆਪਾਂ ਗਰੋਥ ਮਾਈਂਡਸੈਟ 'ਚ ਹੀ ਰਹਿਣਾ, ਫਿਕਸ ਮਾਈਂਡਸੈਟ ਵਾਲੀ ਕੋਈ ਗੱਲ ਹੀ ਨਹੀਂ ਕਰਨੀ ਆਪਾਂ, ਠੀਕ ਹੈ ਜੀ। ਤੇ ਉਸ ਤੋਂ ਬਾਅਦ 11ਵਾਂ ਪੁਆਇੰਟ, ਫਿਕਸ ਮਾਈਂਡਸੈਟ ਵਾਲੇ ਲੋਕ ਕਹਿੰਦੇ ਮੈਂ ਸਮਾਰਟ ਨਹੀਂ ਆ, ਮੇਰੇ 'ਚ ਕੋਈ ਐਡਾ ਵੱਡਾ ਟੈਲੈਂਟ ਨਹੀਂ ਆ, ਮਤਲਬ ਲਗਭਗ ਉਹੀ, ਟੈਲੈਂਟ ਨਹੀਂ ਹੈ, ਮੈਂ ਸਮਾਰਟ ਨਹੀਂ ਆ, ਮੇਰੀ ਸੋਚ ਨਹੀਂ ਵਧੀਆ, ਮੇਰੇ ਆਈਡੀਆ ਨਹੀਂ ਵਧੀਆ, ਮੇਰੇ ਕੋਲ ਆ ਨਹੀਂ ਵਧੀਆ, ਠੀਕ ਹੈ ਜੀ। ਪਰ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਆ, ਉਹ ਕਹਿੰਦੇ ਜੇ ਮੈਂ ਅੱਜ ਸਮਾਰਟ ਨਹੀਂ ਹੈਗਾ ਨਾ, ਕੋਈ ਗੱਲ ਨਹੀਂ, ਪਰ ਮੈਂ ਜਿੱਦਾਂ ਜਿੱਦਾਂ ਕੰਮ ਨੂੰ ਕਰੀ ਜਾਣਾ ਨਾ, ਉੱਦਾਂ ਉੱਦਾਂ ਮੈਂ ਉਸ ਕੰਮ 'ਚ ਸਮਾਰਟ ਬਣੀ ਜਾਣਾ, ਨਵੀਆਂ ਚੀਜ਼ਾਂ ਮੈਨੂੰ ਆਈ ਜਾਣੀਆਂ, ਮੈਂ ਸਮਾਰਟ ਬਣੀ ਜਾਣਾ। ਜਦੋਂ ਆਪਾਂ ਨੈਟਵਰਕਿੰਗ 'ਚ ਪਹਿਲੀ ਵਾਰ ਆਏ ਸੀ, ਆਪਾਂ ਕਿਹੜਾ ਨੈਟਵਰਕਿੰਗ 'ਚ ਸਮਾਰਟ ਸੀ? ਅਸੀਂ ਕੀ ਕਰਦੇ ਸੀ,
ਬੰਦੇ ਨੂੰ ਪਲਾਨ ਕਰਨ ਲੱਗਦੇ ਸੀ, ਬਸ ਥੱਲੇ ਕਾਪੀ ਰੱਖੀ, ਪੈਨ ਫੜਿਆ, ਉਦੋਂ 45 ਮਿੰਟ ਦਾ ਪਲਾਨ ਹੁੰਦਾ ਸੀ, ਅੱਜ ਤਾਂ ਅੱਧੇ ਘੰਟੇ ਦਾ ਪਲਾਨ ਹੈ ਨਾ, 45 ਮਿੰਟ ਦਾ ਪਲਾਨ ਹੁੰਦਾ ਸੀ। ਬਸ ਇੱਕ ਵਾਰ ਥੱਲੇ ਨੂੰ ਮੂੰਹ ਕੀਤਾ, ਦੜਾ ਦੜ ਦੜ ਦੜ, ਉੱਪਰਲਾ ਬੰਦਾ ਉਹ ਸੁਣ ਰਿਹਾ ਕਿ ਨਹੀਂ ਸੁਣ ਰਿਹਾ ਧਿਆਨ ਵੀ ਨਹੀਂ ਮਾਰਨਾ, ਬਸ ਥੱਲੇ ਆਪਾਂ ਲਿਖੀ ਜਾਣਾ, ਦੂਹੋ ਦੂ ਬੋਲੀ ਜਾਣਾ, ਲਿਖੀ ਜਾਣਾ। ਅਗਲਾ ਬੰਦਾ ਭਾਵੇਂ ਉੱਪਰ ਆ ਸਾਈਡ ਤੇ ਦੇਖੀ ਚਲੇ, ਸਾਨੂੰ ਪਤਾ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਸਮਾਰਟ ਨਹੀਂ ਨਾ ਸੀਗੇ। ਪਰ ਅੱਜ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਨਾ, ਜੇ 20 ਬੰਦੇ ਮੇਰੇ ਸਾਹਮਣੇ ਬੈਠੇ ਆ, 20 ਬੰਦਿਆਂ ਚੋਂ ਜੇ ਇੱਕ ਬੰਦਾ ਅੱਖਾਂ ਵੀ ਐਂ ਕਰ ਦਿੰਦਾ, ਤਾਂ ਆਪਾਂ ਨਾਲ ਹੀ ਉਹਦੇ ਵੱਲ ਨੂੰ ਹੋ ਜੀਦਾ, ਨਾਲ ਹੀ ਉਹਨੂੰ ਸਵਾਲ ਪੁੱਛੀਦਾ, ਨਾਲ ਉਹਨੂੰ ਪੁੱਛਦਾ, ਹਾਂ ਦੱਸੋ ਜੀ ਹੁਣੀ ਮੈਂ ਕੀ ਬੋਲਿਆ, ਉਹ ਮੈਂ ਤਾਂ ਸੁਣਿਆ ਨਹੀਂ, ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਸੀ ਤੁਹਾਡਾ ਧਿਆਨ ਸਾਈਡ ਤੇ ਚਲ ਗਿਆ ਸੀ। ਹੁਣ ਅਸੀਂ ਸਮਾਰਟ ਬਣ ਗਏ, ਪਰ ਕਿੱਦਾਂ ਬਣੇ, ਸ਼ੁਰੂ 'ਚ ਤਾਂ ਸੀਗੇ ਨਹੀਂ, ਕਰ ਕਰਕੇ ਸਮਾਰਟ ਬਣ ਗਏ। ਤੁਸੀਂ ਵੀ ਬਣ ਜਾਣਾ ਸਮਾਰਟ, ਠੀਕ ਹੈ ਜੀ। ਤੇ ਫਿਕਸ ਮਾਈਂਡ ਸੈਟ ਵਾਲੇ ਕਹਿੰਦੇ ਮੈਂ ਸਮਾਰਟ ਹੈ ਨਹੀਂ ਤੇ ਮੈਂ ਇੱਦਾਂ ਦਾ ਰਹਿਣਾ। ਗਰੋਥ ਮਾਈਂਡ ਸੈਟ ਵਾਲੇ ਕਹਿੰਦੇ ਮੈਂ ਸਮਾਰਟ ਹੈ ਨਹੀਂ ਗਾ, ਕੋਈ ਗੱਲ ਨਹੀਂ, ਅੱਜ ਨਹੀਂ ਹੈਗਾ, ਕੱਲ ਨੂੰ ਬਣ ਜਾਣਾ ਸਮਾਰਟ। ਤੇ ਤੁਸੀਂ ਸਾਰੇ ਜਣੇ ਸਮਾਰਟ ਬਣ ਸਕਦੇ ਆ, ਕਿਉਂਕਿ ਤੁਸੀਂ ਗਰੋਥ ਮਾਈਂਡ ਸੈਟ 'ਚ ਤਬਦੀਲ ਹੋ ਰਹੇ ਆ। ਆਈ ਐਮ ਰਾਈਟ, ਤੇ ਹੋ ਰਹੇ ਨਾ ਸਾਰੇ ਜਣੇ ਗਰੋਥ ਮਾਈਂਡ ਸੈਟ 'ਚ ਤਬਦੀਲ। यस सर। यस सर। ਹਾਂ, यस सर। 12ਵਾਂ ਪੁਆਇੰਟ ਵੀ ਬਹੁਤ ਵਧੀਆ। 12ਵਾਂ ਪੁਆਇੰਟ ਕਹਿੰਦਾ ਕਿ ਜਿਹੜੇ ਫਿਕਸ ਮਾਈਂਡ ਸੈਟ ਵਾਲੇ ਲੋਕ ਆ ਨਾ, ਉਹ ਹਮੇਸ਼ਾ ਸੋਚਦੇ ਆ ਕਿ ਉਹਨਾਂ ਦਾ ਕਰੈਕਟਰ, ਉਹਨਾਂ ਦੀ ਪਰਸਨੈਲਿਟੀ ਔਰ ਉਹਨਾਂ ਦੀ ਹੈਬਿਟਸ, ਆਦਤਾਂ ਚੇਂਜ ਨਹੀਂ ਹੋ ਸਕਦੀਆਂ। ਉਹਨਾਂ ਦਾ ਚਰਿੱਤਰ ਚੇਂਜ ਨਹੀਂ ਹੋ ਸਕਦਾ, ਪਰਸਨੈਲਿਟੀ ਚੇਂਜ ਨਹੀਂ ਹੋ ਸਕਦੀ, ਆਦਤਾਂ ਚੇਂਜ ਨਹੀਂ ਹੋ ਸਕਦੀਆਂ। ਪਰ ਗਰੋਥ ਮਾਈਂਡ ਸੈਟ ਵਾਲੇ ਕਹਿੰਦੇ ਆ, ਮਤਲਬ ਜਿੱਦਾਂ ਕਈ ਲੋਕ ਤੁਸੀਂ ਕਹਿੰਦੇ ਨਾ ਫਿਕਸ ਮਾਈਂਡ ਸੈਟ ਦੀ ਆਪਾਂ ਉਦਾਹਰਨ ਵੀ ਲੈ ਲੈਂਦੇ, ਮੈਂ ਤਾਂ ਹਾਂ, ਫਿਕਸ ਮਾਈਂਡ ਸੈਟ ਵਾਲੇ ਲੋਕ ਕਹਿੰਦੇ ਆ ਕਿ ਮੇਰਾ ਚਰਿੱਤਰ ਮਤਲਬ ਕਰੈਕਟਰ ਮੇਰਾ ਨਹੀਂ ਚੇਂਜ ਹੋ ਸਕਦਾ, ਮੇਰੀ ਪਰਸਨੈਲਿਟੀ ਚੇਂਜ ਨਹੀਂ ਹੋ ਸਕਦੀ, ਮੇਰੀਆਂ ਆਦਤਾਂ ਚੇਂਜ ਨਹੀਂ ਹੋ ਸਕਦੀਆਂ। ਮੈਂ ਤਾਂ ਸਵੇਰੇ ਉੱਠ ਹੀ ਨਹੀਂ ਸਕਦਾ, ਮੈਂ ਤਾਂ 10 ਵਜੇ ਤੋਂ ਪਹਿਲਾਂ ਮਾਰਕੀਟ 'ਚ ਜਾ ਹੀ ਨਹੀਂ ਸਕਦਾ, ਮੈਂ ਤਾਂ ਰਾਤ ਨੂੰ 10 ਵਜੇ ਤੋਂ ਬਾਅਦ ਜਾਗ ਹੀ ਨਹੀਂ ਸਕਦਾ, ਜਾਂ ਮੈਂ 12 ਵਜੇ ਤੋਂ ਪਹਿਲਾਂ ਸੌ ਨਹੀਂ ਸਕਦਾ, ਮੈਂ ਉਹ ਕੰਮ ਨਹੀਂ ਕਰ ਸਕਦਾ। ਆਦਤਾਂ ਦੀ ਗੱਲ ਕਰ ਰਿਹਾ, ਠੀਕ ਹੈ ਜੀ। ਤਾਂ ਉਹ ਕਹਿੰਦੇ, ਪਰ ਗਰੋਥ ਮਾਈਂਡ ਸੈਟ ਵਾਲੇ ਲੋਕ ਕੀ ਹੁੰਦੇ ਆ, ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਚੀਜ਼ ਬਾਰੇ ਡਿਫਾਈਨ ਨਹੀਂ ਕਰਦੇ, ਕਿਸੇ ਚੀਜ਼ ਨੂੰ ਫਿਕਸ ਕਰਕੇ ਡਿਫਾਈਨ ਨਹੀਂ। ਜਿੱਦਾਂ ਆ ਫਿਕਸ ਕਰ ਦਿੱਤਾ ਨਾ ਉਹਨਾਂ ਨੇ ਕਿ ਮੈਂ ਉੱਠ ਨਹੀਂ ਸਕਦਾ, ਮੈਂ ਜਾਗ ਨਹੀਂ ਸਕਦਾ, ਮੈਂ ਬੈਠ ਨਹੀਂ ਸਕਦਾ, ਮੈਂ ਦੌੜ ਨਹੀਂ ਸਕਦਾ, ਮੈਂ ਇੰਨੀ ਦੇਰ ਬੈਠ ਨਹੀਂ ਸਕਦਾ, ਮੈਂ ਇੰਨੇ ਪਲਾਨ ਕਰ ਨਹੀਂ ਸਕਦਾ, ਉਹਨਾਂ ਨੇ ਕਰ ਲਿਆ। ਪਰ ਗਰੋਥ ਮਾਈਂਡ ਸੈਟ ਵਾਲੇ ਕਹਿੰਦੇ ਆ ਉਹ ਕਿਸੇ ਚੀਜ਼ 'ਚ ਆਪਣੇ ਆਪ ਨੂੰ ਡਿਫਾਈਨ ਨਹੀਂ ਕਰਦੇ। ਉਹ ਕਹਿੰਦੇ ਟਾਈਮ ਪੈਣ 'ਤੇ ਅਸੀਂ ਵੀ ਕੋਈ ਵੀ ਕੰਮ, ਕਿੱਦਾਂ ਦਾ ਮਰਜ਼ੀ ਕੰਮ ਅਸੀਂ ਜਿਸਲੇ ਮਰਜ਼ੀ ਕਰ ਸਕਦੇ, ਸਾਡਾ ਕੋਈ ਟਾਈਮ ਨਹੀਂ, ਜਿੱਲੇ ਮਰਜ਼ੀ ਆਪਾਂ ਜਾਗ ਸਕਦੇ, ਜਿੱਲੇ ਮਰਜ਼ੀ ਆਪਾਂ ਉੱਠ ਸਕਦੇ, ਜਿਹੜਾ ਮਰਜ਼ੀ ਕੰਮ ਕਰ ਸਕਦੇ। ਉਹ ਆਪਣੇ ਆਪ ਨੂੰ ਕਦੇ ਡਿਫਾਈਨ ਨਹੀਂ ਕਰਦੇ, ਉਹ ਆਪਣੀਆਂ ਆਦਤਾਂ ਨੂੰ ਕਦੇ ਫਿਕਸ ਨਹੀਂ ਕਰਦੇ, ਹੈ ਨਾ। ਉਹ ਜਿਹੜੀ ਬਾਰਿਸ਼ਾਹ ਵਾਲੀ ਜਿਹੜੀ ਗੱਲ ਹੈ ਨਾ, ਉਹ ਫਿਕਸ ਮਾਈਂਡ ਸੈਟ ਵਾਲੇ ਜ਼ਿਆਦਾ ਬੋਲਦੇ ਆ ਕਿ ਬਾਰਿਸ਼ਾਹ ਨਾ ਆਦਤਾਂ ਜਾਂਦੀਆਂ ਨੇ, ਚਾਹੇ ਕੱਟੀਏ ਪੋਰੀਆਂ ਪੋਰੀਆਂ ਜੀ ਨਾ, ਆਦਤਾਂ ਚੱਲ ਜਾਂਦੀਆਂ ਵਾ। ਗਰੋਥ ਮਾਈਂਡ ਸੈਟ ਵਾਲੇ ਆਪਣੀਆਂ ਆਦਤਾਂ ਬਦਲ ਲੈਂਦੇ ਆ। ਬਹੁਤ ਐਗਜ਼ਾਮਪਲਾਂ ਆ ਜਿਹੜਾਂ ਨੇ ਲੋਕਾਂ ਨੇ ਆਪਣੀਆਂ ਆਦਤਾਂ ਬਦਲ ਕੇ ਆਪਣੇ ਆਪ ਨੂੰ ਚੇਂਜ ਕਰ ਲਿਆ ਔਰ ਬਹੁਤ ਕਾਮਯਾਬ ਹੋਏ, ਠੀਕ ਹੈ ਜੀ। ਤੇ ਕਾਲੀਦਾਸ ਜਿਹੜਾ ਇੱਕ ਮੂਰਖ ਸੀਗਾ, ਉਹ ਬਹੁਤ ਵੱਡਾ ਗਿਆਨੀ ਬਣਿਆ। ਤੇ ਇਦਾਂ ਬਹੁਤ ਸਾਰੇ ਲੋਕਾਂ ਨੇ ਆਦਤਾਂ ਬਦਲੀਆਂ। ਤੇ ਆਪਾਂ ਇਹ ਵਾਲੀ ਕਹਾਵਤ ਨਹੀਂ ਬੋਲਣੀ, ਨਾ ਹੀ ਆਪਾਂ ਬੋਲਣੀ ਹੈ ਕਿ ਚੱਦਰ ਦੇਖ ਕੇ ਪੈਰ ਪਸਾਰੋ, ਤੇ ਨਾ ਹੀ ਆਪਾਂ ਬੋਲਣੇ ਆਦਤਾਂ ਨਹੀਂ ਬਦਲਦੀਆਂ। ਆਦਤਾਂ ਵੀ ਬਦਲ ਜਾਂਦੀਆਂ। ਕੰਮ ਕਰਨਾ ਸ਼ੁਰੂ ਕਰੋ, 21 ਦਿਨਾਂ ਵਿੱਚ ਆਦਤ ਬਦਲਣੀ ਸ਼ੁਰੂ ਹੋ ਜਾਂਦੀ ਹੈ। 90 ਦਿਨ ਕਿਸੇ ਕੰਮ ਨੂੰ ਲਗਾਤਾਰ ਕਰ ਦਿਓ ਤੇ ਆਦਤ ਪੱਕੀ ਬਣ ਜਾਂਦੀ ਹੈ। ਕਲੀਅਰ ਜੀ। ਕਿੰਨੇ ਪੁਆਇੰਟ? 12 ਪੁਆਇੰਟ ਹੋ ਗਏ। 13ਵਾਂ ਪੁਆਇੰਟ, ਟਾਈਮ ਕਿੰਨਾ ਹੋ ਗਿਆ? ਹਾਂ, 13ਵਾਂ ਪੁਆਇੰਟ, ਇਹ ਵੀ ਬਹੁਤ ਵਧੀਆ ਪੁਆਇੰਟ ਆ ਕਿ ਜਿਹੜੇ ਫਿਕਸ ਮਾਈਂਡ ਸੈਟ ਵਾਲੇ ਲੋਕ ਆ ਨਾ, ਉਹ ਸਮਝਦੇ ਆ ਕਿ ਜਿਹੜੇ ਸਾਡੇ ਰਿਲੇਸ਼ਨਸ ਆ ਨਾ, ਸੰਬੰਧ, ਕਿਸੇ ਨਾਲ ਵੀ ਸਾਡੇ ਰਿਲੇਸ਼ਨ ਆ, ਜਿਹੜੇ ਸੰਬੰਧ ਆ, ਉਹ ਵੀ ਫਿਕਸ ਆ। ਮਤਲਬ ਜੇ ਕਿਸੇ ਨਾਲ ਬੋਰਿੰਗ ਸੰਬੰਧ ਤੇ ਬੋਰਿੰਗ ਰਹਿਣਾ, ਜੇ ਕਿਸੇ ਨਾਲ ਲੜਾਈ ਹੁੰਦੀ ਹੈ ਤੇ ਲੜਾਈ ਹੁੰਦੀ ਰਹਿਣੀ, ਜੇ ਕਿਸੇ ਨਾਲ ਪਿਆਰ ਹੈ ਤੇ ਪਿਆਰ ਹੀ ਰਹਿਣਾ। ਚਲੋ ਪਿਆਰ ਹੈ ਤਾਂ ਬਹੁਤ ਵਧੀਆ, ਪਰ ਉਹ ਲੜਾਈ ਵਾਲੇ ਨੂੰ ਲੜਾਈ ਵਾਲਾ ਹੀ ਰਹਿਣ ਦਿੰਦੇ ਆ, ਬੋਰਿੰਗ ਵਾਲੇ ਨੂੰ ਬੋਰਿੰਗ ਵਾਲਾ ਹੀ ਰਹਿਣ ਦਿੰਦੇ ਆ। ਪਰ ਗਰੋਥ ਮਾਈਂਡ ਸੈਟ ਵਾਲੇ ਲੋਕ ਕੀ ਆ, ਹਮੇਸ਼ਾ ਸੋਚਦੇ ਆ ਕਿ ਹਰੇਕ ਬੰਦਾ ਆਪਣੇ ਆਪ ਨੂੰ ਇੰਪਰੂਵ ਕਰ ਸਕਦਾ, ਹਰੇਕ ਪਾਰਟਨਰ ਇੰਪਰੂਵ ਕਰ ਸਕਦਾ, ਆਪਣੀਆਂ ਕਮੀਆਂ ਨੂੰ ਦੂਰ ਕਰ ਸਕਦਾ, ਦੂਸਰੇ ਦੀਆਂ ਕਮੀਆਂ ਨੂੰ ਵੀ ਦੂਰ ਕਰ ਸਕਦਾ। ਮਤਲਬ ਆਪਣੇ ਆਪ ਨੂੰ ਵੀ ਇੰਪਰੂਵ ਕਰਦੇ ਆ ਤੇ ਦੂਸਰੇ ਨੂੰ ਵੀ ਇੰਪਰੂਵ ਕਰਨ ਦਾ ਮੌਕਾ ਦਿੰਦੇ ਆ ਤੇ ਰਿਲੇਸ਼ਨ ਨੂੰ ਵਧੀਆ ਕਰਦੇ ਆ। ਗਰੋਥ ਮਾਈਂਡ ਸੈਟ ਵਾਲੇ ਲੋਕ ਖੁਦ ਵੀ ਚੇਂਜ ਹੁੰਦੇ ਆ ਤੇ ਦੂਸਰੇ ਨੂੰ ਵੀ ਚੇਂਜ ਹੋਣ ਦੇ ਵਿੱਚ ਸਪੋਰਟ ਕਰਦੇ ਆ।
ਆਰਡਰ ਨਹੀਂ ਕਰਦੇ, ਕੰਪੈਲ ਨਹੀਂ ਕਰਦੇ ਆਰਡਰ ਉਹਨੂੰ ਚੇਂਜ ਕਰਨ ਵਿੱਚ, ਸਪੋਰਟ ਕਰਦੇ ਆ, ਸਹਾਰਾ ਦਿੰਦੇ ਚੇਂਜ ਹੋਣ ਦੇ ਵਿੱਚ, ਤੇ ਰਿਲੇਸ਼ਨਸ਼ਿਪ ਨੂੰ ਵਧੀਆ ਕਰਦੇ ਆ, ਗਰੋਥ ਨੂੰ। ਠੀਕ ਹੈ ਜੀ, ਰਿਲੇਸ਼ਨਸ਼ਿਪ ਕੋਈ ਵੀ ਹੋ ਸਕਦਾ ਹਨਾ, ਜ਼ਿਆਦਾ ਮਤਲਬ ਜ਼ਿਆਦਾਤਰ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹਨਾ, ਜੇ ਜ਼ਿਆਦਾ ਲੜਾਈਆਂ ਹੁੰਦੀਆਂ ਤੇ ਕੋਈ ਗੱਲ ਨਹੀਂ, ਅੱਜ ਲੜਾਈਆਂ ਹੁੰਦੀਆਂ ਜੇ ਅਸੀਂ ਉਹ ਇਸ ਕਰਕੇ ਹੁੰਦੀਆਂ ਕਿਉਂਕਿ ਸਾਡਾ ਮਾਈਂਡ ਜਿਹੜਾ ਫਿਕਸ ਆ, ਫਿਕਸਡ ਮਾਈਂਡਸੈਟ ਆ। ਅਸੀਂ ਸੋਚਦੇ ਹਾਂ ਕਿ ਜੀ ਮੇਰੀ ਲੜਾਈਆਂ ਹੋ ਰਹੀਆਂ ਤੇ ਲੜਾਈਆਂ ਹੀ ਹੋਈ ਜਾਣੀਆਂ, ਨਹੀਂ, ਤੁਸੀਂ ਗਰੋਥ ਮਾਈਂਡਸੈਟ ਕਰ ਸਕਦੇ ਆਪਣਾ। ਕਿੱਦਾਂ ਕਰ ਸਕਦੇ? ਆਪਣੇ ਆਪ ਨੂੰ ਵੀ ਚੇਂਜ ਕਰਕੇ ਤੇ ਪਾਰਟਨਰ ਨੂੰ ਵੀ ਸਪੋਰਟ ਕਰ ਸਕਦੇ ਚੇਂਜ ਕਰਨ 'ਚ। ਠੀਕ ਹੈ ਜੀ, ਕਮੀਆਂ, ਇਹ ਕਿਤਾਬ ਵਿੱਚ ਬਹੁਤ ਵਧੀਆ ਸੰਬੰਧ ਦੇ ਉੱਪਰ ਨਾ ਸਪੈਸ਼ਲ ਚੈਪਟਰ ਲਿਖਿਆ ਹੋਇਆ, ਸੰਬੰਧ ਰਿਲੇਸ਼ਨਸ ਦੇ ਉੱਪਰ। ਉਹਦੇ ਮਤਲਬ ਉਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਆ ਨਾ, ਉਹਨਾਂ ਤੇ ਇੱਕ ਰਿਸਰਚ ਕੀਤੀ ਗਈ, ਇੱਕ ਨਾ ਸਰਵੇ ਕੀਤਾ ਗਿਆ ਤੇ ਕਿ ਤੁਸੀਂ ਕਿੱਦਾਂ ਦਾ ਪਾਰਟਨਰ ਚਾਹੁੰਦੇ ਆ। ਤਾਂ ਫਿਕਸ ਮਾਈਂਡਸੈਟ ਵਾਲਿਆਂ ਨੇ ਕਿਹਾ ਕਿ ਉਹ ਵਾਲਾ ਪਾਰਟਨਰ ਜਿਹੜੀ ਵੀ ਹਰੇਕ ਮੇਰੀ ਗੱਲ ਮੰਨੇ, ਮੇਰੇ ਹਿਸਾਬ ਨਾਲ ਚੱਲੇ, ਸਾਰਾ ਕੁਝ ਮੇਰੇ ਹਿਸਾਬ ਨਾਲ ਕਰੇ, ਇਹ ਫਿਕਸ ਮਾਈਂਡਸੈਟ ਵਾਲੇ ਸੀ। ਪਰ ਗਰੋਥ ਮਾਈਂਡਸੈਟ ਵਾਲੇ ਕਹਿੰਦੇ ਕਿ ਸਾਨੂੰ ਇੱਦਾਂ ਦਾ ਪਾਰਟਨਰ ਚਾਹੀਦਾ ਜਿਹੜਾ ਸਾਨੂੰ ਚੈਲੰਜ ਕਰੇ, ਮਤਲਬ ਚੈਲੰਜ ਦੇਵੇ, ਇੰਪਰੂਵ ਕਰਨ ਵਾਸਤੇ ਚੈਲੰਜ ਦੇਵੇ, ਸਾਡੀਆਂ ਕਮੀਆਂ ਦੱਸੇ, ਸਾਨੂੰ ਇੰਪਰੂਵ ਕਰਨ ਲਈ ਸਪੋਰਟ ਕਰੇ, ਸਾਨੂੰ ਮਤਲਬ ਕਿ ਸਮਝ ਗਏ ਨਾ, ਮਤਲਬ ਕਿ ਸਪੋਰਟ ਕਰੇ ਸਾਨੂੰ। ਇੱਕ ਚੈਲੰਜ ਦੇਣ ਦਾ ਮਤਲਬ ਕਿ ਜਿਹਦੇ ਨਾਲ ਅਸੀਂ ਉਹ ਚੈਲੰਜ ਫੇਸ ਕਰਕੇ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕੀਏ, ਸਾਡੀਆਂ ਕਮੀਆਂ ਦੱਸੀ, ਅਸੀਂ ਕਮੀਆਂ ਨੂੰ ਦੂਰ ਕਰਕੇ ਹੋਰ ਇੰਪਰੂਵ ਕਰ ਸਕੀਏ। ਗਰੋਥ ਮਾਈਂਡਸੈਟ ਵਾਲੇ ਲੋਕਾਂ ਦਾ ਇਹ ਵਾਲਾ ਸੀਗਾ। ਤੇ ਗਰੋਥ ਮਾਈਂਡਸੈਟ ਵਾਲੇ ਲੋਕ ਜਿਹੜੇ ਆਪਣੇ ਰਿਲੇਸ਼ਨਸ ਨੂੰ ਵੀ ਦਿਨੋਂ ਦਿਨ ਇੰਪਰੂਵ ਕਰਦੇ ਆ, ਫਿਕਸ ਮਾਈਂਡਸੈਟ ਵਾਲੇ ਉੱਥੇ ਰੱਖਦੇ ਆ। 13 ਪੁਆਇੰਟ ਹੋ ਗਏ। 14ਵਾਂ ਪੁਆਇੰਟ, ਫਿਕਸ ਮਾਈਂਡਸੈਟ ਵਾਲਿਆਂ ਨੂੰ ਜੇ ਕੋਈ ਬੰਦਾ ਸਲਾਹ ਦੇਵੇ ਨਾ, 14ਵੇਂ ਪੁਆਇੰਟ 'ਚ ਕੀ ਆ, ਜੇ ਕੋਈ ਬੰਦਾ ਫਿਕਸ ਮਾਈਂਡਸੈਟ ਵਾਲਿਆਂ ਨੂੰ ਬੈਟਰ ਬਣਨ ਵਾਸਤੇ, ਵਧੀਆ ਬਣਨ ਵਾਸਤੇ ਕੋਈ ਸਲਾਹ ਦੇਵੇ, ਕੋਈ ਓਪੀਨੀਅਨ ਦੇਵੇ, ਕੋਈ ਫੀਡਬੈਕ ਦੇਵੇ, ਤਾਂ ਉਹ ਖਿਜਣਾ ਸ਼ੁਰੂ ਕਰ ਦਿੰਦੇ, ਮੂੰਹ ਫੁਲਾ ਲੈਂਦੇ, ਮੂੰਹ ਫੁਲਾ ਲੈਂਦੇ ਹਨਾ, ਤੇ ਅਨਕੰਫਰਟੇਬਲ ਫੀਲ ਕਰਦੇ ਫਿਕਸ ਮਾਈਂਡਸੈਟ ਵਾਲੇ ਹਨਾ। ਤੇ ਬਹੁਤ ਸਾਰੀ ਜਗ੍ਹਾ ਤੇ ਤੁਹਾਡੀ ਅਪਲਾਈਨ ਤੁਹਾਨੂੰ ਸਲਾਹ ਦਿੰਦੀ ਹੋਣੀ, ਆਹ ਇਦਾਂ ਕਾਹਤੋਂ ਕੀਤਾ ਸੀ, ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ, ਇਦਾਂ ਕਰਨਾ ਚਾਹੀਦਾ ਸੀਗਾ ਹਨਾ। ਤੇ ਗਰੋਥ ਮਾਈਂਡਸੈਟ ਵਾਲੇ ਜਿਹੜੇ ਆ ਆਪਣੀ ਸੀਨੀਅਰ ਦੀ ਸਲਾਹ ਨੂੰ, ਸੀਨੀਅਰ ਦੀ ਹੀ ਨਹੀਂ, ਆਪਣੀ ਜੂਨੀਅਰ ਦੀ ਸਲਾਹ ਨੂੰ ਵੀ ਧਿਆਨ ਨਾਲ ਸੋਚਦੇ ਆ, ਵਿਚਾਰਦੇ ਆ, ਤੇ ਜੇ ਕੋਈ ਕਮੀ ਪੇਸ਼ੀ ਲੱਭਦੀ ਆ ਉਹਨੂੰ ਇੰਪਰੂਵ ਕਰਦੇ ਆ। ਠੀਕ ਹੈ ਜੀ, ਤੇ ਮੇਰੇ 'ਚ ਵੀ ਇਹ ਆਦਤ ਸੀਗੀ, ਜਦੋਂ ਮੈਨੂੰ ਕੋਈ ਸਲਾਹ ਦਿੰਦਾ ਸੀ ਮੈਨੂੰ ਖਿਝ ਆਉਣੀ ਸ਼ੁਰੂ ਹੋ ਜਾਂਦੀ ਸੀ ਕਿ ਮੈਨੂੰ ਕਾਹਤੋਂ ਕਹਿੰਦੇ, ਮੈਨੂੰ ਕਾਹਤੋਂ ਸਮਝਾਉਂਦੇ, ਮੈਂ ਤਾਂ ਬਹੁਤ ਸਮਾਰਟ ਆ, ਕਿਉਂਕਿ ਉਹ ਮੇਰੀ ਮਾਨਸਿਕਤਾ ਫਿਕਸ ਸੀ। ਠੀਕ ਹੈ ਜੀ, ਤੇ ਹੌਲੀ ਹੌਲੀ ਆਪਣੀ ਮਾਨਸਿਕਤਾ ਨੂੰ ਚੇਂਜ ਕੀਤਾ, ਤੇ ਜਦੋਂ ਹੁਣ ਮੈਨੂੰ ਕੋਈ ਸਲਾਹ ਮਿਲਦੀ ਹੈ ਤੇ ਮੈਨੂੰ ਹੁਣ ਮੈਂ ਨਾ ਖਿਝਣਾ ਥੋੜਾ ਬੰਦ ਕਰ ਦਿੱਤਾ, ਤੇ ਹੁਣ ਮੈਂ ਸੋਚਦਾ ਹੁੰਦਾ ਕਿ ਇਹ ਸਲਾਹ ਮੈਨੂੰ ਕਿਉਂ ਮਿਲੀ, ਇਹਦੇ ਤੇ ਕੰਮ ਕਰਕੇ ਮੇਰਾ ਕੰਮ ਵਧੀਆ ਹੋ ਸਕਦਾ। ਤੇ ਫਿਕਸ ਮਾਈਂਡਸੈਟ ਵਾਲੇ ਨਾ ਜਿਹੜੀ ਵੀ ਸਲਾਹ ਉਹਨੂੰ ਅੰਦਰ ਆਉਣ ਦਿੰਦੇ, ਜਾਣ ਦਿੰਦੇ ਆ, ਬਿਨਾਂ ਖਿਜੇ ਅੰਦਰ ਜਾਣ ਦਿੰਦੇ ਆ, ਅਨਕੰਫਰਟੇਬਲ ਨਹੀਂ ਹੁੰਦੇ। ਠੀਕ ਹੈ ਜੀ, ਚਿੜਦੇ ਨਹੀਂ ਹੈਗੇ। ਇਸ ਕਿਤਾਬ ਦੇ ਵਿੱਚ ਨਾ 2-3 ਕੰਪਨੀਆਂ, ਵੱਡੀਆਂ ਵੱਡੀਆਂ ਕੰਪਨੀਆਂ ਦੇ ਉਦਾਹਰਨ ਦਿੱਤੇ ਜਿਹੜੀਆਂ ਟੌਪ ਤੇ ਸੀਗੀਆਂ ਵਰਲਡ 'ਚ। ਇੱਕ ਐਨਰੌਨ ਕੰਪਨੀ ਦਾ ਕੋਈ ਆਇਆ ਕੋਕਾ ਮਤਲਬ ਨਾਮ ਦਾ CEO ਸੀਗਾ, CEO ਜਿਹੜਾ ਕੰਪਨੀ ਟੌਪ ਤੇ ਹੁੰਦਾ। ਤੇ ਉਹ ਕਹਿੰਦਾ ਉਹ ਵੀ ਇਦਾਂ ਸੀਗਾ ਕਿ ਜਦੋਂ ਕੰਪਨੀ ਨੇ ਤਾਂ ਬਹੁਤ ਗਰੋ ਕੀਤਾ, ਪਰ ਉਹ ਬੰਦਾ ਜਿਹੜਾ ਆ ਕਿਸੇ ਦੀ ਸਲਾਹ ਜਿਹੜੀ ਆ ਸੁਣਨ ਤੋਂ ਗੁਰੇਜ਼ ਕਰਦਾ ਸੀ। ਬਹੁਤ ਸਾਰੇ ਉਹਦੇ ਮੈਨੇਜਰ, ਜਦੋਂ ਕੰਪੀਟੀਸ਼ਨ 'ਚ ਹੋਰ ਵੀ ਕੰਪਨੀਆਂ ਆ ਗਈਆਂ, ਉਹਨਾਂ ਦੇ ਮੈਨੇਜਰ ਨੇ ਕਿਹਾ ਕਿ ਸਾਡਾ ਇਹ ਪ੍ਰੋਡਕਟ ਇੱਦਾਂ ਇੰਪਰੂਵ ਹੋਣਾ ਚਾਹੀਦਾ, ਤੇ ਉਹ ਆਪਣੇ ਆਪ ਨੂੰ ਸਮਾਰਟ ਸਮਝਦੇ ਕਿ ਮੈਨੂੰ ਸਲਾਹ ਦਿੰਦੇ ਆ ਹਨਾ। ਉਹ ਆਪਣੇ ਆਪ ਨਾਲ ਉਹਨਾਂ ਮੈਨੇਜਰ ਨਾਲ ਘੇਰ ਕੇ ਰੱਖਦਾ ਸੀ ਜਿਹੜੇ ਉਹਦੀ ਪ੍ਰਸ਼ੰਸਾ ਹੀ ਕਰਦੇ ਸੀ, ਜਿਹੜੇ ਉਹਦੀ ਕੋਈ ਕਮੀ ਨਹੀਂ ਕੱਢਦੇ ਸੀ। ਤੇ ਜਿਹੜੇ ਮੈਨੇਜਰ ਨੇ ਉਹਦੀ ਕਮੀ ਕੱਢਣੀ ਸ਼ੁਰੂ ਕੀਤੀ, ਉਹਨੇ ਕੰਪਨੀ 'ਚੋਂ ਬਾਹਰ ਕੱਢ ਦਿੱਤੇ। ਤਾਂ ਕੀ ਹੋਇਆ, ਐਨਰੌਨ ਕੰਪਨੀ ਬਹੁਤ ਡਾਊਨ ਰਹੀ, ਦੀਵਾਲੀਆ ਹੋ ਗਈ ਉਸ CEO ਕਰਕੇ, ਕਿਉਂਕਿ ਸਾਰੇ ਡਿਸੀਜ਼ਨ CEO ਨੇ ਲੈਣੇ ਹੁੰਦੇ ਆ। ਤੇ ਫਿਕਸ ਮਾਈਂਡਸੈਟ ਵਾਲੇ ਇੱਦਾਂ, ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਹੁੰਦੇ ਆ, ਜਦੋਂ ਉਹਨਾਂ ਨੂੰ ਕੋਈ ਸਲਾਹ ਮਿਲਦੀ ਆ, ਕਿਸੇ ਕੰਮ ਦੀ ਫੀਡਬੈਕ ਮਿਲਦੀ ਆ, ਉਹਨੂੰ ਬੜੇ ਹੀ ਧਿਆਨ ਨਾਲ ਸੁਣਦੇ ਆ। ਧਿਆਨ ਨਾਲ ਸੁਣ ਕੇ ਫਿਰ ਜਿਹੜੀ ਕੋਈ ਕਮੀ ਪੇਸ਼ੀ ਦੱਸੀ ਜਾਂਦੀ ਆ ਉਹਨੂੰ ਇੰਪਰੂਵ ਕਰਦੇ ਆ, ਤੇ ਆਪਣੇ ਆਪ ਨੂੰ ਹੋਰ ਗਰੋ ਕਰਦੇ ਆ। ਤੁਸੀਂ ਦੇਖਿਆ ਹੋਣਾ ਨਾ, ਗਰੋਥ ਮਾਈਂਡਸੈਟ ਵਾਲੇ ਸਾਡੇ 'ਚ ਬਹੁਤ ਸਾਰੀ ਡਾਊਨਲਾਈਨਸ ਹੈਗੀਆਂ ਗਰੋਥ ਮਾਈਂਡਸੈਟ ਵਾਲੀਆਂ, ਜਿਹੜੀਆਂ ਪਰਫਾਰਮੈਂਸ ਕਰਨ ਤੋਂ ਬਾਅਦ, ਪਲਾਨ ਕਰਨ ਤੋਂ ਬਾਅਦ ਖੁਦ ਆਪ ਜਾ ਕੇ ਅਪਲਾਈਨ ਨੂੰ ਪੁੱਛਦੀਆਂ ਕਿ ਸਰ ਜੀ ਮੇਰਾ ਪਲਾਨ ਕਿੱਦਾਂ ਦਾ ਸੀ, ਸਰ ਜੀ ਮੇਰੇ 'ਚ ਕੋਈ ਕਮੀ ਪੇਸ਼ੀ ਦੱਸੋ। ਬਹੁਤ ਸਾਰੀਆਂ, ਤੇ ਉਹਨਾਂ ਨੂੰ ਦੱਸਿਆ ਜਾਂਦਾ ਫਿਰ। ਤੇ ਕਈ ਪਰਫਾਰਮੈਂਸ ਕਰਕੇ ਤੇ ਨਹੀਂ ਪੁੱਛਦੇ ਹਨਾ, ਚਲੋ ਨਹੀਂ ਪੁੱਛਦੇ, ਜਾਂ ਜੇ ਅਪਲਾਈਨ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੇ ਸਲਾਹ, ਤੇ ਕਈ ਬੰਦੇ ਨਹੀਂ ਮੰਨਦੇ ਨਾ, ਤੇ ਉਹ ਫਿਰ ਫਿਕਸ ਮਾਈਂਡਸੈਟ ਆ। ਅਸੀਂ ਫਿਕਸ ਮਾਈਂਡਸੈਟ ਨਹੀਂ ਰੱਖਣਾ। ਜਦੋਂ ਵੀ ਸਾਨੂੰ ਕੋਈ ਸਲਾਹ ਮਿਲਦੀ, ਕਈ ਵਾਰ ਡਾਊਨਲਾਈਨ ਤੋਂ ਵੀ ਮਿਲਦੀ ਆ, ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੀ ਡਾਊਨਲਾਈਨ ਤੋਂ ਵੀ ਸਿੱਖੀਆਂ ਵਾ, ਡਾਊਨਲਾਈਨ ਨੇ ਵੀ ਮੈਨੂੰ ਕਈ ਵਾਰ ਸਲਾਹਾਂ ਦਿੱਤੀਆਂ, ਤੇ ਉਹ ਮੈਂ ਸਲਾਹਾਂ ਸੋਚੀਆਂ ਵਿਚਾਰੀਆਂ, ਫਿਰ ਦੇਖਿਆ ਹਾਂ ਇਹ ਮੇਰੇ ਵਾਸਤੇ ਫਾਇਦੇਮੰਦ ਆ, ਤੇ ਆਪਾਂ ਉਹਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕੀਤਾ।
ਕਲੀਅਰ ਜੀ। ਤੇ ਆਪਣੇ ਆਪ ਨੂੰ ਥੋੜਾ ਜਿਹਾ ਇੰਪਰੂਵ ਕੀਤਾ। 14ਵਾਂ ਪੁਆਇੰਟ ਹੋ ਗਿਆ ਕਲੀਅਰ ਕਿ ਆਪਣੇ ਆਪ ਨੂੰ ਬੈਟਰ ਬਣਾਉਣਾ। ਬੈਟਰ ਬਣਾਉਣ ਵਾਸਤੇ ਕੀ ਹੈ ਕਿ ਸੀਨੀਅਰ ਹੋਵੇ ਜੂਨੀਅਰ ਹੋਵੇ ਜਿਹੜੀ ਵੀ ਤੁਹਾਨੂੰ ਸਲਾਹ ਮਿਲਦੀ ਉਹਨੂੰ ਧਿਆਨ ਨਾਲ ਸੋਚਣਾ ਵਿਚਾਰਨਾ ਔਰ ਆਪਣੇ ਆਪ ਨੂੰ ਇੰਪਰੂਵ ਕਰਨਾ। ਤੇ ਲਾਸਟ ਪੁਆਇੰਟ ਕੀ ਆ ਕਿ ਦੇਖੋ ਜਿਹੜਾ ਗਰੋਥ ਮਾਈਂਡਸੈਟ ਆ ਔਰ ਫਿਕਸ ਮਾਈਂਡਸੈਟ ਆ 9-30 ਹੋ ਗਏ ਨਾ। ਗਰੋਥ ਮਾਈਂਡਸੈਟ ਔਰ ਫਿਕਸ ਮਾਈਂਡਸੈਟ ਹਰੇਕ ਬੰਦੇ ਦਾ ਕੋਈ ਇਦਾਂ ਨਹੀਂ ਆ ਕਿ ਕੋਈ ਬੰਦਾ ਫਿਕਸ ਮਾਈਂਡਸੈਟ ਵਿੱਚ ਹੀ ਫਿਕਸ ਆ ਜਾਂ ਕਿਸੇ ਦਾ ਪੱਕਾ ਗਰੋਥ ਮਾਈਂਡਸੈਟ ਆ। ਅਸੀਂ ਕਦੇ ਗਰੋਥ ਮਾਈਂਡਸੈਟ 'ਚ ਹੁੰਨੇ ਕਦੇ ਫਿਕਸ ਮਾਈਂਡਸੈਟ 'ਚ ਹੁੰਨੇ ਕਦੇ ਗਰੋਥ 'ਚ ਮਤਲਬ ਇੱਧਰ ਉੱਧਰ ਆਪਾਂ ਉਛਲਦੇ ਰਹਿੰਦੇ। ਮਤਲਬ ਕਿਸੇ ਟਾਈਮ ਆਪਾਂ ਗਰੋਥ ਮਾਈਂਡਸੈਟ 'ਚ ਡਿਸੀਜ਼ਨ ਲੈਂਦੇ ਆ ਕੰਮ ਕਰਦੇ ਆ, ਕਿਸੇ ਵੇਲੇ ਆਪਾਂ ਫਿਕਸ ਮਾਈਂਡ ਸੈਟ ਵਿੱਚ ਕੰਮ ਕਰਦੇ ਆ ਡਿਸੀਜ਼ਨ ਲੈਂਦੇ ਆ। ਬਸ ਸਾਨੂੰ ਇਹ ਚੈੱਕ ਕਰਨਾ ਆਉਣਾ ਚਾਹੀਦਾ, ਇਹ ਚੈੱਕ ਕਰਨਾ ਚਾਹੀਦਾ ਕਿ ਕਿਸ ਵੇਲੇ ਮੈਂ ਫਿਕਸ ਮਾਈਂਡ ਸੈਟ ਵਿੱਚ ਆ ਤੇ ਕਿਸ ਵੇਲੇ ਮੈਂ ਗਰੋਥ ਮਾਈਂਡ ਸੈਟ ਵਿੱਚ ਆ। ਜੇ ਮੈਂ ਕਿਤੇ ਫਿਕਸ ਮਾਈਂਡ ਸੈਟ ਦੇ ਡਿਸੀਜ਼ਨ ਲੈ ਰਿਹਾ ਤੇ ਮੈਂ ਉਸੇ ਵੇਲੇ ਆਪਣੇ ਆਪ ਨੂੰ ਗਰੋਥ ਮਾਈਂਡ 'ਚ ਤਬਦੀਲ ਕਰਨਾ। ਤੇ ਹੁਣ ਕਿੱਦਾਂ ਪਤਾ ਲੱਗੇ ਮੇਰਾ ਫਿਕਸ ਮਾਈਂਡ ਸੈਟ ਆ ਕਿ ਗਰੋਥ ਮਾਈਂਡ ਸੈਟ ਆ? ਉਹਦਾ ਸਭ ਤੋਂ ਸੌਖਾ ਤਰੀਕਾ ਕੀ ਆ ਕਿ ਹਮੇਸ਼ਾ ਆਪਣੇ ਆਪ ਨਾਲ ਸੱਚ ਬੋਲਣਾ। ਹਮੇਸ਼ਾ ਆਪਣੇ ਆਪ ਨਾਲ ਸੱਚ ਬੋਲਣਾ। ਜਿੱਦਾਂ ਹੋ ਸਕਦਾ ਮੀਟਿੰਗ ਸੁਣਦੇ ਤੁਸੀਂ ਆਪਣੇ ਆਪ ਨੂੰ ਕਹੋ ਨਹੀਂ ਮੈਂ ਤਾਂ ਨਹੀਂ ਇੱਦਾਂ ਦਾ ਹੈਗਾ, ਮੈਂ ਤਾਂ ਨਹੀਂ ਫਿਕਸ ਮਾਈਂਡ ਸੈਟ ਵਾਲਾ ਹੈਗਾ, ਹਨਾ। ਤੇ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ, ਪਰ ਤੁਸੀਂ ਚੈੱਕ ਕਰੋ ਕਿ ਤੁਸੀਂ ਆਪਣੇ ਆਪ ਨੂੰ ਸੱਚ ਬੋਲ ਰਹੇ ਆ। ਜੇ ਤੁਸੀਂ ਸੱਚ ਬੋਲੋਗੇ ਨਾ ਫਿਰ ਹੀ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਆ। ਤੇ ਜਿਹੜਾ 15ਵਾਂ ਪੁਆਇੰਟ ਕੀ ਆ ਕਿ ਜਿਹੜੇ ਗਰੋਥ ਮਾਈਂਡ ਸੈਟ ਵਾਲੇ ਲੋਕ ਹੁੰਦੇ ਆ ਨਾ ਉਹ ਹਮੇਸ਼ਾ ਆਪਣੇ ਆਪ ਨਾਲ ਸੱਚ ਬੋਲਦੇ ਆ। ਹਮੇਸ਼ਾ ਆਪਣੇ ਆਪ ਨਾਲ ਸੱਚ ਬੋਲਦੇ ਆ ਕਿ ਮੈਂ ਇਹ ਕੀ ਸੋਚ ਰਿਹਾ ਵਾਂ, ਕਿੱਦਾਂ ਸੋਚ ਰਿਹਾ ਵਾਂ। ਕਲੀਅਰ ਜੀ। ਮਤਲਬ ਹਮੇਸ਼ਾ ਆਪਣੇ ਆਪ ਨਾਲ ਸੱਚ ਬੋਲਣਾ। ਜਦੋਂ ਅਸੀਂ ਝੂਠ ਬੋਲਦੇ ਆ ਅਸੀਂ ਕਿਸੇ ਨਾਲ ਜਦੋਂ ਅਸੀਂ ਆਪਣੇ ਆਪ ਨਾਲ ਝੂਠ ਬੋਲਦੇ ਨਾ ਕਿਸੇ ਨਾਲ ਝੂਠ ਬੋਲ ਕੇ ਸ਼ਾਇਦ ਸਾਡਾ ਘੱਟ ਨੁਕਸਾਨ ਹੋਵੇ, ਪਰ ਆਪਣੇ ਆਪ ਨਾਲ ਝੂਠ ਬੋਲ ਕੇ ਅਸੀਂ ਸਭ ਤੋਂ ਵੱਡਾ ਨੁਕਸਾਨ ਕਰਦੇ ਹਾਂ। ਮੈਂ ਅੱਜ ਪਲਾਨ ਕਰਨ ਕਿਉਂ ਨਹੀਂ ਗਿਆ, ਮਗਰ ਆਪਣੇ ਨੇ ਪੁੱਛਿਆ ਤੁਸੀਂ ਅੱਜ ਪਲਾਨ ਕਰਨ ਕਿਉਂ ਨਹੀਂ ਗਏ, ਤਾਂ ਅਸੀਂ ਕੋਈ ਦੱਸਦਾ ਕਾਰਨ ਆਹ ਵਾਲਾ ਕਾਰਨ ਸੀ, ਪਰ ਆਪਣੇ ਅੰਦਰ ਸੋਚੋ ਕਿ ਸੱਚੀ ਉਹ ਕਾਰਨ ਸੀਗਾ। ਉਹ ਕਾਰਨ ਖਤਮ ਕਰਕੇ ਮੈਂ ਜਾ ਸਕਦਾ ਸੀ ਪਲਾਨ ਕਰਨ, ਮੈਂ ਆਪ ਹੀ ਨਹੀਂ ਗਿਆ। ਮੈਂ ਆਪਣਾ ਇੱਕ ਕਾਰਨ ਖੜਾ ਕਰ ਲਿਆ ਜਾਣ ਬੁੱਝ ਕੇ। ਫਿਕਸ ਮਾਈਂਡਸੈਟ ਵਾਲੇ ਲੋਕ ਜਿਹੜੇ ਆ ਆਪਣੇ ਆਪ ਨਾਲ ਬਹੁਤ ਜ਼ਿਆਦਾ ਝੂਠ ਬੋਲਦੇ ਆ ਤੇ ਉੱਥੇ ਦੇ ਉੱਥੇ ਰਹਿ ਜਾਂਦੇ ਆ। ਪਰ ਜਿਹੜੇ ਗਰੋਥ ਮਾਈਂਡਸੈਟ ਵਾਲੇ ਲੋਕ ਆ ਆਪਣੇ ਆਪ ਨਾਲ ਸੱਚ ਬੋਲਦੇ ਹਮੇਸ਼ਾ, ਇਸ ਕਰਕੇ ਉਹ ਗਰੋ ਕਰਦੇ ਆ। ਸ਼ੀਸ਼ੇ ਮੂਹਰੇ ਖੜੇ ਹੋ ਕੇ ਸੱਚ ਬੋਲਦੇ ਆ। ਸ਼ੀਸ਼ੇ ਮੂਹਰੇ ਖੜੇ ਹੋਣਾ ਤੇ ਆਪਣੇ ਆਪ ਨੂੰ ਪੁੱਛਣਾ ਮੈਂ ਇਹ ਕੰਮ ਕਿਉਂ ਨਹੀਂ ਕਰ ਰਿਹਾ, ਕਿੱਦਾਂ ਕਰ ਸਕਦਾ ਮੈਂ ਇਹਨੂੰ, ਇਹਦਾ ਇਸ ਕਰਕੇ ਨਹੀਂ ਕਰ ਰਿਹਾ, ਇਹ ਕਾਰਨ ਹੈਗਾ ਵੀ ਹੈ ਕੋਈ ਨਹੀਂ ਹੈਗਾ, ਉਹਨੂੰ ਖਤਮ ਕਰਨਾ। ਠੀਕ ਹੈ ਜੀ। ਤੇ ਆਪਣੇ ਆਪ ਨੂੰ ਅਸੀਂ ਫਿਕਸ ਮਾਈਂਡਸੈਟ ਤੋਂ ਗਰੋਥ ਮਾਈਂਡਸੈਟ ਵੱਲ ਟ੍ਰਾਂਸਫਰ ਕਰਨਾ। ਟ੍ਰਾਂਸਫਰ ਕਿੱਦਾਂ ਕਰ ਸਕਦੇ ਆ? ਆਪਣੇ ਆਪ ਨਾਲ ਸੱਚ ਬੋਲ ਕੇ। ਕਲੀਅਰ ਹੋ ਗਿਆ ਜੀ। ਤੇ ਠੀਕ ਹੈ ਜੀ। ਤੇ ਇਹ ਜਿਹੜੇ ਸੀਗੇ ਆਪਣੇ 15 ਪੁਆਇੰਟ ਸੀਗੇ। 15 ਪੁਆਇੰਟ ਵਿੱਚ ਆਪਾਂ ਇਹ ਦੇਖਿਆ ਕਿ ਕਿੱਦਾਂ ਕੋਈ ਬੰਦਾ ਫਿਕਸ ਮਾਈਂਡਸੈਟ ਵਿੱਚ ਆ ਤੇ ਕਿੱਦਾਂ ਕੋਈ ਬੰਦਾ ਗਰੋਥ ਮਾਈਂਡਸੈਟ ਵਿੱਚ ਆ ਨਾ। ਤੇ ਫਿਕਸ ਮਾਈਂਡਸੈਟ ਵਾਲੇ ਲੋਕ ਕਿੱਦਾਂ ਦੀਆਂ ਗੱਲਾਂ ਸੋਚਦੇ ਆ ਔਰ ਕਿੱਦਾਂ ਦੇ ਕੰਮ ਕਰਦੇ ਆ ਔਰ ਕਿੱਦਾਂ ਦੀਆਂ ਚੀਜ਼ਾਂ ਬੋਲਦੇ ਆ, ਤੇ ਗਰੋਥ ਮਾਈਂਡਸੈਟ ਵਾਲੇ ਕੀ ਸੋਚਦੇ ਆ, ਕੀ ਬੋਲਦੇ ਆ, ਉਹ ਕੀ ਕਰਦੇ ਆ। ਤੇ ਅਸੀਂ ਆਪਣੇ ਆਪ ਨੂੰ ਇਹ 15 ਪੁਆਇੰਟ ਜਿਹੜੇ ਆ ਨਾ ਇਹਨਾਂ ਤੇ ਨਾ ਆਪਾਂ ਪੁਆਇੰਟ ਦੇਣੇ ਕਿ 15 ਵਿੱਚੋਂ ਮੈਨੂੰ ਕਿੰਨੇ ਨੰਬਰ ਮਿਲੇ, 15 ਵਿੱਚੋਂ ਮੈਂ ਕਿੰਨੀ ਵਾਰ ਫਿਕਸ ਵਿੱਚ ਸੀਗਾ ਤੇ ਕਿੰਨੀ ਵਾਰ ਗਰੋਥ ਵਿੱਚ ਸੀਗਾ। ਨਵਾਂ ਕੰਮ ਕਰਨ ਵਿੱਚ ਮੈਂ ਘਬਰਾਨਾ, ਡਰਦਾ ਕਿ ਨਹੀਂ ਡਰਦਾ, ਫੇਲ ਹੋਣ ਤੋਂ ਮੈਂ ਡਰਦਾ, ਨਾ ਸੁਣਨ ਤੋਂ ਮੈਂ ਡਰਦਾ ਕਿ ਨਹੀਂ ਡਰਦਾ। ਤੇ ਸਾਨੂੰ 15 ਵਿੱਚੋਂ ਕਿੰਨੇ ਨੰਬਰ ਮਿਲੇ ਇਹ ਵੀ ਆਪਣੇ ਆਪ ਨਾਲ ਸੱਚ ਬੋਲਣਾ। ਫਿਰ ਉਹ ਨੰਬਰਾਂ ਨੂੰ ਇੰਪਰੂਵ ਕਰਨਾ। ਜੇ ਸਾਨੂੰ 7 ਨੰਬਰ ਮਿਲੇ ਤਾਂ 8 ਕਰਨੇ। ਆਪਣੇ ਆਪ ਨਾਲ ਸੱਚ ਨੰਬਰ ਜਿਹੜੇ ਆ ਸੱਚ ਹੀ ਲਗਾਉਣੇ ਆ। ਠੀਕ ਹੈ ਜੀ। ਤੇ ਉਹਨਾਂ ਨੂੰ ਫਿਰ ਇੰਪਰੂਵ ਕਰਨਾ ਨੰਬਰਾਂ ਨੂੰ। 15 ਚੋਂ 15 ਨੰਬਰ ਲੈਣੇ। ਜੇ 15 ਚੋਂ 15 ਨੰਬਰ ਲੈ ਲਏ ਸਾਡੀ ਮਾਨਸਿਕਤਾ ਹੋ ਜਾਣੀ ਗਰੋਥ ਮਾਈਂਡਸੈਟ। ਫਿਰ ਸਾਨੂੰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜਦੋਂ ਸਾਡੀ ਗਰੋਥ ਮਾਈਂਡਸੈਟ ਆ। ਕਾਮਯਾਬ ਲੋਕਾਂ ਦਾ ਹਮੇਸ਼ਾ ਗਰੋਥ ਮਾਈਂਡਸੈਟ ਹੁੰਦਾ। ਮਾਨਸਿਕਤਾ ਜ਼ਿਆਦਾ ਡਿਪੈਂਡ ਕਰਦੀ ਆ। ਕੰਮ ਭਾਵੇਂ ਜਿਹੜਾ ਮਰਜ਼ੀ ਹੋਵੇ। ਜਿੱਦਾਂ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਸੀ ਕਿ ਬਰਗਰ ਤਾਂ ਰੇਹੜੀ ਵਾਲੇ ਵੀ ਬਣਾਉਂਦੇ ਆ, ਉਹ 1000 2000 3000 ਕਮਾ ਕੇ ਖੁਸ਼ ਆ, ਪਰ ਮੈਕਡੀ ਇੱਕ ਦਿਨ ਦਾ ਕਰੋੜਾਂ ਰੁਪਇਆ ਕਮਾ ਰਿਹਾ। ਉਹਨੇ ਵੱਡਾ ਬਿਜ਼ਨਸ ਖੜਾ ਬਣਾਉਂਦਾ ਤਾਂ ਉਹ ਵੀ ਬਰਗਰ ਆ, ਪਰ ਉਹਦੀ ਮਾਨਸਿਕਤਾ ਬਹੁਤ ਵੱਡੀ ਸੀ। ਮਾਨਸਿਕਤਾ ਜੁੱਤੀਆਂ ਦਾ ਕੰਮ ਆਮ ਸਾਰੇ ਲੋਕ ਵੀ ਕਰਦੇ ਆ ਤੇ ਜੁੱਤੀਆਂ ਦਾ ਕੰਮ ਬਾਟਾ ਵਾਲੇ ਵੀ ਕਰਦੇ ਆ। ਉਹਨਾਂ ਦੀ ਮਾਨਸਿਕਤਾ ਸੀ ਕੰਪਨੀ ਖੜੀ ਕਰਨਾ। MBA ਚਾਏ ਵਾਲਾ
ਚਾਹ ਦੀ ਦੁਕਾਨ ਤਾਂ ਸਾਰਿਆਂ ਨੇ, ਪਰ ਜਦੋਂ MBA ਚਾਏ ਵਾਲਾ ਨੇ ਆਪਣੀ ਰੇੜੀ ਲਗਾਈ ਨਾ, ਠੇਲਾ ਲਗਾਇਆ ਸੀ 7,000 ਰੁਪਏ ਲਗਾ ਕੇ, ਉਦੋਂ ਹੀ ਉਹਦੀ ਮਾਨਸਿਕਤਾ ਕੀ ਸੀ ਕਿ ਮੇਰੇ ਚਾਹ ਦੀਆਂ ਫਰੈਂਚਾਈਜ਼ੀਆਂ ਪੂਰੇ ਇੰਡੀਆ 'ਚ ਨਹੀਂ ਵਰਲਡ 'ਚ ਹੋਣਗੀਆਂ। ਤੇ ਅੱਜ ਉਹਦੀਆਂ ਫਰੈਂਚਾਈਜ਼ੀਆਂ ਆਊਟ ਆਫ ਇੰਡੀਆ ਵੀ ਹੈਗੀਆਂ ਵਾ, ਬਣ ਰਹੀਆਂ ਵਾ। ਔਰ ਕਹਿੰਦਾ ਮੇਰੇ ਕੋਲ ਤਾਂ ਮਤਲਬ ਮਾਰਕੀਟਿੰਗ ਕਰਨ ਦੀ ਲੋੜ ਹੀ ਨਹੀਂ ਪੈਂਦੀ, ਮੈਨੂੰ ਇੰਨੀਆਂ ਜ਼ਿਆਦਾ ਮੇਲਸ ਆਉਂਦੀਆਂ, ਸਾਡੇ ਕੋਲ ਟਾਈਮ ਹੈ ਨਹੀਂ ਆ ਕਿ ਜਾ ਕੇ ਜਗ੍ਹਾ ਦੇਖੀ, ਉਹ ਲੋਕੀ ਇੰਨੀਆਂ ਫਰੈਂਚਾਈਜ਼ੀਆਂ ਮੰਗ ਰਹੇ ਆ ਸਾਡੇ ਕੋਲ, ਮੈਨੂੰ ਵੀ ਦਿਓ, ਮੈਨੂੰ ਵੀ ਦਿਓ, ਮੈਨੂੰ ਵੀ। MBA ਚਾਏ ਵਾਲਾ, ਚਾਹ ਦੀ ਦੁਕਾਨ, ਤੇ ਚਾਹ ਦੀਆਂ ਦੁਕਾਨਾਂ ਤਾਂ ਸਾਰਿਆਂ ਦੀਆਂ ਹੈਗੀਆਂ, ਪਰ ਉਹਦੀ ਕੀ ਸੀ ਗਰੋਥ ਮਾਈਂਡ ਸੈਟ। ਸਭ ਤੋਂ ਵੱਡੀ ਉਦਾਹਰਨ ਕੁਦਰਤੀ ਦਿਮਾਗ 'ਚ ਆ ਗਈ, ਤੁਸੀਂ ਸੁਣ ਲਈ। ਤੇ MBA ਚਾਏ ਵਾਂਗੂ ਬਣੋ, ਭਾਵੇਂ ਬਣਾਓ ਚਾਹ, ਪਰ ਮਾਨਸਿਕਤਾ ਹੋਣੀ ਚਾਹੀਦੀ ਆ ਬਿਜ਼ਨਸ ਟਾਈਕੂਨ ਬਣਨ ਦੀ। ਠੀਕ ਹੈ ਜੀ। ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਅੱਜ ਤੋਂ ਹੀ ਆਪਣੇ ਫਿਕਸ ਮਾਈਂਡ ਸੈਟ ਨੂੰ ਛੱਡ ਕੇ ਗਰੋਥ ਮਾਈਂਡ ਸੈਟ ਵਿੱਚ ਵਿਕਾਸਵਾਦੀ ਮਾਨਸਿਕਤਾ ਵੱਲ ਜਿਹੜਾ ਤਬਦੀਲ ਹੋਣਾ ਸ਼ੁਰੂ ਹੋ ਜਾਓਗੇ, ਔਰ ਹਮੇਸ਼ਾ ਅੱਗੇ ਤੋਂ ਅੱਗੇ ਵੱਧਦੇ ਜਾਓਗੇ। ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ। ਸਾਰੇ ਜਣੇ ਗਰੋ ਕਰੋ, ਜ਼ਿਆਦਾ ਤੋਂ ਜ਼ਿਆਦਾ ਆਈਡੀਆ ਪਾਓ। ਆਈਡੀਆ 'ਚ ਵੀ ਕਦੇ ਫਿਕਸ ਮਾਈਂਡ ਸੈਟ ਨਹੀਂ ਰੱਖਣਾ, ਉਹ 5 ਨਹੀਂ ਪਾ ਸਕਦਾ ਮੈਂ, 10 ਨਹੀਂ ਪਾ ਸਕਦਾ ਮੈਂ, 15 ਨਹੀਂ ਪਾ ਸਕਦਾ। ਤੁਸੀਂ ਭਾਵੇਂ ਤੁਹਾਡਾ ਅੱਜ ਡਿਨਰ ਸੈੱਟ ਹੋਇਆ, ਤੁਸੀਂ ਇੱਕ ਦਿਨ ਦੀਆਂ 50 ਵੀ ਪਾ ਸਕਦੇ ਆ, ਇੱਕ ਦਿਨ ਦੀਆਂ ਗੱਲ ਕਰਦਾ ਪਿਆ ਮੈਂ, ਇੱਕ ਦਿਨ ਦੀਆਂ 100 ਵੀ ਪਾ ਸਕਦੇ ਆ। ਔਰ ਇਹ ਸੋਚ ਰੱਖਣੀ ਆ, ਇਹ ਸੋਚ ਰੱਖੂਗੇ ਤਾਂ ਪੈਣੀਆਂ, ਜੇ ਇੰਨੀ ਸੋਚ ਹੀ ਨਹੀਂ ਰੱਖੀ ਤਾਂ ਨਹੀਂ ਪੈਣੀਆਂ। ਹਮੇਸ਼ਾ ਗਰੋਥ ਮਾਈਂਡ 'ਚ ਰਹਿਣਾ। ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ। ਥੈਂਕ ਯੂ ਵੈਰੀ ਮਚ।